ਹੈਲੋ ਜੈ ਭੀਮ ਨਾਮ ਬੁੱਧਾ ਹੈ। ਮੈਂ ਧਰਮਚੰਦ ਮਹੇ। ਤੁਸੀਂ ਥੋੜ੍ਹਾ ਜਿਹਾ ਹੈਰਾਨ ਹੋਵੋਗੇ ਅੱਜ ਸ਼ਨੀਵਾਰ ਮੈਨੂੰ ਦੇਖ ਕੇ। ਅੱਜ ਵੀ ਅਸੀਂ ਪ੍ਰੋਗਰਾਮ ਸਾਂਝੀਆਂ ਵਿਚਾਰਾਂ ਦੇ ਜਿਹੜਾ ਸਾਡਾ ਟਾਈਟਲ ਹੈ ਉਹਦੇ ਅਧੀਨ ਹੀ ਕਰ ਰਹੇ ਹਾਂ। ਅੱਜ ਅਸੀਂ ਸਪੈਸ਼ਲ ਪ੍ਰੋਗਰਾਮ ਕਰ ਰਹੇ ਹਾਂ। ਉਹਦੀ ਖਾਸ ਵਜ੍ਹਾ ਉਹ ਇਹ ਹੈ ਕਿ ਵੀ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਲੋਕ ਭਾਰਤ ਦੇ ਖਿੱਤੇ ਦੇ ਵੱਸਦੇ ਹਨ ਉੱਥੇ ਇੱਕ ਖਬਰ ਬਹੁਤ ਦੁੱਖ ਨਾਲ ਪੜ੍ਹੀ ਜਾਂਦੀ ਹੈ ਔਰ ਬੜੀ ਚਰਚਾ ਹੈ। ਪ੍ਰੋਟੈਸਟ ਹੋ ਰਹੇ ਹਨ ਹਰ ਜਗ੍ਹਾ 'ਤੇ। ਲੋਕ ਬੜੇ ਫਿਕਰਮੰਦ ਹਨ ਕਿ ਸਾਡੀਆਂ ਬੱਚੀਆਂ ਦਾ ਭਵਿੱਖ ਕਿਹੋ ਜਿਹਾ ਹੋਵੇਗਾ ਭਾਰਤ ਦੇ ਵਿੱਚ। ਇੱਕ ਮਨੀਸ਼ਾ ਨਾਂ ਦੀ ਲੜਕੀ ਜਿਹਦਾ ਪੂਰਾ ਨਾਮ ਮਨੀਸ਼ਾ ਵਾਲਮੀਕੀ ਦੇ ਤੌਰ 'ਤੇ ਲਿਖਿਆ ਗਿਆ ਅਖਬਾਰਾਂ ਵਿੱਚ, ਉਹਦਾ 14 ਸਤੰਬਰ ਨੂੰ ਪਿੰਡ ਹਾਸਰਸ ਵਿੱਚ ਬਿਲਾਸਪੁਰ ਪਿੰਡ ਹਾਸਰਸ ਜਿਹੜੀ ਉਹਨਾਂ ਦਾ ਏਰੀਆ ਲੱਗਦਾ ਉਹਦੇ ਵਿੱਚ 4 ਮੁੰਡਿਆਂ ਨੇ ਗੈਂਗ ਰੇਪ ਕੀਤਾ ਔਰ ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਔਰ ਉਹਦੀ ਜੀਭ ਜ਼ਖਮੀ ਕਰ ਦਿੱਤੀ ਅਤੇ ਉਹ 2 ਹਫ਼ਤੇ ਤਕਰੀਬਨ ਹਸਪਤਾਲ ਵਿੱਚ ਤੜਫਦੀ ਰਹੀ। ਆਪਣੇ ਦਿਲ ਦੀ ਗੱਲ ਉਹਨਾਂ ਕੀ ਹੋਇਆ ਆਪਣੀ ਮਾਂ ਨੂੰ ਜਾਂ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਉਹ ਦੱਸ ਵੀ ਨਹੀਂ ਸਕੀ ਵੀ ਉਹਦੇ ਨਾਲ ਕੀ ਭਾਣਾ ਵਰਤਿਆ। ਅਤੇ 29 ਤਰੀਕ ਨੂੰ ਉਹਦੀ ਡੈਥ ਹੋ ਜਾਂਦੀ ਆ ਔਰ ਡੈਥ ਹੋਣ ਤੋਂ ਬਾਅਦ ਵਿੱਚ ਉਹਦੇ ਮਾਪਿਆਂ 'ਤੇ ਇਹ ਅਸਰ ਪਾਇਆ ਜਾ ਰਿਹਾ ਔਰ ਪ੍ਰਭਾਵ ਪਾਇਆ ਜਾ ਰਿਹਾ ਔਰ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਵੀ ਇਹ ਜਿਹੜੀ ਖਬਰ ਆ ਇਸ ਗੱਲ ਨੂੰ ਬਹੁਤ ਉਛਾਲਿਆ ਨਾ ਜਾਵੇ ਬਈ ਉਹਦਾ ਸਿਰਫ ਡੈਪੇ ਹੀ ਉਹਦਾ ਕਤਲ ਹੋ ਗਿਆ। ਪਹਿਲਾਂ ਇਹ ਗੱਲ ਹੋ ਗਈ ਸੀ ਵੀ ਡੈਪੇ ਉਹ ਮਰ ਗਈ, ਉਹਦੀ ਹੱਡੀ ਆਪੇ ਟੁੱਟ ਗਈ। ਅਤੇ ਫਿਰ ਜਦੋਂ ਇਹ ਗੱਲ ਬਹੁਤ ਜ਼ਿਆਦਾ ਉਦੋਂ ਉੱਭਰੀ ਜਦੋਂ ਉਹਦਾ ਸੰਸਕਾਰ ਵੀ ਕਰ ਨਹੀਂ ਦਿੱਤਾ ਗਿਆ ਮਾਂ ਬਾਪ ਨੂੰ। ਰਾਤ ਦੇ ਨੇੜੇ 2:30 ਪੌਣੇ 3 ਵਜੇ ਉਹਦੇ ਜਿਹੜੇ ਉਹਨੂੰ ਲੜਕੀ ਨੂੰ ਦਾਗ ਦਿੱਤੇ ਗਏ। ਉੱਥੇ ਉਹਨਾਂ ਦੇ ਘਰ ਦਾ ਕੋਈ ਮੈਂਬਰ ਉਹਦੀ ਆਖਰੀ ਚਿਹਰਾ ਵੀ ਨਹੀਂ ਦੇ ਸਕਿਆ, ਨਾ ਹੀ ਕੋਈ ਜਿਹੜੀ ਆਖਰੀ ਰਸਮ ਹੁੰਦੀ ਹੈ ਉਹ ਹੀ ਅਦਾ ਕਰ ਸਕਿਆ। ਇਸ ਗੱਲ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਜਾਂ ਜਿਹੜਾ ਮੀਡੀਆ ਕਿਸੇ ਨੇ ਕੋਈ ਆਵਾਜ਼ ਤੱਕ ਨਹੀਂ ਚੁੱਕੀ। ਜਦੋਂ ਲੋਕਾਂ ਨੇ ਇਹਨੂੰ ਅੱਗੇ ਰੱਖ ਕੇ ਇਸ ਗੱਲ ਨੂੰ ਚਰਚਾ ਕੀਤੀ, ਪ੍ਰੋਟੈਸਟ ਕਰਨੇ ਸ਼ੁਰੂ ਕੀਤੇ। ਸਭ ਤੋਂ ਪਹਿਲਾਂ ਮੈਨੂੰ ਇੱਕ ਕਲਿੱਪ ਮਿਲੀ ਜਿੱਥੇ ਭੈਣ ਮਾਇਆਵਤੀ ਜੀ ਇਹ ਕਹਿੰਦੇ ਸੀਗੇ ਕਿ ਵੀ ਜਿਹੜਾ ਚੀਫ ਮਿਨਿਸਟਰ ਆ ਯੂਪੀ ਦਾ ਉਹਨੂੰ ਆਪਣੇ ਪਦ ਤੋਂ ਰਿਜ਼ਾਈਨ ਦੇਣਾ ਚਾਹੀਦਾ ਕਿਉਂਕਿ ਉਹ ਆਪਣੇ ਇਲਾਕੇ ਦੇ ਜਿਹੜੇ ਲੋਕ ਆ ਉਹਨਾਂ ਦੀ ਰਖਵਾਲੀ ਕਰਨ 'ਚ ਫੇਲ ਹੋਇਆ ਹੈ। ਔਰ ਬਹੁਤ ਬੇਪਤੀਆਂ ਹੋਈਆਂ ਹਨ ਦਲਿਤ ਲੋਕਾਂ ਦਾ ਖਾਸ ਤੌਰ 'ਤੇ ਔਰ ਮੁਸਲਮਾਨ ਲੋਕਾਂ ਦਾ ਔਰ ਜਿੰਨੀਆਂ ਵੀ ਮਨੋਰਟੀਜ਼ ਹੈਗੀਆਂ ਯੂਪੀ ਦੇ ਵਿੱਚ ਉਹਨਾਂ ਸਾਰਿਆਂ ਦਾ ਸਾਰਿਆਂ 'ਤੇ ਬਹੁਤ ਤਸ਼ੱਦਦ ਹੋ ਰਿਹਾ ਹੈ। ਔਰ ਕਿਉਂਕਿ ਪੁਲਿਸ ਵੀ ਕੋਈ ਰਿਪੋਰਟ ਨਹੀਂ ਦਰਜ ਕਰ ਰਹੀ ਔਰ ਜਿੰਨੇ ਵੀ ਪਾਰਲੀਮੈਂਟੇਰੀਅਨ ਹੈਗੇ ਆ ਕੋਈ ਬੋਲ ਨਹੀਂ ਰਿਹਾ। ਪ੍ਰਾਈਮ ਮਿਨਿਸਟਰ ਚਾਹੇ ਚੀਫ ਮਿਨਿਸਟਰ ਕੋਈ ਵੀ ਨਹੀਂ ਗੱਲ ਕਰ ਰਹੀ। ਜਿਹੜੀ ਪੁਲਿਸ ਆ ਉਹ ਕਿਸੇ ਦੀ FIR ਦਰਜ ਨਹੀਂ ਕਰਦੀ। ਜਿਹੜੇ ਲੋਕ ਬਹੁਤ ਇਤਰਾਜ਼ ਕਰ ਰਹੇ ਹਨ। ਅੱਜ ਦਾ ਪ੍ਰੋਗਰਾਮ ਇਸੇ ਕਰਕੇ ਉਹ ਲਿਖਿਆ ਗਿਆ ਕਿ ਆਪਾਂ ਇਸ ਵਿਸ਼ੇ 'ਤੇ ਆਪਣੀ ਗੱਲ ਕਰਨੀ ਬਣਦੀ ਹੈ। ਔਰ ਜਿਹੜੇ ਮੇਰੇ ਸਰੋਤੇ ਜਨ ਹਨ ਉਹਨਾਂ ਨੂੰ ਮੈਂ ਰਿਕੁਐਸਟ ਕਰਦਾ ਕਿ ਉਹ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਆ। ਅੱਜ ਦੇ ਇਸ ਪ੍ਰੋਗਰਾਮ ਵਿੱਚ ਮੇਰੇ ਸਾਥੀ ਜਿੱਦਾਂ ਆਮ ਤੌਰ 'ਤੇ ਹੋਈਦਾ ਸੀ ਕਿ ਬੜਾ ਸੀਰੀਅਸ ਪ੍ਰੋਗਰਾਮ ਆ। ਇਹਦੇ ਵਿੱਚ ਜਿਹੜੀ ਆਪਾਂ ਲਾਈਟ ਗੱਲ ਘੱਟ ਕਰਾਂਗੇ ਕਿਉਂਕਿ ਬਹੁਤ ਸੀਰੀਅਸ ਗੱਲ ਹੈਗੀ ਆ ਅਤੇ ਸਰਕਾਰਾਂ 'ਤੇ ਆਪਾਂ ਨੂੰ ਇਕੱਠੇ ਹੋ ਕੇ ਪ੍ਰੈਸ਼ਰ ਪਾਉਣਾ ਚਾਹੀਦਾ ਕਿ ਇਹੋ ਜਿਹਾ ਤਸ਼ੱਦਦ ਆ ਉਹ ਰੁਕਣਾ ਚਾਹੀਦਾ। ਅਫਸੋਸ ਦੀ ਗੱਲ ਇਹ ਹੈ ਕਿ ਜਦੋਂ ਕੋਈ ਦਲਿਤ ਪਰਿਵਾਰ 'ਤੇ ਜਾਂ ਦਲਿਤ ਸਮਾਜ 'ਤੇ ਕੋਈ ਐਟਰੋਸਿਟੀ ਹੁੰਦੀ ਹੈ ਅਤੇ ਹੋਰ ਕੋਈ ਵੀ ਜਿਹੜਾ ਸਮਾਜ ਆ ਉਹਨਾਂ ਦਾ ਸਹਿਯੋਗੀ ਨਹੀਂ ਬਣਦਾ। ਲੇਕਿਨ ਜਦੋਂ ਕੋਈ ਉਹਨਾਂ ਦੀ ਮੁਸ਼ਕਿਲ ਹੁੰਦੀ ਆ ਉਸ ਵੇਲੇ ਦਲਿਤ ਸਾਡੇ ਭਰਾ ਬਣ ਜਾਂਦੇ ਆ। ਜਦੋਂ ਦਲਿਤਾਂ 'ਤੇ ਕੁਛ ਹੁੰਦਾ ਆ ਫਿਰ ਦਲਿਤ ਕੌਣ ਅਤੇ ਅਸੀਂ ਕੌਣ, ਅਸੀਂ ਹੋਰ ਹਾਂ ਤੁਸੀਂ ਹੋਰ ਹਾਂ। ਇਹ ਸਮੱਸਿਆ ਹੈ ਸਾਡੀ। ਇਸ ਸਮੱਸਿਆ ਨੂੰ ਲੜਨ ਵਾਸਤੇ ਸਭ ਤੋਂ ਵੱਡਾ ਕੰਮ ਜੋ ਸਾਨੂੰ ਕਰਨਾ ਚਾਹੀਦਾ ਕਿਉਂਕਿ ਸਾਡਾ ਕਿਸੇ ਨੇ ਸਾਥ ਨਹੀਂ ਦੇਣਾ। ਜਿਹੜਾ ਮੀਡੀਆ ਵੀ ਆ ਅੱਜ ਵੀ ਮੀਡੀਆ ਜਿਹੜਾ ਕਰ ਰਿਹਾ ਉਹ ਇੱਕ ਗੱਲ ਚੰਗੀ ਕਰਦਾ 4 ਨਾਲ ਹੋਰ ਕਰ ਲੈਂਦੇ ਆ ਕਿਉਂਕਿ ਹਾਲੇ ਤੱਕ ਇਹੀ ਨਿਰਣਾ ਨਹੀਂ ਕੀਤਾ ਗਿਆ ਕਿ ਰੇਪ ਹੋਇਆ ਜਾਂ ਨਹੀਂ। ਹਾਲਾਂਕਿ ਜਿਹੜੀ ਲੜਕੀ ਦੀ ਲਾਸਟ ਵੀਡੀਓ ਜਿਹੜੀ ਆਵਾਜ਼ ਆ
ਉਹ 'ਚੋਂ ਦੱਸਦੀ ਹੈ ਵੀ ਉਹਨਾਂ ਨੂੰ ਰੇਪ ਹੋਇਆ। ਤੇ ਪਰ ਜਿਹੜਾ ਮੀਡੀਆ ਵਿੱਚੇ ਕਹੀ ਜਾਂਦੇ ਜੀ ਨਹੀਂ ਜੀ ਉਹ ਤੁਸੀਂ ਉਹਦੀ ਮਾਂ ਨੇ ਜੋ ਬਾਅਦ 'ਚ ਕਿਹਾ ਉਹ ਸੁਣੋ, ਜਾਂ ਉਹਦੇ ਭਰਾ ਨੇ ਜੋ ਬਾਅਦ 'ਚ ਕਿਹਾ, ਕੋਈ ਬਾਅਦ 'ਚ ਉਹਨੇ ਤਾਂ ਕਾਫੀ ਪ੍ਰੈਸ਼ਰ ਪਾ ਕੇ ਮੈਨੂੰ ਇੱਕ ਕਲਿੱਪ ਆਇਆ ਸੀਗਾ ਕੱਲ੍ਹ ਦੀ ਗੱਲ ਆ, ਉਹਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਜਿਹੜਾ ਪੜੋਤਾ ਆ ਰਾਜ ਰਤਨ ਅੰਬੇਡਕਰ ਜੀ, ਉਹਨਾਂ ਦੀ ਇੱਕ ਕਲਿੱਪ ਆਈ ਸੀ। ਉਹਨਾਂ ਨੇ ਮੈਂ ਉਹ ਡਾਕਟਰ ਸਾਹਿਬ ਨਾਲ ਵੀ ਸ਼ੇਅਰ ਕੀਤੀ ਸੀ। ਉਹਦੇ ਵਿੱਚ ਉਹ ਕਹਿੰਦਾ ਕਿ ਵੀ ਉਹਦੇ 'ਤੇ ਪ੍ਰੈਸ਼ਰ ਪਾਇਆ ਗਿਆ ਵੀ ਤੁਸੀਂ ਇੱਥੇ ਹੁਣੀ ਸਟੇਟਮੈਂਟ ਦਿਓ DM ਵੱਲੋਂ, ਵੀ ਸਟੇਟਮੈਂਟ ਦਿਓ ਵੀ ਰੇਪ ਨਹੀਂ ਹੋਇਆ, ਇਹ ਅਟੈਂਪਟਡ ਮਰਡਰ ਦੀ ਗੱਲ ਕਰਦੇ ਸੀ। ਜਾਨੀ ਇੰਨਾ ਪ੍ਰੈਸ਼ਰ, ਜੇ ਉਹ ਇੰਨੇ ਵੱਡੇ ਬੰਦੇ ਤਾਂ ਇੰਨਾ ਪ੍ਰੈਸ਼ਰ ਪਾ ਸਕਦੇ ਜਿਹੜੇ ਉਹਦੇ ਮਾਂ ਬਾਪ ਲੜਕੀ ਤੇ ਮਨੀਸ਼ਾ ਬਾਲ, ਉਹਨਾਂ ਕੀ ਹੋਇਆ ਹੋਊਗਾ। ਇਹ 'ਤੇ ਆਪਾਂ ਵਿਚਾਰ ਕਰਨੀ ਹੈ, ਵਿਚਾਰ 'ਤੇ ਹਿੱਸਾ ਲੈਣੇ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ। ਅਤੇ ਇਹ ਬੜੀ ਦਰਦਨਾਕ ਖਬਰ ਆ, ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਮਸਲੇ ਬਾਰੇ? ਮੇਰੇ ਸਾਹਿਬ ਇੱਕ ਤਾਂ ਜਿਹੜਾ ਹੈਗਾ ਇਹ ਖਬਰ ਸੁਣ ਕੇ, ਖਬਰ ਪਤਾ ਲੱਗਣ 'ਤੇ ਮਨ ਬਹੁਤ ਦੁਖੀ ਹੋਇਆ, ਮਨ ਬਹੁਤ ਬੁਰੀ ਤਰ੍ਹਾਂ ਬਲੁੰਦਰਿਆ ਗਿਆ ਹੈਗਾ ਵੀ ਜਿਹੜੇ ਕੇਸਿਸ ਅਜੇ ਵੀ 2020 ਦੇ ਵਿੱਚ ਵੀ ਰੇਪ ਦੇ ਕੇਸਿਸ ਇੰਡੀਆ ਵਿੱਚ ਘਟੇ ਨਹੀਂ ਹੈ। ਵੈਸੇ ਤਾਂ ਦੁਨੀਆ ਵਿੱਚ ਹੀ ਬਹੁਤ ਹੈਗੇ, ਪਰ ਇੰਡੀਆ ਵਿੱਚ ਮੈਂ ਸਮਝ ਲਿਆ ਵੀ ਰੇਪ ਦੇ ਜਿਹੜੇ ਕੇਸਿਸ ਹੁੰਦੇ ਆ ਵਧੇ ਆ, ਉਹਨਾਂ ਦਾ ਯਾਨੀ ਕਿ ਬਹੁਤ ਬੜੋਤਰੀ ਹੋਈ। ਤਾਂ ਜਿਹੜੀ ਫੈਕਸ਼ਨਸ ਫਿਗਰ ਸਾਨੂੰ ਗੌਰਮੈਂਟਾਂ ਦਿੰਦੀਆਂ ਵੀ ਹੈਗੀਆਂ, ਉਹ ਰਿਕਾਰਡਡ ਫਿਗਰਸ ਯਾਨੀ ਕਿ ਬਹੁਤ ਘੱਟ ਹੈ ਰੀਅਲ ਫਿਗਰਸ ਨਾਲੋਂ, ਕਿਉਂਕਿ ਬਹੁਤ ਸਾਰੇ ਜਿਹੜੇ ਰੇਪ ਦੇ ਵਿਕਟਮਸ ਹੈਗੇ ਆ ਉਹ ਇਸ ਕਰਕੇ ਵੀ ਨਹੀਂ ਪੁਲਿਸ ਕੋਲ ਜਾਂਦੇ, ਸ਼ਰਮ ਦੇ ਮਾਰੇ। ਦੂਸਰਾ ਪੁਲਿਸ ਯਾਨੀ ਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ, ਜੇ ਗਲਤ ਕੇਸਿਸ ਹੈਗੇ ਆ ਅਤੇ ਉਹਨਾਂ ਦੀਆਂ FIR ਵੀ ਜਿਹੜੀਆਂ ਹੈਗੀਆਂ ਰਿਕਾਰਡ ਨਹੀਂ ਕਰਦੇ, ਜੋ ਇਨਕੇ ਦੇਖਣ ਵਿੱਚ ਸੁਣਨ ਵਿੱਚ ਆਇਆ ਹੈਗਾ। ਅਤੇ ਬਹੁਤ ਸਾਰੇ ਯਾਨੀ ਕਿ ਟੈਬੂਜ਼ ਹੋਣ ਕਰਕੇ ਜਿਹੜੇ ਹੈਗੇ ਆ ਕੇਸ ਨਹੀਂ ਜਾਂਦੇ। ਅਤੇ ਇੱਕ ਇਹ ਵੀ ਗੱਲ ਹੈ ਵੀ ਉਹਨਾਂ ਨੂੰ ਪਤਾ ਹੈ ਵੀ ਜੇ ਕੇਸ ਨੂੰ ਅਸੀਂ ਕਚਹਿਰੀ ਵਿੱਚ ਲੈ ਕੇ ਵੀ ਗਏ, ਸਾਡੇ ਵਿੱਚ ਫਾਈਨੈਂਸ਼ੀਅਲੀ ਇੰਨੀ ਸਮਰੱਥਾ ਵੀ ਨਹੀਂ ਹੈਗੀ। ਦੂਸਰੀ ਇਹ ਹੈਗੀ ਵੀ ਜਿਹੜਾ ਕੇਸ ਹੈਗਾ ਪਤਾ ਨਹੀਂ ਉਹਨੂੰ ਕਿੰਨਾ ਕੁ ਸਮਾਂ ਕਿ ਲੱਗੇ ਅਤੇ ਉਹਦਾ ਸਾਡੇ ਹੱਕ ਵਿੱਚ ਫੈਸਲਾ ਹੁੰਦਾ ਜਾਂ ਨਹੀਂ ਹੁੰਦਾ ਹੈਗਾ। ਸੋ ਬਹੁਤ ਸਾਰੇ ਕਾਰਨ ਹੈ ਜਿਨ੍ਹਾਂ ਕਰਕੇ ਲੋਕ ਜਿਹੜੇ ਆ ਉਹ ਆਪਣੇ ਕੇਸ ਨੂੰ ਜਿਹੜਾ ਹੈਗਾ ਕਚਹਿਰੀਆਂ ਵਿੱਚ ਵੀ ਨਹੀਂ ਲੈ ਕੇ ਜਾਂਦੇ। ਸੋ ਜਿਹੜੀਆਂ ਫਿਗਰ ਸਾਡੇ ਸਾਹਮਣੇ ਯਾਨੀ ਕਿ ਆ ਰਹੀਆਂ ਹੈਗੀਆਂ, ਉਹ ਯਾਨੀ ਕਿ ਬਹੁਤ ਘੱਟ ਹੁੰਦੀਆਂ ਜਿਹੜੇ ਕਿ ਰੀਅਲ ਕੇਸਿਸ ਹੈ। ਅਤੇ ਜੋ ਯਾਨੀ ਕਿ ਇਹ ਭਾਣਾ ਯਾਨੀ ਕਿ ਵਰਤਿਆ ਹੈਗਾ UP ਦੇ ਵਿੱਚ, ਇਸ ਤੋਂ ਬਾਅਦ ਇੱਕ ਹੋਰ ਭਾਣਾ ਵੀ ਵਰਤਿਆ ਹੈਗਾ ਰੀਸੈਂਟਲੀ, ਐਸੇ ਹਫ਼ਤੇ ਵਰਤਿਆ ਹੈਗਾ। ਮੈਂ ਸਮਝਦਾ ਵੀ ਇਦੋਂ ਵੱਡੀ ਸ਼ਰਮ ਵਾਲੀ ਕੋਈ ਗੱਲ ਹੋਰ ਨਹੀਂ ਹੋ ਸਕਦੀ ਹੈ ਵੀ ਇੱਕ ਲੜਕੀ ਦੇ ਨਾਲ 4 ਬੁਰਸ਼ਿਆਂ ਨੇ ਜਿਹੜਾ ਹੈਗਾ ਬਦਮਾਸ਼ੀ ਕੀਤੀ ਹੈ, ਰੇਪ ਕੀਤਾ ਹੈਗਾ, ਅਤੇ ਉਸ ਤੋਂ ਬਾਅਦ ਉਸ ਗਰੀਬ ਪਰਿਵਾਰ ਦਾ ਜਿਹੜੀ ਉਹ ਲੜਕੀ ਦਾ FIR ਵੀ ਨਹੀਂ ਕੀਤਾ, ਉਹਨੂੰ ਵੀ ਨਹੀਂ ਦਰਜ ਕੀਤਾ। ਫਿਰ ਮਾਂ ਬਾਪ 'ਤੇ ਪ੍ਰੈਸ਼ਰ ਪਾਉਣਾ ਵੀ ਤੁਸੀਂ ਯਾਨੀ ਕਿਹੜਾ ਹੈਗਾ ਕੇਸ ਨੂੰ ਵਿਦਡਰਾਅ ਕਰੋ, ਯਾਨੀ ਕਿ ਜਾਂ ਕੇਸ ਨੂੰ ਡਿਸਟੋਰਟ ਕਰਨਾ ਵੀ ਰੇਪ ਦਾ ਯਾਨੀ ਕਿ ਕੇਸ ਹੋਇਆ ਹੀ ਨਹੀਂ ਹੈ। ਤਾਂ ਇੱਥੋਂ ਪਤਾ ਲੱਗਦਾ ਵੀ ਇਕੱਲੇ ਦੋਸ਼ੀ ਯਾਨੀ ਕਿਹੜੇ ਹੈਗੇ ਉਹ 4 ਜਿਹੜੇ ਬਦਮਾਸ਼ ਹੈਗੇ ਆ ਉਹ ਹੀ ਨਹੀਂ ਹੈ, ਉਹਨਾਂ ਦੇ ਮਾਂ ਬਾਪ ਵੀ, ਉਹਨਾਂ ਦੀ ਯਾਨੀ ਕਿਹੜੀ ਪੁਲਿਸ ਵੀ ਵਿੱਚ ਹੀ, ਅਤੇ ਜਾਂ ਯਾਨੀ ਕਿਹੜਾ ਹੈਗਾ ਹੋਰ ਜਿਹੜਾ ਵੀ ਅਮਲਾ ਫੈਲਾ ਇਸ ਚੀਜ਼ ਲਈ ਪ੍ਰੈਸ਼ਰ ਯਾਨੀ ਕਿ ਪਾ ਰਿਹਾ ਹੈਗਾ, ਉਹ ਵੀ ਯਾਨੀ ਕਿ ਦੋਸ਼ੀ ਹੈ। ਤਾਂ ਮੈਂ ਸਮਝਦਾ ਵੀ ਯਾਨੀ ਕਿ ਜਿਹੜਾ ਚੀਫ ਮਿਨਿਸਟਰ ਉੱਥੇ ਦਾ ਯੋਗੀ ਹੈਗਾ, ਉਹਨੂੰ ਯਾਨੀ ਕਿ ਜਿਹੜਾ ਇਸ ਚੀਜ਼ ਦਾ ਕੀ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੀ ਕੁਛ ਹੋ ਰਿਹਾ ਹੈਗਾ, ਹਿਊਮਨ ਬੀਇੰਗਸ ਦੇ ਨਾਲ ਯਾਨੀ ਕਿ ਇਹ ਕੰਮ ਹੋ ਰਿਹਾ। ਹੈਲੋ ਜੀ, ਕੌਣ ਤੋਂ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ। ਹੈਲੋ ਸਵਾਗਤ ਹੈ ਜੀ, ਕੀ ਕਹਿਣਾ ਚਾਹੁੰਦੇ? ਜੈ ਭੀਮ, ਮੈਂ ਫਕੀਰ ਚੰਦ ਚੌਹਾਨ ਬੋਲਦਾ ਇੱਥੋਂ ਬਰਮਿੰਘਮ ਤੋਂ। ਜੈਪਨੀਜ਼ ਚੌਹਾਨ ਸਾਹਿਬ ਜੀ, ਕੀ ਕਹਿਣਾ ਚਾਹੁੰਦੇ? ਦੇਖੋ, ਇਹ ਜਿਹੜਾ ਵਿਸ਼ਾ ਆ ਵੀ ਔਰਤਾਂ ਦੇ ਬਲਾਤਕਾਰ ਦਾ, ਇਹ ਬਹੁਤ ਜ਼ਿਆਦਾ ਰੇਪ ਹੋ ਰਿਹਾ ਅੱਜ ਕੱਲ੍ਹ। ਕਿਉਂਕਿ ਜੇ ਆਪਾਂ ਇਹਦਾ ਕਾਰਨ ਜਾਣੀਏ ਤਾਂ ਫਿਰ ਹੀ ਪਤਾ ਲੱਗਦਾ ਵੀ ਇਹ ਕਿਉਂ ਇੰਨੇ ਰੇਪ ਹੋ ਰਿਹਾ। ਕਿਉਂ ਉੱਥੇ ਸਰਕਾਰ ਨਹੀਂ ਹੈ, ਕਿਉਂ ਉੱਥੇ ਸੰਵਿਧਾਨ ਹੈ। ਪਰ ਬੜੀ ਤਾਂ ਗੱਲ ਇਹ ਹੈਗੀ ਆ ਵੀ ਜਿਹੜੇ ਲੋਕ ਰਾਜ ਕਰ ਰਹੇ ਉਹ ਸੰਵਿਧਾਨ ਨੂੰ ਨਹੀਂ ਮੰਨਦੇ, ਕਿਉਂਕਿ ਉਹ ਜਿਹੜੇ ਭਾਰਤ ਦੇ ਵਿੱਚ ਜਿਹੜੇ ਪਹਿਲੇ ਗ੍ਰੰਥ ਲਿਖੇ ਹੋਏ ਆ, ਜਿੱਦਾਂ ਮਨੂ ਸਮ੍ਰਿਤੀ ਆ, ਤੁਲਸੀਦਾਸ ਦੀ ਰਮਾਇਣ ਆ, ਜੋ ਉਹਦੇ ਵਿੱਚ ਲਿਖਿਆ ਆ ਨਾਰੀ ਬਾਰੇ, ਉਹਨੂੰ ਹੀ ਮੰਨਦੇ ਆ। ਤੁਸੀਂ ਦੇਖੋ ਵੀ ਕੋਈ ਗ੍ਰੰਥ ਵਿੱਚ ਕਹਿੰਦਾ ਵੀ ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਜੇ ਸਭ ਤਾੜਨ ਦੇ ਅਧਿਕਾਰੀ। ਉਹ ਦੇਖੋ ਮੰਦਿਰਾਂ ਦੇ ਵਿੱਚ ਪੜ੍ਹਿਆ ਜਾਂਦਾ ਔਰ ਲੋਕ ਸੁਣਦੇ ਆ, ਇਹ ਤਾਂ ਬਹੁਤ ਮਾੜੀ ਗੱਲ ਹੈ। ਪਰ ਇਹ ਜਿਹੜਾ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਹੈ, ਇਹਦਾ ਖੁਦ ਆਪਣਾ ਰਿਕਾਰਡ ਬਹੁਤ ਅਪਰਾਧਿਕ ਹੈ। ਹਾਂਜੀ ਹਾਂਜੀ, ਕਿਉਂਕਿ ਇਹ ਜਿਹੜਾ ਗੋਰਖਨਾਥ ਦਾ ਮੰਦਿਰ ਆ, ਉਹਦਾ ਮਹੰਤ ਸੀ, ਫਿਰ ਉੱਥੋਂ ਹੀ ਇਹ MP ਬਣਦਾ ਰਿਹਾ। ਔਰ ਇਹਦੀਆਂ ਆਪਣੀਆਂ ਸਪੀਚਾਂ ਵੀ ਇਹ ਜਾਨੀ ਸਪੀਚਾਂ ਕਰਦਾ ਹੁੰਦਾ ਸੀ ਵੀ ਮੁਸਲਮਾਨਾਂ ਦੀਆਂ ਲੜਕੀਆਂ ਦੇ ਰੇਪ ਕਰੋ ਔਰ ਕਬਰਾਂ ਚੋਂ ਕੱਢ ਕੇ ਵੀ ਕਰੋ। ਦੇਖੋ ਤੇ ਇਹ 'ਤੇ ਕੇਸ ਚੱਲਦੇ ਸੀ, ਪਰ ਜ਼ਿਆਦਾ ਇਹਨੇ ਸਕੇਪ ਬਣਾ ਲਏ ਵੀ ਜਿਹੜਾ ਉੱਤਰ ਪ੍ਰਦੇਸ਼ ਦੀਆਂ ਚੋਣਾਂ ਹੋਈਆਂ
2017 ਦੇ ਵਿੱਚ ਹਾਂਜੀ ਇਹ ਨਹੀਂ ਜਾਣੀ ਬੀਜੇਪੀ ਵਾਲਿਆਂ ਨੇ ਸਕੀਮ ਬਣਾਈ ਵੀ ਅਸੀਂ ਦੱਸਣਾ ਨਹੀਂ ਵੀ ਕਿਹਨੂੰ ਮੁੱਖ ਮੰਤਰੀ ਬਣਾਉਣਾ, ਜਾਣੀ ਇਹ ਨਹੀਂ ਇਹ ਗੱਲ ਕੋ ਕੇ ਰੱਖੀ। ਉਹ ਜਾਣੀ ਪ੍ਰਚਾਰ ਕੀਤਾ ਸਾਰਾ ਹਿੰਦੂਤਵ ਦਾ ਵੀ ਅਸੀਂ ਹਿੰਦੂ ਹਾਂ, ਵੀ ਜਾਣੀ ਹਿੰਦੂ ਧਰਮ ਨੂੰ ਬਚਾਈਏ। ਔਰ ਉਹ ਤੁਸੀਂ ਦੇਖ ਲਓ ਵੀ ਨਹੀਂ ਉਹ ਇਲੈਕਸ਼ਨ ਜਿੱਤ ਲਿਆ। ਜਿੱਤਣ ਤੋਂ ਬਾਅਦ ਜਾਣੀ ਉੱਥੇ ਇੱਦਾਂ ਹੈਗੀ ਆ ਵੀ 2 ਹਾਊਸ ਹੈ, ਇੱਕ ਵਿਧਾਨ ਸਭਾ ਇੱਕ ਵਿਧਾਨ ਪ੍ਰੀਸ਼ਦ। ਉਹਨੇ ਕਿਹਾ ਵੀ ਇਹਨੂੰ ਵਿਧਾਨ ਪ੍ਰੀਸ਼ਦ ਦਾ ਮੈਂਬਰ ਬਣਾ ਦੇਵਾਂਗੇ। ਔਰ ਇਹ ਜਿਹੜਾ ਬੰਦਾ ਇਹ ਤਾਂ ਯੂਪੀ ਦਾ ਹੈ ਹੀ ਨਹੀਂ, ਇਹਦਾ ਪਿੰਡ ਜਿਹੜਾ ਉੱਤਰਾਖੰਡ ਦੇ ਵਿੱਚ ਸੀਗਾ। ਔਰ ਉਹਨੇ ਜਾਣੀ ਇਹਨੂੰ ਕਿਹਾ ਵੀ ਤੈਨੂੰ ਮੁੱਖ ਮੰਤਰੀ ਬਣਾਉਣਾ। ਔਰ ਜੋ ਕੁਝ ਇੱਥੇ ਜਾਣੀ ਅਵੇਕਨਿੰਗ ਆਈ ਆ ਦਲਿਤਾਂ ਦੇ ਵਿੱਚ, ਪਿਛੜੇ ਵਰਗਾਂ ਦੇ ਵਿੱਚ, ਨਾਰੀ ਜਾਤੀ 'ਚ ਵੀ ਇਹਨੂੰ ਜਾਣੀ ਰੋਕਣਾ ਹੈ। ਹੁਣ ਤੁਸੀਂ ਦੇਖੋ ਵੀ ਉੱਥੇ ਰੇਪ ਹੋ ਰਿਹਾ ਹੈ ਔਰ ਇਹ ਕਰਦਾ ਕੀ ਹੈ, ਜਾਣੀ ਕੋਈ ਵਿਕਾਸ ਦਾ ਕੰਮ ਨਹੀਂ। ਵੱਡੀ ਦਾ ਗੱਲ ਆ ਵੀ ਲਾਅ ਐਂਡ ਆਰਡਰ ਜਿਹੜਾ ਇੰਨਾ ਖਤਮ ਹੋ ਚੁੱਕਾ। ਇਹ ਜਿਹੜੀ ਲੜਕੀ ਦਾ ਹੁਣ ਰੇਪ ਹੋਇਆ ਔਰ ਰੋਜ਼ ਹੋ ਰਿਹਾ, ਉਸ ਤੋਂ ਬਾਅਦ ਵੀ ਤੁਸੀਂ ਦੇਖੋ ਵੀ 2 ਦਿਨ ਮਿਲਾਂਗੇ ਰਹੇ, ਜਾਣੀ ਇੰਨੇ ਰੇਪ ਹੋ ਰਿਹਾ ਹੈ। ਔਰ ਇਹ ਤਾਂ ਦੇਖੋ ਜਿਹੜੀ ਵੱਡੀ ਤਾਂ ਗੱਲ ਇਹ ਹੈਗੀ ਆ ਵੀ ਜਿਹੜਾ ਸਮਾਜ ਪੀੜਤ ਆ, ਜਿਹੜੀ ਨਾਰੀਆਂ ਪੀੜਤ ਆ, ਉਹਨਾਂ ਨੂੰ ਅਜੇ ਵੋਟ ਦੀ ਅਹਿਮੀਅਤ ਦਾ ਨਹੀਂ ਪਤਾ ਲੱਗਾ। ਜੇ ਥੋੜੇ ਲੋਕ ਜਾਗਰਤ ਹੁੰਦੇ ਆ ਉਹ ਬਾਕੀਆਂ ਨੂੰ ਖਰੀਦ ਲੈਂਦੇ ਆ, ਡਰਾਉਂਦੇ ਆ। ਔਰ ਵੱਡੀ ਗੱਲ ਆ ਵੀ ਜਿਹੜੀ ਦੁੱਖ ਦਾ ਗੱਲ ਆ ਵੀ ਜਿਹੜਾ ਜਿਹਨੂੰ ਆਪਾਂ ਬਹੁਜਨ ਸਮਾਜ ਕਹਿੰਦੇ ਆ ਉਹ ਜਾਤਾਂ 'ਚ ਵੰਡਿਆ ਹੈ। ਹੁਣ ਇਹ ਜਿਹੜੀ ਲੜਕੀ ਦਾ ਦੇਖੋ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ, ਹੁਣ ਪ੍ਰਚਾਰਿਆ ਜਾ ਰਿਹਾ ਵੀ ਵਾਲਮੀਕੀ ਸੀ। ਔਰ ਇਹ ਸ਼ਡਿਊਲਡ ਕਾਸਟਾਂ ਦੀ ਇੱਕ ਕਾਸਟ ਆ, ਇਹ ਹੋਰ ਬਹੁਤ ਕਾਸਟਾਂ ਆ। ਔਰ ਫਿਰ ਦੁੱਖ ਦੀ ਗੱਲ ਆ ਵੀ ਜਿਹੜੇ ਪ੍ਰੋਟੈਸਟ ਕਰਦੇ ਆ ਉਹ ਲੋਕ ਰਲ ਕੇ ਨਹੀਂ ਕਰਦੇ। ਜੇ ਉਹ ਡਟ ਕੇ ਪ੍ਰੋਟੈਸਟ ਕਰਨ ਤਾਂ ਇਹਦੇ ਗੋਡੇ ਲਵਾ ਸਕਦੇ ਆ। ਔਰ ਬੜੀ ਤਾਂ ਗੱਲ ਇਹ ਹੈਗੀ ਆ, ਦੇਖੋ ਵੀ ਇੱਦਾਂ ਦਾ ਮੁੱਖ ਮੰਤਰੀ ਹੋਣਾ ਹੀ ਨਹੀਂ ਚਾਹੀਦਾ, ਕਿਉਂਕਿ ਲੋਕ ਤਾਂ ਬੜੇ ਬੜੇ ਨੂੰ ਲਾ ਦਿੰਦੇ ਆ। ਔਰ ਪ੍ਰੋਟੈਸਟ ਬਹੁਤ ਜ਼ਿਆਦਾ ਹੋਣੇ ਚਾਹੀਦੇ। ਔਰ ਚੰਗੀ ਗੱਲ ਆ ਵੀ ਪ੍ਰੋਟੈਸਟ ਹੋ ਰਿਹਾ ਆ। ਔਰ ਪਰਸ ਜਿਹੜੀ ਉਹਨੇ ਸਰਕਾਰ ਨੇ ਚੁੱਕਣਾ ਨਹੀਂ, ਕਿਉਂਕਿ ਉਹ ਦੇਖਦੇ ਆ ਵੀ ਅਸੀਂ ਤਾਂ ਜਿੱਤੇ ਹੋਏ ਆ। ਔਰ ਜਿਹੜਾ ਪ੍ਰਧਾਨ ਮੰਤਰੀ ਉਹਦੇ ਬਿਲਕੁਲ ਨਾਲ ਹੈ, ਕਿਉਂਕਿ ਜਿਹੜਾ ਪ੍ਰਧਾਨ ਮੰਤਰੀ ਉਹ ਗੱਲਾਂ ਕੁਛ ਕਰਦਾ। ਤੁਸੀਂ ਦੇਖੋ ਵੀ ਕਿੰਨੇ ਕੇਸ ਹੋਏ, ਕਿਸੇ ਨੂੰ ਸਜ਼ਾ ਹੋਈ ਹੈ। ਔਰ ਜਿਹੜਾ ਜੋਗੀ ਆਦਿੱਤਿਆਨਾਥ ਦੇ ਕਈ ਮੰਤਰੀ ਆ ਉਹਨਾਂ ਤੇ ਕਈ ਕੇਸ ਆ, ਪਰ ਇਹਨੇ ਉਹ ਰਫੂ ਦਫੂ ਕਰਵਾਤੇ ਆ, ਉਹਨੂੰ ਮੰਤਰੀ ਬਣਾਇਆ। ਔਰ ਕੁਲਦੀਪ ਸਿੰਘ ਨੇ ਉਹ ਜਿਹੜਾ ਇਹਦਾ ਆਪਣਾ MLA ਸੀ, ਉਹਨੇ ਜਾਨੀ ਰੇਪ ਕੀਤਾ ਸੀ। ਉਹ ਲੜਕੀ ਦਾ ਬਾਪ ਵੀ ਮਰਵਾਤਾ, ਚਾਚਾ ਵੀ ਮਰਵਾਤਾ, ਔਰ ਉਹਨੂੰ ਗ੍ਰਿਫਤਾਰ ਹੀ ਨਹੀਂ ਸੀ ਕਰਦੇ। ਔਰ ਲੋਕਾਂ ਨੇ ਪ੍ਰੋਟੈਸਟ ਕੀਤੇ ਤਾਂ ਉਹਨੂੰ ਗ੍ਰਿਫਤਾਰ ਕੀਤਾ। ਹੁਣ ਉਹ ਜੇਲ੍ਹ ਹੈ, ਪਰ ਜੇਲ੍ਹ ਵੀ ਤੁਸੀਂ ਦੇਖੋ ਵੀ ਜਦ ਕਾਨੂੰਨ ਬਣ ਚੁੱਕਾ 2012 'ਚ ਵੀ ਫਾਂਸੀ ਹੋਣੀ ਹੈ, ਫਾਂਸੀ ਕਿਉਂ ਨਹੀਂ ਹੋਈ? ਜਿਹੜੀ ਪੁਲਿਸ ਬਚਾਉਂਦੀ ਹੈ, ਹੁਣ ਵੀ ਤੁਸੀਂ ਦੇਖੋ ਵੀ ਪੁਲਿਸ ਕੀ ਕਰ ਰਹੀ ਹੈ। ਉਹ ਕਦੀ ਤਾਂ ਕਹਿੰਦੇ ਜੀ ਰੇਪ ਹੋਇਆ ਹੀ ਨਹੀਂ, ਕਦੇ ਕੁਛ ਕਹਿੰਦੇ ਆ। ਇਸ ਕਰਕੇ ਬਹੁਤ ਜਿਹੜਾ ਵਿਸ਼ਾ ਤੁਸੀਂ ਚੁਣਿਆ, ਦੇਖੋ ਆਪਾਂ ਦਾ ਫਰਜ਼ ਬਣਦਾ ਵੀ ਜਿਹੜਾ ਭਾਰਤ ਹੈ ਉਹ ਬਦਨਾਮ ਹੋ ਰਿਹਾ। ਉਹ ਦੁਨੀਆ ਦੇ ਵਿੱਚ ਜਾਣੀ ਦੇਖੋ ਲੋਕ ਕਹਿੰਦੇ ਵੀ ਕੀ ਹੋ ਰਿਹਾ, ਵੀ ਉੱਥੇ ਤਾਂ ਕਾਨੂੰਨ ਨਾਂ ਦੀ ਕੋਈ ਚੀਜ਼ ਹੈ ਨਹੀਂ। ਇਹ ਬਹੁਤ ਵਧੀਆ, ਮੈਂ ਤੁਹਾਡੇ ਪ੍ਰੋਗਰਾਮ ਦੀ ਸ਼ਲਾਘਾ ਕਰਦਾ। ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ। ਥੈਂਕ ਯੂ ਵੈਰੀ ਮਚ ਚੌਹਾਨ ਸਾਹਿਬ। ਚੌਹਾਨ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਕਿ ਜਿਹੜਾ ਸਮਾਜ ਆ ਇੱਕ ਜ਼ਾਤ ਦੇ ਵਿੱਚ ਹੀ ਉਹਨੇ ਬਹੁਤ ਸਾਰੀਆਂ ਜ਼ਾਤਾਂ ਬਣਾ ਲਈਆਂ। ਇੱਕ ਬੜੀ ਅਚੰਭੇ ਵਾਲੀ ਗੱਲ ਹੈ ਕਿ ਜਦੋਂ ਕਿਸੇ ਲੜਕੀ ਦਾ ਬਲਾਤਕਾਰ ਹੁੰਦਾ ਉਹਦਾ ਨਾਂ ਗੁਪਤ ਰੱਖਿਆ ਜਾਂਦਾ। ਜਿਹੜੀ ਆਇਡੈਂਟੀਟੀ ਆ ਉਹਨੂੰ ਬਹੁਤ ਸਾਰੇ ਰੀਜ਼ਨਸ ਕਰਕੇ ਗੁਪਤ ਰੱਖਿਆ ਜਾਂਦਾ। ਇੱਕ ਦਿੱਲੀ ਦੀ ਲੜਕੀ ਸੀ, ਉਹਨੇ ਨਾਂ ਰੱਖਿਆ ਸੀ ਹੋਰ ਦਾਮਨੀ ਉਹਨੂੰ ਕਹਿੰਦੇ ਸੀ। ਹਾਂ, ਨਹੀਂ ਉਹ ਤੋਂ ਬਾਅਦ 'ਚ ਹਾਂਜੀ ਉਹਦਾ ਨਾਂ ਹੋਰ ਰੱਖਿਆ ਸੀ ਉਹਨਾਂ ਨੇ। ਉਹ ਬਾਅਦ 'ਚ ਜਾਣੀ ਬਹੁਤ ਸਾਰੇ ਜਿਹੜੇ ਅਫੀਸ਼ੀਅਲ ਉਹਨਾਂ ਨੇ, ਕਿਉਂਕਿ ਉਹ ਬ੍ਰਾਹਮਣ ਜਾਤੀ ਸੀ, ਇਸ ਕਰਕੇ ਉਹਨੂੰ ਜਾਣੀ ਬਹੁਤ ਇੱਜ਼ਤ ਨਾਲ ਉਹਨੂੰ ਦਫਨਾਇਆ ਗਿਆ ਬਾਅਦ 'ਚ। ਹਾਂਜੀ, ਹੈਲੋ ਜੀ, ਕੌਣ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ। ਹੈਲੋ ਜੈ ਭੀਮ, ਜੈ ਗੁਰਦੇਵ ਜੀ। ਜੈ ਭੀਮ, ਜੈ ਭਾਰਤ। ਕੌਣ ਕਿੱਥੋਂ ਬੋਲਦੇ ਜੀ? ਮੈਂ ਪ੍ਰੇਮਾਨ ਲੰਡਨ ਤੋਂ ਬੋਲ ਰਿਹਾ ਜੀ। ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ। ਕੀ ਕਹਿਣਾ ਚਾਹੁੰਦੇ? ਆਹ ਜਿਹੜਾ ਤੁਸੀਂ ਅੱਜ ਮੁੱਦਾ ਲੈ ਕੇ ਆਏ ਆ ਜੀ, ਬਹੁਤ ਮਤਲਬ ਦਿਲ ਨੂੰ ਬਲੁੰਦਰ ਵਾਲਾ ਮੁੱਦਾ ਹੈਗਾ ਆ ਕਿ ਜਿਹੜੇ ਰੇਪ ਹੋਏ ਰਹੇ ਆ ਦਿਨ ਪੇ ਦਿਨ ਵੱਧ ਹੀ ਰਹੇ ਆ। ਤੇ ਇਹ ਤਕਰੀਬਨ ਹਫ਼ਤੇ ਦੇ ਅੰਦਰ 4 ਇੱਦਾਂ ਦੇ ਬਹੁਤ ਕੇਸ ਹੋਏ ਆ। ਮੱਧ ਪ੍ਰਦੇਸ਼ ਵਿੱਚ ਵੀ ਹੋਇਆ। ਦੇਖੋ, ਜਦੋਂ ਸਾਡੇ ਜਿਹੜੇ MP ਲੇਡੀਜ਼ ਆ ਨਾ, ਉਹ ਇਹ ਕਹਿ ਰਹੀਆਂ ਵੀ ਇਹ ਰੇਪਾਂ ਨੂੰ ਅਸੀਂ ਜਿਹੜੇ ਇਹਨਾਂ ਨੂੰ ਕੰਟਰੋਲ ਨਹੀਂ ਕਰ ਸਕਦੇ, ਕਿਉਂਕਿ ਸਾਡੇ ਮਤਲਬ ਸਮਾਜ ਦੇ ਵਿੱਚ ਇਹ ਇੱਕ ਕਿਸਮ ਦਾ
ਤੇ ਰਿਵਾਜ ਆ ਤੇ ਇਹ ਅਸੀਂ ਇਹਨੂੰ ਰੋਕ ਨਹੀਂ ਸਕਦੇ। ਸਾਡੀ ਸੰਸਕ੍ਰਿਤੀ ਹੈ। ਜਿਹੜੀਆਂ MP ਦੇ ਲੇਡੀਜ਼ ਕਹਿ ਰਹੀਆਂ ਆ, ਤੁਸੀਂ ਇਹ ਦੇਖੋ ਵੀ ਉਹਦੇ ਤੇ ਮਾਂ ਬਾਪ ਤੇ ਵੀ ਕਿੰਨਾ ਪ੍ਰੈਸ਼ਰ ਪਾ ਰਿਹਾ ਕਿ ਤੁਸੀਂ ਆਪਣੇ ਬਿਆਨ ਬਦਲੋ, ਕਿ ਜਿਹੜਾ ਕਿ ਉੱਥੇ ਦਾ ਪੁਲਿਸ ਆਫੀਸਰ ਆ ਔਰ ਉੱਥੇ ਦਾ ਰਜਿਸਟਰਡ ਮੈਜਿਸਟ੍ਰੇਟ ਵੀ ਆ, ਹੋਰ ਵੀ ਆ, ਉਹ ਜਾ ਕੇ ਦਬਾਅ ਪਾ ਰਹੇ ਆ ਲੋਕਾਂ ਨੂੰ, ਉਹਨਾਂ ਦੇ ਘਰਾਂ ਤੱਕ ਨਹੀਂ ਜਾਣ ਦਿੰਦੇ ਤੇ ਨਾ ਮੀਡੀਆ ਨੂੰ ਜਾਣ ਦਿੰਦੇ ਆ। ਤੇ ਦੇਖੋ ਇਹਦੇ ਵਿੱਚ ਜੋਗੀ ਜਿਹੜਾ ਉਹ ਜਿਹੜੇ ਲੜਕੇ ਦਾ ਦੋਸ਼ੀ ਆ ਨਾ, ਮੁੱਖ ਦੋਸ਼ੀ ਆ, ਉਹਦਾ ਪੇ ਜਿਹੜਾ ਆ ਉਹ ਇਹਦਾ ਕਿਤੇ ਨਾ ਇਹ ਆਦਿੱਤਿਆਨਾਥ ਜੋਗੀ ਦਾ ਫਰੈਂਡ ਆ ਔਰ ਉਹ ਮੋਦੀ ਦਾ ਫਰੈਂਡ ਆ ਔਰ ਡਿਫੈਂਸ ਮਿਨਿਸਟਰ ਦਾ ਫਰੈਂਡ ਆ। ਤੁਸੀਂ ਇਹ ਦੱਸੋ ਕਿ ਇਹ ਜਿਹੜੀ ਸਾਡੀ ਗੌਰਮੈਂਟ ਦੇ ਹੈਡ ਆ, ਉਹ ਜਦ ਉਹਨਾਂ ਦੇ ਫਰੈਂਡ ਆ ਤਾਂ ਕਿੱਦਾਂ ਤੁਸੀਂ ਉਹਨਾਂ ਤੋਂ ਕਿੱਦਾਂ ਮਤਲਬ ਤੁਸੀਂ ਇਨਸਾਫ ਦੀ ਤਵੱਕੋ ਕਰ ਸਕਦੇ ਆ। ਇਸ ਕਰਕੇ ਇਨਸਾਫ ਹੋਣਾ ਬਹੁਤ ਮੁਸ਼ਕਲ ਆ, ਕਿਉਂਕਿ ਤੁਸੀਂ ਜੋਗੀ ਜਿਹੜਾ ਆ ਜਿਸ ਵੇਲੇ ਸਿਵਿਆ ਜਲ ਰਿਹਾ ਉਹ ਆਪ ਵੀਡੀਓ ਤੋਂ ਦੇਖ ਰਿਹਾ ਕਿ ਉੱਥੇ ਕੋਈ ਟਰਬਲ ਤਾਂ ਨਹੀਂ ਹੋ ਰਹੀ ਔਰ ਉਹ ਰਾਤ ਦੇ 2:30 ਵਜੇ ਉਹ ਰਿਪੋਰਟ ਦੇਖ ਰਿਹਾ। ਤੇ ਇੱਦਾਂ ਦਾ ਮਤਲਬ ਜਿਹੜਾ ਜੋਗੀ ਜਾਂ ਪ੍ਰਾਈਮ ਮਿਨਿਸਟਰ ਜਾਂ ਡਿਫੈਂਸ ਮਿਨਿਸਟਰ ਆ, ਉਹ ਸਾਡੇ ਦੇਸ਼ ਦਾ ਤੇ ਸਾਡੇ ਜਿਹੜੀ ਔਰਤ ਜਾਤ ਆ ਉਹਦਾ ਕਿੱਦਾਂ ਭਲਾ ਕਰ ਸਕਦੇ। ਇਹਨਾਂ ਦੀ ਆਪਣੇ ਕੋਈ ਬੱਚੀਆਂ ਹੈ ਨਹੀਂ ਗੀਆਂ, ਤਾਂ ਕਰਕੇ ਇਹਨਾਂ ਨੂੰ ਕਿਸੇ ਦਾ ਦੁੱਖ ਦਰਦ ਨਹੀਂ ਹੈਗਾ। ਤੇ ਬਾਕੀ ਸਾਡੇ ਫਕੀਰ ਚੰਦ ਚੌਹਾਨ ਜੀ ਉਹਨਾਂ ਨੇ ਬਹੁਤ ਡਿਟੇਲ ਨਾਲ ਦੱਸ ਗਏ ਆ, ਉਸ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈ। ਲੇਕਿਨ ਇੱਕੋ ਹੀ ਇੱਕ ਗੱਲ ਆ ਕਿ ਸਾਡੇ ਸਮਾਜ ਨੂੰ ਸਾਰਿਆਂ ਨੂੰ ਅੱਵਲ ਤਾਂ ਜਿਹੜੀ ਲੇਡੀਜ਼ ਵੀ ਆ ਉਹਨਾਂ ਨੂੰ ਵੀ ਉਹਨਾਂ ਨੇ ਅਗਰ ਤਸ਼ੱਦਦ ਰੋਕਣੇ ਆ ਤਾਂ ਉਹਨਾਂ ਨੂੰ ਇੱਕ ਬਾਹਰ ਸੜਕਾਂ ਤੇ ਆਉਣਾ ਪਏਗਾ। ਨਹੀਂ ਤਾਂ ਇਹ ਜਿਹੜੀ ਗੌਰਮੈਂਟ ਆ ਨਾ, ਇਹ ਜਿਹੜੀ BJP ਗੌਰਮੈਂਟ ਆ, ਇਹ ਗਰੀਬਾਂ ਦੇ ਔਰ ਬਾਕੀ ਲੋਕਾਂ ਦੇ ਹੱਕ ਦੇ ਵਿੱਚ ਨਹੀਂ, ਇਹ ਸਿਰਫ ਅਮੀਰਾਂ ਦੀ ਗੌਰਮੈਂਟ ਆ। ਸਿਰਫ ਇਹ ਅਮੀਰਾਂ ਨੂੰ ਉਪਲਿਫਟ ਕਰਨਾ ਚਾਹੁੰਦੀ ਆ। ਇਹਨਾਂ ਨੇ ਹਰੇਕ ਚੀਜ਼ ਜਿਹੜੀ ਆਪਣੇ ਕੰਟਰੋਲ ਦੇ ਵਿੱਚ ਲੈ ਲਈ ਹੈ। ਇਸ ਵੇਲੇ ਜਿਹੜਾ ਜੁਡੀਸ਼ਰੀ ਆ, ਪੁਲਿਸ ਮਹਿਕਮਾ ਆ, ਈਵਨ ਮਿਲਟਰੀ ਤੱਕ ਇਹਨਾਂ ਦੇ ਕੋਲ ਆ। ਕਰੋੜਾਂ ਹੀ ਲੋਕ ਇਹਨਾਂ ਦੇ RSS ਦੇ ਬੰਦੇ ਭਰਤੀ ਆ। ਉਹ ਕਹਿੰਦੇ ਸਾਨੂੰ 3 ਘੰਟੇ ਦੇ ਦਿਓ ਕਿ ਅਸੀਂ ਇਹਨਾਂ ਲੋਕਾਂ ਦਾ ਸਫਾਇਆ ਕਰ ਦੇਵਾਂਗੇ। ਇਹ ਲੋਕ ਸਾਡਾ ਸਫਾਇਆ ਕਰਨ ਤੇ ਤੁਲੇ ਆ। ਤਾਂ ਇਸ ਕਰਕੇ ਸਾਡੇ ਸਮਾਜ ਨੂੰ ਚਾਹੀਦਾ ਕਿ ਇਹ ਜਿਹੜੀ ਸਰਕਾਰ ਇਹਨੂੰ ਬਦਲਣਾ ਚਾਹੀਦਾ। ਤੇ ਜੈ ਭੀਮ ਜੈ ਭਾਰਤ ਜੀ, ਤੁਹਾਡਾ ਟਾਈਮ ਦੇਣ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਅੱਛੇ ਮੁੱਦੇ ਲੈ ਕੇ ਤੁਸੀਂ ਆਉਂਦੇ ਆ, ਇਸੇ ਤਰ੍ਹਾਂ ਲੈ ਕੇ ਆਉਂਦੇ ਰਹੋ। ਥੈਂਕ ਯੂ। ਜੈ ਭੀਮ ਨੋ ਬੁੱਧਾਏ। ਮੈਂ ਗੱਲ ਕਰ ਰਿਹਾ ਸੀਗਾ ਕਿ ਜ਼ਾਤ ਦੇ ਵਿੱਚ ਜ਼ਾਤ, ਉਹਦਾ ਕਾਰਨ ਇਹ ਹੈ ਕਿ ਤੁਸੀਂ ਮੈਜੋਰਟੀ ਨਾ ਬਣ ਸਕੋ। ਮੈਂ ਸਵੇਰੇ ਸੁਣ ਰਿਹਾ ਸੀਗਾ ਜਿਹੜੇ ਠਾਕਰ, ਇਹ ਜਿਹੜੇ ਚਾਰੇ ਕ੍ਰਿਮੀਨਲ ਲੜਕੇ ਸੀ, ਉਹ ਠਾਕਰ ਤੇ ਜਿਹੜਾ DM ਕਲੈਕਟਰ ਜਿਹੜਾ ਏਰੀਏ ਦਾ, ਉਹ ਵੀ ਠਾਕਰ ਆ, ਜੋਗੀ ਵੀ ਠਾਕਰ ਆ, ਜਿਹੜੇ ਡਾਕਟਰਾਂ ਨੇ ਉਹਦੀ ਸੰਭਾਲ ਕੀਤੀ ਉਹ ਵੀ ਠਾਕਰ ਆ, ਜਿਹੜਾ ਉੱਥੇ SP ਆ ਉਹ ਵੀ ਠਾਕਰ ਆ, ਜਿਹੜਾ DIP ਜੋ ਹੈ ਉਹ ਵੀ DGP ਜਿਹੜਾ ਹੈਗਾ ਉਹ ਵੀ ਠਾਕੁਰ ਆ, ਉਹ ਟੀਮ ਹੈ। ਹਾਂਜੀ, ਹੈਲੋ ਜੀ, ਕੋਟ ਕਿੱਥੋਂ ਦਾ ਸਵਾਗਤ ਹੈ ਤੁਹਾਡਾ? ਹਾਂਜੀ ਮੇਹਰ ਸਾਹਿਬ, ਜੈ ਗੁਰਦੇਵ ਜੀ, ਮੈਂ ਬੋਲ ਰਿਹਾ ਜੀ। ਹਾਂਜੀ, ਕੀ ਕਹਿਣਾ ਚਾਹੁੰਦੇ ਅੱਜ? ਤੇ ਮਲਹੋਤਰਾ ਸਾਹਿਬ, ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਆਏ ਆ, ਤੁਹਾਨੂੰ ਵੀ ਬੜੀ ਹਮਦਰਦੀ ਹੈ, ਦੁੱਖ ਹੈ ਕਿ ਬੇਇਨਸਾਫੀ ਸਾਡੇ ਦੇਸ਼ 'ਚ ਹੋ ਰਹੀ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਉਹ ਜਿਹੜੀ ਲੜਕੀ ਹਾਥਰਸ ਦੇ ਵਿੱਚ ਜਿਹਦਾ ਮਰਡਰ ਹੋਇਆ, ਉਹ ਆਪਣੀ ਭਾਰਤ ਦੀ ਲੜਕੀ ਆ, ਉਹਨੂੰ ਕਿਸੇ ਵੀ ਜਾਤ ਦੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ। ਔਰ ਕੋਈ ਵੀ ਉਹਨੂੰ ਦਲਿਤ ਲੜਕੀ ਨਾ ਕਵੇ। ਮੇਰੇ ਦਿਲ ਦਾ ਯਾਨੀ ਦਿਲ ਨੂੰ ਬਹੁਤ ਦੁੱਖ ਲੱਗਦਾ ਹੈ ਜਦੋਂ ਸਭ ਕੁਝ ਹੋਈ ਜਾਤ ਪਾਤ ਤੇ ਰਿਹਾ ਆ। ਔਰ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਇਸ ਵੇਲੇ ਉਹਨਾਂ ਲੋਕਾਂ ਦੀ ਆ ਜਿਹੜੀ ਕਿ ਸਾਰੇ ਦੇਸ਼ ਦੇ ਵਿੱਚ ਇੱਕ ਕੋਈ ਐਸਾ ਰਾਜ ਲਿਆਉਣਾ ਚਾਹੁੰਦੀ ਆ ਜਿਹਦੀ ਕਿ ਦੁਨੀਆ ਉਹਨੂੰ ਐਕਸੈਪਟ ਨਹੀਂ ਕਰ ਸਕਦੀ। ਉਹ ਡੈਮੋਕ੍ਰੇਸੀ ਨਹੀਂ ਰਹੇਗੀ। ਔਰ ਜੋ ਦੁੱਖ ਹੈ, ਜੋ ਦਰਦ ਹੈ, ਲੱਗ ਵੀ ਰਿਹਾ ਕਿ ਇਨਸਾਫ ਉੱਥੇ ਨਹੀਂ ਹੋਣਾ, ਕਿਉਂਕਿ ਮਾਪਿਆਂ ਉੱਤੇ ਬਹੁਤ ਜ਼ੋਰ ਪਾਇਆ। ਜਿਸ ਤਰ੍ਹਾਂ ਮੇਹਰ ਸਾਹਿਬ ਨੇ ਕਿਹਾ ਕਿ ਰਾਜ ਰਤਨ ਨੇ ਵੀ ਕਿਹਾ ਕਿ ਉਹਨੂੰ ਲੱਗ ਰਿਹਾ ਕਿ ਇਸ ਗੱਲ ਨੂੰ ਨਹੀਂ ਪੂਰੀ ਤਰ੍ਹਾਂ ਬਦਲ ਦੇਣਾ ਆ। ਔਰ ਮੈਂ ਤੁਹਾਨੂੰ ਪਤਾ ਕਿ ਕਵਿਤਾ ਲਿਖ ਕੇ ਹੀ ਗੱਲ ਕਰਦਾ ਆ। ਜੇ ਤੁਸੀਂ ਮੇਰੀ ਇਹ ਕਵਿਤਾ ਇਹ ਸੁਣੋਗੇ, ਇਹਦੇ ਵਿੱਚ ਮੈਂ ਆਪਣੇ ਜੋ ਕੁਝ ਹੋ ਰਿਹਾ ਆ ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਆ। ਜੇਕਰ ਤੁਹਾਡੇ ਕੋਲ ਸਮਾਂ ਹੈ ਤਾਂ ਮੈਂ ਬੋਲੂੰਗਾ, ਜੇ ਨਹੀਂ ਤਾਂ ਫਿਰ
नहीं अज ये बड़ा दर्दनाक हादसा है। मैं ਉਹਦੇ ਵਿੱਚ ਇਹੀ ਆ ਰਹੀ ਹੈ ਹਰ ਗੱਲ, ਜੋ ਦਰਦਨਾਕ ਹਾਦਸਾ ਹੋਇਆ ਨਾ ਉਹੀ ਹਰ ਗੱਲ ਇਹਦੇ ਵਿੱਚ ਆ ਮੇਰੀ ਕਵਿਤਾ 'ਚ। ਚਲੋ जब ਤੁਸੀਂ ਸੁਣੋਗੇ और फिर सोचना कि असलियत है कि मेरे देश की। चलो करो जी। हुण मैनू अपने दिल तो कोई रोशनी नहीं मिलती, हुण मेरे मन की कोयल कली कूक नहीं खिलती। क्यों तुसी पूछोगे काते? कि एक खुदाई वसदी है चले दिल च, मेरे अरमान फुट गए जी दे। शेख दिल की उजड़ी बस्ती अजकल नूरी तरंगा की जिणक नहीं टहलती। रोज तकदा हाँ किन्ने बुझ रहे जीवे मामा खोंदिया कबरू पुत मरजीबड़े ओ नहते तारां दे फटकांदे हथ पैर कटवांदे तोबा सरकार द्वारे रूह कंसोल नहीं सी। कुण वांगर खा जाएगी जिंद मेरी नित मासूम बच्चियां दी बेटियां दी आबरू जो लुटी जा रही। आही बात है, एक दी गल नहीं हो। हर रोज थानू पता भी किन्ने उत्थे रेप्स हुंदे आ, किन्ने मर्डर हुंदे आ, की कुछ हो रहा, यही हो रहा ना, यही आपां गल करनी आ। कुण वांगर खा जाएगी जिंद मेरी नित मासूम बेटियां दी आबरू जो लुटी जा रही। कोई रावण वर्गा वीर नहीं दीदा जो रखवाली कर सके सरूफ नखा जियां अबलामा दी। लगदा नहीं जेकर नौजवान को है ना ऐसे होण ਜਿਹੜੇ ਕਿ ਜਿੱਥੇ ਵੀ ਕੋਈ ਜ਼ੁਲਮ ਹੁੰਦਾ ਉੱਥੇ ਖੜ ਜਾਣ। ਵੰਡ ਕਾਣੀ ਇਨਸਾਨਾਂ ਤੇ ਜ਼ੁਲਮ ਢਾ ਰਹੀ, ਇੱਕ ਨੂੰ ਹਾਕਮ ਤੇ ਇੱਕ ਨੂੰ ਗੁਲਾਮ ਬਣਾ ਰਹੀ। ਇਹ ਲੋਕਤੰਤਰ ਕਿਹਾ ਜਿੱਥੇ ਪੁਸ਼ਤ ਦਰ ਪੁਸ਼ਤ ਇੱਕੋ ਕੁਣਬਾ ਰਾਜ ਕਰਦਾ ਰਿਹਾ। ਵਾਹ ਇਹ ਲੋਕ ਰਾਜ ਕਿਹੜੀ ਇਹ ਤਸਵੀਰ ਹੈ ਅਜ਼ਲ ਦੀ। ਕਿਹਨੂੰ ਯਾਦ ਹੈ ਸੰਵਿਧਾਨ ਨਿਰਮਾਤਾ ਦੇ ਬੋਲ ਕਿ ਹੱਥ ਨਾ ਆ ਜਾਏ ਮੇਰਾ ਇਹ ਬੋਲ, ਯਾਨੀ ਸੰਵਿਧਾਨ ਖੂੰਖਾਰਾਂ ਦੀ ਚੋੜ। यही हो गया है। डॉक्टर अम्बेडकर ने कहा सी कि जेकर मेरा संविधान जो मैं दिता है एक खूंखारा दे हाथ आ गया तो थोड़ी यही ते तेही हो जाएगी। जो हो गए हो रहा, किनू याद है संविधान निर्माता दे बोल के हाथ ना आ जाए एक बोल खूंखारा दी चोट। ओ बसा का कहर मचाउणगे, मनुवाद मुड़ बसाउणगे। हो रहा कि नहीं? मनुवाद आगे आया, ऊंच नीच ਰਹਿਣੀਆਂ ਗੱਲਾਂ ਨਾ ਬੀਤੇ ਕੱਲ ਦੀ ਗੱਲ ਹੀ ਅੱਜ ਹੋ ਰਿਹਾ ਆ। ਖੁਸ਼ ਕਰੋ ਅਛੂਤ ਭਰਾਓ, ਕੀ ਮਜਾਲ ਹੈ ਕਿ ਤੁਸੀਂ ਜੀ ਸਕੋਗੇ ਗੌਰਬਾਨਾ ਸ਼ਾਹੋ ਜਲਾਲ ਜ਼ਿੰਦਗੀ। ਇਹ ਭਾਰਤ ਤਾਂ ਰਹੇਗਾ ਬਣ ਕੇ ਗੁਲਾਮਾਂ ਦੀ ਗੁਲਾਮ ਦੁਨੀਆ। ਕੌਣ ਰੋਕ ਪਾਏਗਾ? ਵੰਡ ਬਾਅਦ ਇਹ ਸਰਗਰਮੀਆਂ ਇਹ ਹਿੰਦੂਇਜ਼ਮ ਦਾਸਤਾ ਹੈ ਅਸਲ ਦੀ। ਜੋ ਕਰ ਰਿਹਾ ਜੋਗੀ ਹੈ ਨਾ ਹੁਣ ਕਿਹਾ ਸੀ 23 ਤੱਕ ਮੈਂ ਇੱਥੇ ਹਿੰਦੂਇਜ਼ਮ ਲੈ ਆਉਂਗਾ। ਇਹ ਹੋ ਰਿਹਾ ਹੈ। ਪਿਆਰਾ ਆਖੇ ਬਣਨਾ ਨਹੀਂ ਜੁਰਬਾਨਿਆਂ ਤੁਹਾਡੇ ਰੱਖੇ ਅਛੂਤ ਭਰਾਓ, ਮਤ ਇਹਨਾਂ ਦੇ ਮੁਰਦੇ ਉਠਾਓ। ਮਰੀ ਹੋਈ ਗਾਂ ਜਾਂ ਗੰਦੇ ਕੰਮਾਂ ਨੂੰ ਹੱਥ ਵੀ ਨਾ ਲਾਓ। ਇਹਨਾਂ ਨੂੰ ਕਰਨ ਦਿਓ ਵੀ ਤੁਸੀਂ ਕਰੋ। ਇਹਦਾ ਜਵਾਬ ਪੱਥਰ ਚਕਾਓ ਹੈ ਗੱਲ ਅਕਲ ਦੀ। ਇਸ ਤਰ੍ਹਾਂ ਇਹਨਾਂ ਨੂੰ ਜਵਾਬ ਦੇਣਾ ਪੈਣਾ। ਇਨਸਾਫ ਮਿਲਣਾ ਨਹੀਂ ਹੈ ਜਦ ਤੱਕ ਤੁਸੀਂ ਇਨਸਾਫ ਜਿਸ ਤਰ੍ਹਾਂ ਕਿ ਸਾਡੇ ਡਾਕਟਰ ਸਾਹਿਬ ਕਹਿੰਦੇ ਹੁੰਦੇ ਆ ਕਿ ਇਹਨਾਂ ਨੂੰ ਆਪਣੇ ਆਪ ਉੱਠਣਾ ਪੈਣਾ, ਇਨਕਲਾਬ ਲਿਆਉਣਾ ਪੈਣਾ। ਆਪਣੇ ਹੱਕ ਕਿਸੇ ਨੇ ਇਹਨਾਂ ਨੂੰ ਦੇਣੇ ਨਹੀਂ ਹੋ, ਇਹਨਾਂ ਨੇ ਆਪਣੇ ਹੱਕ ਆਪ ਲੈਣੇ ਆ। ਇਸੇ ਤਰ੍ਹਾਂ ਸਾਡੇ ਜਿਹੜੇ ਸ਼ਹੀਦ ਹੋ ਕੇ ਗਏ ਆ ਉਹ ਵੀ ਸਾਨੂੰ ਕਹਿ ਕੇ ਗਏ। ਸੋ ਥੈਂਕ ਯੂ ਤੁਹਾਡਾ ਸਮਾਂ ਦੇਣ ਦਾ ਬਹੁਤ ਧੰਨਵਾਦ। ਜੈ ਗੁਰਦੇਵ ਜੈ ਭੀਮ ਜੀ। ਪਿਆਰਾ ਰਾਮ ਬੰਗੜ ਜੀ ਆਪਣੇ ਜਜ਼ਬਾਤ ਕਵਿਤਾ ਦੇ ਜ਼ਰੀਏ ਪੇਸ਼ ਕਰਕੇ ਗਏ ਆ। ਆਪਾਂ ਹਾਲਾਤ ਦੇ ਮੁਤਾਬਕ ਮੈਂ ਗੁਜ਼ਾਰਿਸ਼ ਕਰਦਾ ਕਿਉਂਕਿ ਬੰਗੜ ਸਾਹਿਬ ਆਪਾਂ ਸਾਰੇ ਜਾਣਦੇ ਹੋ ਕਵੀ ਆ ਔਰ ਹਰ ਵੱਖਰੀ ਛੋਟੇ ਕਵਿਤਾਵਾਂ ਲੈ ਕੇ ਉਹ ਪੇਸ਼ ਕਰਦੇ। ਉਹਨਾਂ ਦਾ ਇਹ ਨਜ਼ਰੀਆ ਕਿ ਉਹ ਕਵਿਤਾ ਦੇ ਜ਼ਰੀਏ ਆਪਣੀ ਫੀਲਿੰਗ ਆਪਾਂ ਨਾਲ ਸ਼ੇਅਰ ਕਰਦੇ ਆ, ਬਹੁਤ ਵਧੀਆ ਗੱਲ ਆ। ਉਹਨਾਂ ਦਾ ਮੈਂ ਥੈਂਕ ਯੂ ਕਰਦਾ। ਆਪਾਂ ਜਦੋਂ ਨਾ ਬਹੁਤ ਸਾਰੇ ਇੱਦਾਂ ਦੇ ਪ੍ਰੋਗਰਾਮ ਦੇ ਬਹੁਤ ਸਾਰੇ ਲੋਕ ਕਿਉਂਕਿ ਸਾਡੇ ਕੋਲ ਦਰਜਨ ਦੇ ਹਿਸਾਬ ਨਾਲ ਟੈਲੀਫੋਨ ਲਾਈਨਸ ਨਹੀਂ ਹੈਗੀਆਂ ਇਸ ਥੋੜਾ ਟਾਈਮ ਦਾ ਖਿਆਲ ਰੱਖਣਾ। ਹੈਲੋ ਜੀ, ਕੌਣ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਜੈ ਗੁਰਦੇਵ ਜੈ ਭੀਮ। ਨਾਮੋ ਬੁੱਧਾ। ਮੈਂ ਤੁਹਾਨੂੰ ਦੋਨਾਂ ਨੂੰ ਪ੍ਰਣਾਮ ਤਾਂ ਕਾਂਸੀ ਟੈਲੀਵਿਜ਼ਨ ਨੂੰ ਪ੍ਰਣਾਮ। ਥੈਂਕ ਯੂ। ਕਹਿਣੇ ਆਏ ਭਰਾ ਤਾਂ ਬਹੁਤ ਕਹਿ ਗਏ। ਇਹ ਜੋ ਕੁਝ ਹੋਇਆ ਸਾਰੇ ਭਾਰਤ ਨਾਲ ਹੋਇਆ, ਇਕੱਲੇ ਗਰੀਬਾਂ ਅਮੀਰਾਂ ਦਾ ਨਾਂ ਨਹੀਂ ਇਹਦੇ ਵਿੱਚ। ਮੈਂ ਇਹ ਪੁੱਛਿਆ ਜਿਹਨੇ ਇਹਦੀ ਬੇਟੀ ਨਾਲ ਕੀਤੀ ਵੀ ਤਾਂ ਘਰ ਮਾਂ ਭੈਣ ਆਊਗੀ,
ਉਹ ਵੀ ਤਾਂ ਕੋਈ ਮਾਂ ਦਾ ਹੀ ਪੁੱਤ ਹੋਊਗਾ, ਰੱਬ ਤਾਂ ਉਦਾਂ ਨਹੀਂ ਆ ਗਿਆ ਉੜ ਕੇ। ਮੈਂ ਹੱਥ ਜੋੜਦੀ ਆ, ਇੱਜ਼ਤ ਦੀ ਰਾਖੀ ਕਰੋ। ਜੇ ਭਾਰਤ ਬਚਾਉਣਾ ਆ, ਇਹ ਭਾਰਤ ਅੱਜ ਪਾਪੀਆਂ ਦੇ ਹੱਥਾਂ ਵਿੱਚੋਂ ਜੇ ਖੋਣਾ ਤੇ ਇਨਸਾਨੀਅਤ ਫੜੋ, ਉਦੋਂ ਬਸ। ਇਹਦੇ ਨਾਲੋਂ ਵੱਡਾ ਕੋਈ ਨਹੀਂ, ਨਾ ਇੱਥੇ ਕੋਈ ਜਾਤ ਆ ਨਾ ਪਾਤ ਆ। ਇੱਕ ਇੱਜ਼ਤ, ਇੱਕ ਧੀ, ਇੱਕ ਇਨਸਾਨੀਅਤ, ਇੱਕ ਆਪਣਾ ਰੱਬ। ਜੈ ਭੀਮ, ਨਾ ਮੁਕਤ। ਜੈ ਭੀਮ ਜੀ। ਮਿਸਿਸ ਰੱਤੂ ਕੇ ਇਹਨਾਂ ਨੇ ਆਪਣੇ ਵਿਚਾਰ ਕੀਤੇ। ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਭਈ ਚੀਫ ਮਿਨਿਸਟਰ ਤੋਂ ਲੈ ਕੇ ਪੁਲਿਸ ਅਫਸਰ ਤੱਕ ਉਹ ਸਾਰੇ ਉਸੇ ਹੀ ਕਲਾਸ ਦੇ ਬੰਦੇ, ਸਾਰੇ ਉਹਨਾਂ ਦੀ ਮਰਜ਼ੀ ਹੈ ਉਹ ਕਿਸੇ ਦੀ FIR ਦਰਜ ਕਰਨ, ਉਹਨਾਂ ਦੀ ਮਰਜ਼ੀ ਆ ਕਿਸੇ ਦੀ ਮੈਡੀਕਲ ਉਹ ਕਰਨ ਜਾਂ ਨਾ ਕਰਨ, ਉਹਨਾਂ ਦੀ ਮਰਜ਼ੀ ਆ ਤੁਹਾਡੀ ਗੱਲ ਸੁਣ ਜਾਂ ਨਾ ਸੁਣ। ਇਸ ਕਰਕੇ ਜਿਹੜਾ ਦਲਿਤ ਸਮਾਜ ਆ ਉਹ ਇਸ ਲਈ ਬਹੁਤ ਅੰਡਰ ਪ੍ਰੈਸ਼ਰ ਔਰ ਡਰਿਆ ਹੋਇਆ ਹੈ। ਕਾਲ ਆਈ, ਆਪਾਂ ਕਾਲ ਲਈ। ਹੈਲੋ ਜੀ, ਕੌਣ ਕਿੱਥੋਂ ਬੋਲਦੇ? ਸਵਾਗਤ ਤੋਂ ਥੋੜਾ ਜਿਹਾ ਬਹੁਤ ਬਹੁਤ। ਹੈਲੋ ਹੈਲੋ, ਜੈ ਗੁਰਦੇਵ ਜੀ। ਜੈ ਗੁਰਦੇਵ, ਜੈ ਭੀਮ ਜੀ। ਕੌਣ ਕਿੱਥੋਂ ਬੋਲਦੇ? ਮੈਂ ਵਿਦਿਆ ਬ੍ਰੈਡਫੋਰਡ ਤੋਂ ਬੋਲ ਰਹੀ ਹਾਂ। ਸਵਾਗਤ ਹੈ ਤੁਹਾਡਾ ਬਹੁਤ। ਕੀ ਕਹਿਣਾ ਚਾਹੁੰਦੇ ਅੱਜ? ਮੈਂ ਇਹ ਕਹਿਣਾ ਚਾਹੁੰਦੀ ਸੀ ਵੀ ਪਰਸੋਂ ਦਾ ਜੋ ਸੁਣਿਆ ਨਾ ਹੈਪਨ ਹੋਇਆ, ਇਹ ਬਹੁਤ ਦਿਲ ਨੂੰ ਦੁੱਖ ਹੋਇਆ। ਅਸੀਂ ਕਿਸੇ ਨੂੰ ਬਲੇਮ ਦੇਣ ਤੋਂ ਪਹਿਲਾਂ ਤਾਂ ਸਾਡਾ ਆਪਣਾ ਹੀ ਕਸੂਰ ਆ। ਉਹ ਮੇਰੀਆਂ ਵੀਰਾਂ, ਮੇਰੀਆਂ ਭੈਣਾਂ ਨੂੰ ਮੈਂ ਇਹ ਇਹੀ ਬੇਨਤੀ ਕਰਨੀ ਚਾਹੁੰਦੀ ਹਾਂ ਵੀ ਅਸੀਂ ਆਪਣਾ ਸੰਘਰਸ਼ ਕਰੀਏ, ਅਸੀਂ ਆਪ ਇਕੱਠੇ ਹੋਈਏ ਤੇ ਅਸੀਂ ਆਪ ਇਹ ਮੁਕਾਬਲਾ ਇਹਨਾਂ ਦਾ ਕਰ ਸਕਦੇ ਹਾਂ, ਗੌਰਮੈਂਟ ਨੂੰ ਬਦਲ ਸਕਦੇ ਹਾਂ। ਇਹ ਸਾਡਾ ਹੀ ਕਸੂਰ ਆ, ਇਹ ਉਹਨਾਂ ਦਾ ਗੌਰਮੈਂਟਾਂ ਦਾ ਇੰਨਾ ਕਸੂਰ ਨਹੀਂ ਜਿੰਨਾ ਸਾਡਾ ਆ। ਤੇ ਮੇਰੇ ਤੋਂ ਝੱਲ ਨਹੀਂ ਹੁੰਦੀ ਇਹ ਗੱਲ। ਪਾਸੋਂ ਦੀ ਦੇਖੀ ਆ, ਅੱਖਾਂ ਦੇ ਵਿੱਚ ਉਹ ਸੀਨ ਦਿਸਦਾ ਆ, ਜਿਹੜੇ ਕਲਿੱਪ ਦੇਖੀ ਆ, ਤੇ ਇੰਨਾ ਦੁੱਖ ਆ ਵੀ ਬਾਕੀ ਭੈਣਾਂ ਨੂੰ ਵੀ ਫੋਨ ਕੀਤੇ। ਅਸੀਂ ਹਰ ਸੇਵਾ ਲਈ ਤਿਆਰ ਆ ਤੇ ਸਾਨੂੰ ਅਸੀਂ ਕਰੂੰਗੇ ਵੀ। ਜਿੱਥੇ ਕਿਤੇ ਜਾਣ ਦੀ ਵੀ ਲੋੜ ਪਵੇ ਅਸੀਂ ਉੱਥੇ ਵੀ ਜਾਣ ਨੂੰ ਤਿਆਰ ਆ, ਸਾਨੂੰ ਦੱਸਿਓ। ਤੇ ਬਸ ਮੈਂ ਇਹ ਕਹਿਣਾ ਚਾਹੁੰਦੀ ਸੀ ਕਰਕੇ ਸਾਨੂੰ ਬਹੁਤਾ ਸਮਾਂ ਵੀ ਨਹੀਂ ਲੈਣਾ ਚਾਹੀਦਾ। ਬਹੁਤ ਸਾਰੇ ਦੁਖੀ ਹਿਰਦਾ ਲੈ ਕੇ ਬੈਠੇ ਆ, ਸਾਰੇ ਫੋਨ ਕਰਨਾ ਚਾਹੁੰਦੇ ਆ ਤੇ ਅਸੀਂ ਸਾਰਿਆਂ ਦੀ ਸੁਣਨਾ ਵੀ ਚਾਹੁੰਦੇ ਆ, ਪਰ ਅਸੀਂ ਇੱਕ ਦੂਜੇ ਦਾ ਸਾਥ ਦੇਈਏ। ਮੇਰੀ ਇਹ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਦੇ ਭੈਣਾਂ ਭਰਾਵਾਂ ਦੇ ਅੱਗੇ, ਮੇਰੀਆਂ ਭੈਣਾਂ ਜਿਹੜੀਆਂ ਉਹ ਵੀ ਜਾਗਣ ਤੇ ਮੇਰੇ ਭਰਾ ਵੀ ਜਾਗਣ। ਅਸੀਂ ਇੱਕ ਹੋਈਏ, ਗੁਰਦੁਆਰਿਆਂ ਵਾਲੇ ਜਾਗਣ, ਸਾਰੇ ਇੱਕ ਹੋਣ ਤੇ ਮੁਕਾਬਲਾ ਕਰਨ ਇਹਨਾਂ ਦਾ ਜਿਨ੍ਹਾਂ ਨੇ ਆਹ ਹਾਲ ਕੀਤਾ ਆ ਲੜਕੀ ਦਾ। ਤੇ ਸਾਡੇ ਖੜੇ ਕਿੰਨਿਆਂ ਦੇ ਵੀ ਕਰਨੇ ਆ। ਬਸ ਮੇਰੀ ਜੈ ਗੁਰਦੇਵ, ਧੰਨਵਾਦ। ਥੈਂਕ ਯੂ ਵੈਰੀ ਮਚ। ਇੱਕ ਗੱਲ ਜਿਹੜੀ ਭੈਣ ਜੀ ਨੇ ਕੀਤੀ ਆ ਕਿ ਅਸੀਂ ਖੁਦ ਕਸੂਰਵਾਰ ਨਹੀਂ, ਇਸ ਗੱਲ ਨਾਲ ਮੈਂ ਸਹਿਮਤ ਨਹੀਂ ਹੈ। ਜਿਹੜੀਆਂ ਸਰਕਾਰਾਂ ਆ, ਸਰਕਾਰਾਂ ਦੀ ਡਿਊਟੀ ਬਣਦੀ ਆ ਉਹ ਜਿਹੜੇ ਇਲਾਕੇ ਵਿੱਚ ਜਿਹੜੀ ਉਹਨਾਂ ਦਾ ਆਫਿਸਰ ਹੈਗੇ ਆ ਉਹ ਆਪਣੇ ਵਸਿੰਦਿਆਂ ਦੀ, ਆਪਣੇ ਏਰੀਏ ਦੀ ਰਖਵਾਲੀ ਕਰਨ। ਜਿਹੜਾ ਵਿਧਾਨ ਆ, ਜਿਹੜੇ ਕਾਨੂੰਨ ਆ ਉਹ ਇਸੇ ਕੰਮ ਲਈ ਹੁੰਦੇ ਆ ਵੀ ਕੋਈ ਕਿਸੇ ਦੇ ਨਾਲ ਬੇਇਨਸਾਫੀ ਨਾ ਹੋਵੇ। ਬਾਕੀ ਜਿਹੜੀ ਕਸੂਰ ਦੀ ਗੱਲ ਹੈਗੀ ਆ ਕਿ ਵੋਟਾਂ ਅਸੀਂ ਪਾਤੀਆਂ, ਉਹਨਾਂ ਨੂੰ ਬਣਾਤਾ, ਇਹਦੇ ਵਿੱਚ ਹੀ ਬਹੁਤ ਕੁਛ ਘਪਲਾ ਹੋਇਆ। ਤੇ ਇਲੈਕਸ਼ਨ ਦੌਰਾਨ 'ਚ ਕਿੰਨਾ ਕੁਛ ਹੁੰਦਾ, ਲੋਕ ਆਪਣੀ ਮਰਜ਼ੀ ਨਾਲ ਵੋਟ ਪਾਉਂਦੇ ਆ, ਕਿਸੇ ਨੂੰ ਕੋਈ ਪਰਸਨਲ ਫਾਇਦਾ ਹੁੰਦਾ ਇਸ ਕਰਕੇ ਹੁੰਦੇ। ਲੇਕਿਨ ਆਹ ਜਿਹੜਾ ਤਸ਼ੱਦਦ ਹੋ ਰਿਹਾ ਇਹਦੇ ਨਾਲ ਇਲੈਕਸ਼ਨ ਦਾ ਬਾਹਲਾ ਸੰਬੰਧ ਨਹੀਂ ਹੈ। ਇਸ ਲਈ ਸਾਨੂੰ ਇਹ ਚਾਹੀਦਾ ਕਿ ਬਈ ਜਿਹੜੀ ਅਸਲ ਗੌਰਮੈਂਟ ਠੀਕ ਗੌਰਮੈਂਟ ਚੇਂਜ ਨਹੀਂ ਕਰ ਸਕਦੇ, ਲੇਕਿਨ ਅਸੀਂ ਉਹਨਾਂ 'ਤੇ ਬਾਹਰੋਂ ਪ੍ਰੈਸ਼ਰ ਪਾ ਸਕਦੇ ਹਾਂ ਕਿ ਲੋਕਾਂ ਦੇ ਨਾਲ ਜਿਹੜੀ ਬੇਇਨਸਾਫੀ ਆ ਉਹ 'ਤੇ ਨਹੀਂ ਹੋਣੀ ਚਾਹੀਦੀ, ਔਰ ਬਾਹਰੋਂ ਪ੍ਰੈਸ਼ਰ ਪਾ ਕੇ ਗੌਰਮੈਂਟ ਨੂੰ ਅਸੀਂ ਮਜਬੂਰ ਕਰ ਸਕਦੇ ਹਾਂ ਕਿ ਵੀ ਉਹ ਐਕਸ਼ਨ ਲੈਣ। ਔਰ ਉਹ ਜਿਹੜੇ ਬੱਚੇ ਆ ਉਹਨਾਂ ਨੂੰ ਜਿਹੜੇ ਕ੍ਰਿਮੀਨਲ ਬੱਚੇ ਮੈਂ ਕਹੂੰਗਾ ਉਹ ਠਾਕਰ ਪਵਾ ਚੋਂ, ਔਰ ਉਹਨਾਂ ਨੂੰ ਕਿਉਂਕਿ ਜਾਂ ਫਾਂਸੀ ਦਾ ਉਹਨੂੰ ਇੱਕ ਵਾਰੀ ਪਾਸ ਕਰਤਾ, ਉਹਨਾਂ ਨੂੰ ਫਾਂਸੀ ਦੇਣੀ ਚਾਹੀਦੀ ਆ। ਔਰ ਜਿਹੜਾ ਕੋਲ ਹੈ। ਹੈਲੋ ਜੀ, ਕੌਣ ਕਿੱਥੋਂ ਬੋਲਦੇ ਸੀ? ਸਵਾਗਤ ਹੈ ਤੁਹਾਡਾ। ਹੈਲੋ ਹਾਂਜੀ, ਗੁਰਦਿਆਲ ਸੁਪਨ ਬੋਲ ਜੀ, ਲੰਡਨ ਤੋਂ। ਸਵਾਗਤ ਹੈ ਤੁਹਾਡਾ। ਕੀ ਕਹਿਣਾ ਚਾਹੁੰਦੇ? ਜੈ ਭੀਮ ਜੀ, ਠੀਕ ਠਾਕ ਜੀ ਸਭ? ਜੈ ਭੀਮ, ਮਿਹਰਬਾਨੀ ਜੀ। ਹਾਂਜੀ, ਇਹ ਬਾਤ ਜਿਹੜਾ ਵਿਸ਼ੇ ਤੇ ਗੱਲ ਕਰ ਰਹੇ ਹਾਂ, ਹਾਂਜੀ, ਬਹੁਤ ਵਧੀਆ ਵਿਸ਼ਾ ਤੁਸੀਂ ਚੱਕਿਆ। ਪਰ ਮੈਂ ਇੱਕ ਥੋੜੀ ਰਿਕੁਐਸਟ ਕਰਨਾ ਚਾਹੁੰਦਾ ਵੀ ਜਿਹੜਾ ਵੀ ਕਾਲਰ ਕਾਲ ਕਰੇ ਉਹਦਾ ਟਾਈਮ ਥੋੜਾ ਤੁਸੀਂ ਲਿਮਿਟ ਕਰੋ ਵੀ ਹੋਰ ਵੀ ਕਾਲਾਂ ਤੁਸੀਂ ਕਰ ਸਕੋ ਨਾ। ਥੈਂਕ ਯੂ, ਤੁਸੀਂ ਕਹਿ ਦਿੱਤਾ ਜੀ। ਤੇ ਮੈਂ ਇੱਕ ਮਸਲੇ ਤੇ ਗੱਲ ਇੱਦਾਂ ਕਰਨੀ ਚਾਹੁੰਦਾ ਵੀ ਜਿਹੜਾ ਇੰਡੀਆ ਦੇ ਵਿੱਚ ਇਹ ਸਰਕਾਰਾਂ ਸਾਡੇ ਲੋਕਾਂ ਨੇ ਚੁਣੀਆਂ ਨਾ,
ਉਹਨਾਂ ਦੀ ਫਿਲਾਸਫੀ ਜੇ ਅਸੀਂ ਪੜ੍ਹੀਏ ਤਾਂ ਉਹ ਬਿਲਕੁਲ ਔਰਤ ਤੇ ਸਾਡੇ ਦਲਿਤਾਂ ਦੇ ਖਿਲਾਫ ਆ। ਤੇ ਸਾਨੂੰ ਇਹ ਚਾਹੀਦਾ ਵੀ ਜਿਹੜੀਆਂ ਸਰਕਾਰਾਂ ਬੈਠੀਆਂ ਪੰਜਾਬ ਦੀਆਂ ਜਾਂ ਯੂਪੀ ਦੀਆਂ, ਇਹ ਜਿਹੜਾ ਰੇਪ ਦਾ ਕਾਨੂੰਨ ਆ ਇਹਦੇ ਵਿੱਚ ਸੋਧ ਕਰਕੇ ਇਹਨੂੰ ਥੋੜਾ ਸਖਤ ਕੀਤਾ ਜਾਵੇ ਵੀ ਲੋਕੀ ਇਹਨਾਂ ਚੀਜ਼ ਕਰਨ ਤੋਂ ਡਰਨ। ਠੀਕ ਹੈ ਜੀ। ਤੇ ਮੈਂ ਇੰਨਾ ਹੀ ਟਾਈਮ ਲੈਂਦਾ ਹੋਇਆ ਤੇ ਜੈ ਭੀਮ ਜੈ ਭਾਰਤ ਜੀ। ਜੈ ਭੀਮ ਜੈ। ਥੈਂਕ ਯੂ ਵੈਰੀ ਮਚ। ਬਹੁਤ ਅੱਛਾ ਡਾਕਟਰ ਸਾਹਿਬ, ਤੁਸੀਂ ਅਸਲ 'ਚ ਜਿਹੜੀ ਕਾਨੂੰਨ ਦੀ ਗੱਲ ਹੈਗੀ ਆ, ਸਖਤਾਈ ਹੋਣੀ ਚਾਹੀਦੀ, ਇਹ 'ਚ ਕੋਈ ਸ਼ੱਕ ਨਹੀਂ ਹੈ। ਕਈ ਵਾਰੀ ਮੈਨੂੰ ਲੱਗਦਾ ਹੈ ਕਿ ਜਿਹੜਾ ਕਾਨੂੰਨ ਹੈਗਾ ਜਦੋਂ ਕੇਸ ਚਲੇ ਵੀ ਜਾਂਦਾ ਹੈਗਾ ਉਹਨੂੰ ਬਹੁਤ ਟਾਈਮ ਲੱਗਦਾ। ਅੰਗਰੇਜ਼ੀ ਵਿੱਚ ਕਹਾਵਤ ਹੈਗੀ ਆ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਠੀਕ ਹੈ। ਅਤੇ ਇਸ ਕਰਕੇ ਜਿਹੜਾ ਹੈਗਾ ਕਈਆਂ ਬੰਦਿਆਂ ਵਿੱਚ ਇੰਨੀ ਸਮਰੱਥਾ ਵੀ ਨਹੀਂ ਹੁੰਦੀ ਵੀ ਕਾਨੂੰਨ ਦੀ ਲੜਾਈ ਲੜ ਸਕਣ ਉਹ। ਅਤੇ ਪਰ ਇਹਦੇ ਨਾਲ ਤੋਂ ਕਿ ਮੈਂ ਹੋਰ ਵੀ ਗੱਲ ਕਈ ਵਾਰੀ, ਕਿਉਂਕਿ ਇਮੋਸ਼ਨਲ ਹੋ ਕੇ ਨਹੀਂ ਮੈਂ ਗੱਲ ਕਰ ਰਿਹਾ, ਅਤੇ ਕਈ ਵਾਰੀ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਇੱਦਾਂ ਵੀ ਲੱਗਦਾ ਵੀ ਜਿਹੜੀ ਅਸਲੀ ਸਜ਼ਾ ਫੂਲਨ ਦੇਵੀ ਨੇ ਦਿੱਤੀ ਸੀ ਨਾ ਆਪਣੇ ਰੇਪਸ ਨੂੰ, ਵੀ ਜਾਣੀ ਕਿ ਬੰਦੂਕ ਨਾਲ ਅੜਾਤੇ ਸੀਗੇ। ਕੁਛ ਇਹੋ ਜਿਹਾ ਮਿਡਲ ਈਸਟ ਵਿੱਚ ਵੀ ਉਹ ਕਰਦੇ ਹੈਗੇ। ਪਿੱਛੇ ਜਿਹਾ ਕੇਸ ਸਾਊਦੀ ਅਰੇਬੀਆ ਵਿੱਚ ਇੱਕ ਬੱਚੀ ਨੂੰ ਜਾਣੀ ਕਿ ਕਿਸੇ ਨੇ ਰੇਪ ਕਰਤਾ ਅਤੇ ਉਹਨਾਂ ਨੇ ਉਹਦੇ ਹੱਥ ਤੇ ਪੈਰ ਬੰਨ੍ਹ ਕੇ ਗੋਲੀਆਂ ਸ਼ਰੇਆਮ ਮਾਰੀਆਂ। ਹੈਲੋ ਜੀ, ਕੌਣ ਕਿੱਥੋਂ ਬੋਲਦੇ? ਸਵਾਗਤ ਹੈ ਤੁਹਾਡਾ, ਵੈਲਕਮ। ਹੈਲੋ ਭਾਜੀ। ਹਾਂਜੀ, ਕੀ ਕਹਿਣਾ ਚਾਹੁੰਦੇ? ਪਹਿਲਾਂ ਕੌਣ ਤੇ ਦੱਸੋ, ਕੌਣ ਤੇ ਕਿੱਥੋਂ ਬੋਲਦੇ ਸੀ? ਮੈਂ ਪਰਮਿੰਦਰ ਬੋਲਦੀ ਹਾਂ ਜੀ, ਡਾਰਲਿਸਟਨ ਤੋਂ। ਅੱਛਾ ਜੀ, ਕੀ ਕਹਿਣਾ ਚਾਹੁੰਦੇ? ਪ੍ਰੋਗਰਾਮ ਦੇਖਦੀ ਤੁਹਾਨੂੰ ਦੋਨਾਂ ਭਰਾਵਾਂ ਨੂੰ ਜੈ ਗੁਰਦੇਵ। ਥੈਂਕ ਯੂ। ਆਹ ਜਿਹੜਾ ਹਾਦਸਾ ਹੋਇਆ ਇੰਡੀਆ ਦੇ ਵਿੱਚ, ਲੜਕੀ ਦੇ ਨਾਲ ਬਲਾਤਕਾਰ, ਬੜੇ ਦੁੱਖ ਦੀ ਇਹ ਘਟਨਾ ਆ। ਮਨ ਨੂੰ ਬੇਚੈਨ ਕਰ ਦਿੱਤਾ, ਚੀਰ ਕੇ ਰੱਖ ਦਿੱਤਾ। ਜਦ ਤੋਂ ਦੇਖਦੇ ਆਏ ਆ ਇਹ ਸਾਡੇ ਲੋਕਾਂ ਨਾਲ ਹੀ, ਗਰੀਬਾਂ ਨਾਲ ਹੀ ਕਿਉਂ ਹੁੰਦੀ ਹੈ, ਕੋਈ ਸਮਝ ਨਹੀਂ ਆਉਂਦੀ। ਪਰ ਹੁਣ ਤਾਂ ਆਪਾਂ ਭਰਾਵੋ ਰੋਟੀ ਵੀ ਚੰਗੀ ਈਸ਼ਵਰ ਦੀ ਸਤਿਗੁਰ ਦੀ ਕਿਰਪਾ ਦੇ ਨਾਲ ਖਾਂਦੇ ਆ, ਦੋ ਪੈਸੇ ਵੀ ਕੋਲ ਆ, ਘਰ-ਬਾਰ ਸਾਰਾ ਕੁਛ। ਇੱਕ ਵਾਰੀ ਹੰਬਲਾ ਮਾਰੋ ਸਾਰੇ ਰਲ ਕੇ, ਇੱਦਾਂ ਦੀਆਂ ਚੀਜ਼ਾਂ ਦੇ ਉੱਤੇ ਨੱਥ ਪੈ ਜਾਵੇ। ਜਿਹੜਾ ਕਿ ਉਹਨਾਂ ਨੂੰ ਲਾਲਚ ਦਿੰਦੇ 50 ਲੱਖ ਲੈ ਲਓ, 25 ਲੱਖ ਲੈ ਲਓ, ਇਹ ਗੱਲ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਨਹੀਂ। ਮੁੱਲ ਸਿਰਫ 25 ਲੱਖ ਜਾਂ 50 ਲੱਖ ਹੀ। ਅਗਰ ਇਹਨਾਂ ਦੀ ਕੋਈ ਧੀ ਭੈਣ ਹੋਵੇ ਤਾਂ ਅਸੀਂ ਉਹਦਾ ਮੁੱਲ ਸਾਰੇ ਜਣੇ 1 ਕਰੋੜ ਪਾ ਦਿੰਦੇ, ਸਾਨੂੰ ਦੇ ਦੇਣਗੇ ਆਪਣੀ ਭੈਣ ਦੀ ਇੱਜ਼ਤ। ਨਹੀਂ ਵੀਰਾ, ਕੋਈ ਨਹੀਂ ਦੇ ਸਕਦਾ। ਅਗਰ ਆਪਾਂ ਨੂੰ ਪੈਸੇ ਦੀ ਲੋੜ ਤਾਂ ਆਪਾਂ ਸਾਰੇ ਜਣੇ 2-2 ਪਾਉਂਡ ਵੀ ਇਕੱਠੇ ਕਰਕੇ ਤਾਂ ਹੰਬਲਾ ਮਾਰ ਦਈਏ, ਤਾਂ ਅਸੀਂ ਕਿਸੇ ਨਾਲੋਂ ਘੱਟ ਨਹੀਂ ਗੇ। ਮੇਰੇ ਭਰਾਵੋ, ਮੇਰੀ ਮਿਹਨਤ ਹੈ ਤੁਹਾਨੂੰ ਸਾਰਿਆਂ ਨੂੰ, ਇੱਕ ਵਾਰੀ ਹੰਬਲਾ ਮਾਰੋ ਕਿ ਜਿਹੜਾ ਸਾਡਾ ਦਿਲ ਚੀਰ ਜਾਂਦੀਆਂ ਭੈਣਾਂ ਭਰਾਵਾਂ ਦਾ, ਮਾਪਿਆਂ ਦਾ, ਇਹ ਮੁੜ ਕੇ ਕਿਸੇ ਹੋਰ ਦੇ ਨਾਲ ਨਾ ਹੋਵੇ। ਅੱਜ 4-5 ਦਿਨ ਹੋ ਗਏ, ਇੱਕ ਤਾਂ ਮੈਂ ਬਿਮਾਰ ਨਹੀਂ, ਇੱਕ ਇੱਦਾਂ ਦੀ ਨਿਊਜ਼ ਦੇਖ ਕੇ ਮੈਨੂੰ ਨੀਂਦ ਨਹੀਂ ਆਉਂਦੀ ਵੀ ਹੇ ਪ੍ਰਭੂ ਸਾਡੇ ਨਾਲ ਹੀ ਕਿਉਂ, ਸਤਿਗੁਰ ਜੀ ਸਾਡੇ ਲੋਕਾਂ ਨਾਲ ਹੀ ਕਿਉਂ। ਜੇ ਗਰੀਬੀ ਆ ਤਾਂ ਅਸੀਂ ਕੱਟਦੇ ਆ, ਅਸੀਂ ਮਿਹਨਤ ਕਰਦੇ ਆ, ਪਰ ਸਾਡੀ ਇੱਜ਼ਤ ਨੂੰ ਨਹੀਂ ਬਕਾਊ ਹੈਗੀ। ਸਾਡੀ ਇੱਜ਼ਤ ਬਕਾਊ ਨਹੀਂ ਵੀਰੋ। ਤੁਹਾਡੀ ਇੱਜ਼ਤ ਤਾਂ ਮੇਰੀ ਇੱਜ਼ਤ ਸਾਰਿਆਂ ਦੀ ਸਾਂਝੀ ਆ। ਅਮੀਰ ਹੋ ਗਏ, ਕੋਈ ਆਪਣੇ ਘਰ ਹੋ ਗਏ, ਵੰਡਦੇ ਨਹੀਂ ਫਿਰਦੇ। ਜੇ ਅਸੀਂ ਗਰੀਬ ਆ ਤਾਂ ਸਾਡੇ ਗੁਰੂ ਨੇ ਕਿਹਾ ਤਾਂ ਸਾਨੂੰ ਦੀ ਕਿਰਤ ਕਮਾਈ ਕਰਕੇ ਖਾਵੋ, ਪਰ ਅਸੀਂ ਇੱਜ਼ਤ ਤੇ ਹੱਥ ਨਹੀਂ ਪਾਉਣ ਦੇਣਾ। ਇਹਨਾਂ ਨੂੰ ਜਿੱਥੇ ਤੱਕ ਲਿਜਾ ਹੁੰਦਾ, ਮੋਰੇ ਸੰਸਥਾ ਆਪਣੀ ਆ, ਇਕੱਠੇ ਕਰਕੇ ਤੁਸੀਂ ਹੰਬਲਾ ਮਾਰੋ। ਜੇ ਤੁਹਾਨੂੰ ਪੈਸੇ ਦੀ ਜਿੱਥੇ ਤਾਈ ਲੋੜ ਹੈ, ਅਸੀਂ ਸਾਰੇ ਜਣੇ ਰਲ ਕੇ ਹੰਬਲਾ ਮਾਰਾਂਗੇ। ਥੈਂਕ ਯੂ ਵੈਰੀ ਮਚ। ਜੈ ਗੁਰਦੇਵ, ਧੰਨ ਗੁਰੂ। ਅਗਰ ਮੈਂ ਕੋਈ ਵਾਧੂ ਲਫ਼ਜ਼ ਕਹਿਤਾ ਹੋ ਤਾਂ ਮੈਂ क्षमा ਦੀ ਜਾਚਕਾਂ ਵੀਰੋ। ਥੈਂਕ ਯੂ ਵੈਰੀ। ਹਾਂ, ਜਿਸ ਤੱਕ ਆਪਾਂ ਨਾ ਕਾਨੂੰਨ ਦੀ ਗੱਲ ਕਰਦੇ ਹਾਂ, ਜਿਹੜਾ ਕਾਨੂੰਨ ਆਲਰੇਡੀ ਹੈਗਾ ਸ਼ਡਿਊਲਡ ਕਾਸਟ ਐਂਡ ਸ਼ਡਿਊਲਡ ਟ੍ਰਾਈਬ ਐਕਟ, ਪ੍ਰੀਵੈਂਸ਼ਨ ਆਫ ਐਟਰੋਸਿਟੀਜ਼, ਇਹ ਕਾਨੂੰਨ ਆਲਰੇਡੀ ਹੈਗਾ, ਪਹਿਲਾਂ ਉੱਥੇ ਬਣਿਆ। ਪਰ ਗੱਲ ਹੈਗੀ ਕਿ ਜੇ ਉਹ ਚਾਹੁਣ, ਸਰਕਾਰਾਂ ਚਾਹੁਣ, ਉਹਨੂੰ ਉਸੇ ਕਾਨੂੰਨ ਨੂੰ ਸਖਤੀ ਨਾਲ ਇੰਪਲੀਮੈਂਟ ਕਰਨ। ਰੌਲਾ ਤਾਂ ਇੱਥੇ ਹੀ ਨਾ, ਰੌਲਾ ਤਾਂ ਇੱਥੇ ਆ। ਹਾਂ, ਕਾਨੂੰਨ ਤਾਂ ਬਹੁਤ ਹੈਗੇ ਉੱਥੇ। ਜਿਹੜਾ ਮੈਂ 2-3 ਵਾਰੀ ਗੱਲ ਕਰ ਚੁੱਕਿਆ ਕਿ ਜਿਹੜਾ ਉਹ ਸਰਕਲ ਆ, ਸਾਰਾ ਸਰਕਲ, ਚੌਹਾਨ ਸਾਹਿਬ ਨੇ ਕਿਹਾ ਉਹ ਜਿਹੜੇ ਬੰਦੇ ਜਿਹੜੇ ਆਪ ਕ੍ਰਿਮੀਨਲ ਸੀਗੇ ਆ, ਸਾਰੇ ਕ੍ਰਿਮੀਨਲ ਹੋ। ਕੱਲ ਮੈਂ ਦੇਖ ਰਿਹਾ ਸੀਗਾ, ਜਾਨੀ ਉਹਨੇ ਮੀਡੀਆ ਤੇ ਦਿਖਾ ਲਿਆ
ਜਿਹੜੇ ਠਾਕੁਰ ਆ ਉਹਨਾਂ ਦੀ ਪੰਚਾਇਤ, ਉਹਨਾਂ ਨੇ ਪੰਚਾਇਤ ਕੀਤੀ। ਉਹ ਕਹਿੰਦਾ ਕਿ ਜੇ ਸਾਡੇ ਨਿਆਣਿਆਂ ਨੂੰ ਕੁਝ ਹੋ ਗਿਆ ਅਸੀਂ ਪਿੰਡ ਨੂੰ ਦੇਣਾ, ਜਾਨੀ ਔਨ ਦੀ ਮੀਡੀਆ ਕੇਸ ਚਾਹੀਦਾ। ਹੈਲੋ ਜੀ, ਕੌਣ ਕਿੱਥੋਂ? ਸਵਾਗਤ ਹੈ ਤੁਹਾਡਾ। ਹੈਲੋ, ਮੇਰਾ ਨਾਮ ਹੈ ਦਿਲੇਪ ਭਾਮਰਾ। ਸਵਾਗਤ ਹੈ ਤੁਹਾਡਾ ਬਹੁਤ। ਔਰ ਜੋ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਨਾ, ਇਹਦੇ ਵਿੱਚ ਕਾਫੀ ਅੱਛੀਆਂ ਗੱਲਾਂ ਲੋਕਾਂ ਨੇ ਕਹੀਆਂ, ਪਰ ਜਿੱਥੇ ਤੱਕ ਕਾਨੂੰਨ ਦਾ ਹੈ, ਉਹ ਕਾਨੂੰਨ ਤਾਂ ਸਾਰੇ ਹੈਗੇ ਆ, ਪਰ ਸਾਡੇ ਉੱਥੇ ਕੋਈ ਕਾਨੂੰਨ ਇਨਫੋਰਸ ਕਰਨ ਵਾਲਾ ਨਹੀਂ ਹੈਗਾ। ਬਿਲਕੁਲ, ਹਾਂਜੀ। ਔਰ ਕਾਨੂੰਨ ਸਾਰੇ ਹੈਗੇ ਆ, ਪਰ ਜਦੋਂ ਕੋਈ ਪ੍ਰੋਬਲਮ ਆਉਂਦੀ ਆ ਤੇ ਉਦੋਂ ਜਿਹੜੇ ਕੁਝ ਲੋਕ ਇਹੋ ਜਿਹੇ ਆ ਜਿਹੜੇ ਕਿ ਜਾਂ ਪੁਲਿਸ ਕਮਿਸ਼ਨਰ ਨੂੰ ਜਾਂ ਪੁਲਿਸ ਮਿਨਿਸਟਰ ਨੂੰ ਇਹਨਾਂ ਨੂੰ ਅਪਰੋਚ ਕਰ ਲੈਂਦੇ ਆ, ਔਰ ਉਹ ਵੀ ਦੇਖਦੇ ਨਹੀਂ ਗੇ। ਔਰ ਅਗਰ ਤੁਸੀਂ ਦੇਖਿਆ ਜਾਵੇ ਵਲੈਤ ਦਾ ਜਾਂ ਇੰਡੀਆ ਦਾ ਫਰਕ ਇਹਨਾਂ ਕਿ ਇੱਥੇ ਕੁਈਨ ਦੀ ਲੜਕੀ, ਸ਼ਾਇਦ ਤੁਹਾਨੂੰ ਪਤਾ ਹੋਵੇਗਾ, ਕੁਝ ਸਾਲ ਹੋ ਗਿਆ ਕਿ ਉਹ ਮੋਟਰਵੇ ਤੇ ਸਪੀਡਿੰਗ ਕਰ ਰਹੀ ਸੀ, ਉਹਨਾਂ ਨੇ ਫੜ ਲਈ ਸੀ ਔਰ ਉਹਨਾਂ ਤੇ ਵੀ ਐਕਸ਼ਨ ਟੇਕ ਕੀਤਾ ਗਿਆ। ਔਰ ਸਾਡੇ ਤਾਂ ਮਾਮੂਲੀ ਕੋਈ ਉੱਥੇ ਥੋੜਾ ਜਿਹਾ ਅੱਛੀ ਪੋਸਟ ਤੇ ਉਹਦਾ ਬੱਚੀ ਕੋਈ ਕਾਰਨ ਤੇ ਪੁਲਿਸ ਵਾਲਿਆਂ ਦਾ ਨੋਟਿਸ ਨਹੀਂ ਲੈਂਦੇ। ਤੇ ਬੇਸਿਕ ਚੀਜ਼ ਇਹ ਹੈ ਕਿ ਸਾਰੇ ਆਪਣੇ ਜਿੰਨੇ ਵੀ ਹੈ ਨਾ ਪੁਲਿਸ ਵਾਲੇ ਸਾਰੇ ਕਰਪਟ ਆ, ਔਰ ਇਸੇ ਵਾਸਤੇ ਜੋ ਆਪਣਾ ਕਾਨੂੰਨ ਹੈ ਇਹ ਇਨਫੋਰਸ ਨਹੀਂ ਕੀਤਾ ਜਾ ਸਕਦਾ। ਤੇ ਇਹ ਥੋੜੀ ਬਹੁਤੀ ਜਾਗਰਤੀ ਲਿਆਉਣ ਦੀ ਲੋੜ ਆ ਇੰਡੀਆ ਦੇ ਵਿੱਚ। ਜੋ ਪੁਲਿਸ ਆਫਿਸਰ ਵਗੈਰਾ ਹੈ ਉਹਨਾਂ ਨੂੰ ਥੋੜਾ ਜਿਹਾ ਫੋਰਸ ਕੀਤਾ ਜਾਵੇ ਕਿ ਉਹ ਆਪਣਾ ਕੰਮ ਚੰਗੀ ਤਰ੍ਹਾਂ ਕਰਨ, ਕਿਉਂਕਿ ਐਟ ਦਾ ਮੋਮੈਂਟ ਉਹ ਕਿਸੇ ਦਾ ਨੋਟਿਸ ਨਹੀਂ ਲੈ ਰਹੇ। ਉਹਨਾਂ ਨੂੰ ਪੁਲਿਸ ਕਮਿਸ਼ਨਰ ਦਾ ਫੋਨ ਆਇਆ ਤਾਂ ਇਹਨੂੰ ਛੱਡ ਦਿਓ, ਇਹਦੀ FIR ਨਹੀਂ ਲਿਖਣੀ, ਤਾਂ ਉਹੀ ਹੋ ਜਾਂਦਾ। ਤੇ ਇਹਨਾਂ ਕੁਝ ਕਹਿੰਦਾ ਹੋਇਆ ਕਿਵੇਂ ਦਾ ਜਾ ਸੀਗਾ। ਥੈਂਕ ਯੂ ਵੈਰੀ ਮਚ ਤੁਹਾਡਾ। ਥੈਂਕ ਯੂ ਵੈਰੀ ਮਚ। ਮੈਨੂੰ ਯਾਦ ਆ ਗਿਆ, ਪੇਪਰ ਦੇਖ ਕੇ ਇੱਕ ਅਨਾਊਂਸਮੈਂਟ ਕਰਨੀ ਸੀਗੀ। ਕੱਲ੍ਹ ਅਸੀਂ ਸਾਂਝੀਆਂ ਚਾਰਾਂ ਦੇ ਐਪੀਸੋਡ ਵਿੱਚ ਅਸੀਂ ਅਨਾਊਂਸ ਕੀਤਾ ਸੀਗਾ ਕਿ ਕੁਝ ਸੰਸਥਾਵਾਂ ਵੱਲੋਂ ਅੱਜ ਡੈਮੋਸਟ੍ਰੇਸ਼ਨ ਕੀਤਾ ਜਾ ਰਿਹਾ, ਪ੍ਰੋਟੈਸਟ। ਅੱਜ ਸਵੇਰੇ ਮੈਨੂੰ ਟੈਲੀਫੋਨ ਆਇਆ ਤਾਂ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰੋਟੈਸਟ ਉਹ ਕੈਂਸਲ ਕਰਤਾ, ਕਿਉਂਕਿ ਪੁਲਿਸ ਨੇ ਕਹਿਤਾ ਵੀ 6 ਤੋਂ ਜ਼ਿਆਦਾ ਇਕੱਠੇ ਨਹੀਂ ਹੋ ਸਕਦੇ। ਤੇ ਉਹ ਜਿਹੜਾ ਉਹਨੇ ਮੈਮੋਰੈਂਡਮ ਉਹ ਦੇਣ ਜਾਣਾ ਉਹਨਾਂ ਨੇ ਹਾਈ ਕਮਿਸ਼ਨਰ ਨੂੰ 6 ਜਣਿਆਂ ਨੇ, ਲੇਕਿਨ ਉੱਥੇ ਗੈਦਰਿੰਗ ਨਹੀਂ ਹੋ ਸਕਦੀ। ਪਹਿਲਾਂ ਰਿਟਨ ਤੌਰ 'ਤੇ ਪੁਲਿਸ ਨੇ ਅਲਾਓ ਕਰਤਾ ਸੀ ਉਹਨਾਂ ਨੂੰ 50। ਫਿਰ ਸਰਕਾਰਾਂ ਵਿੱਚ ਕੀ ਕੁਛ ਹੋਇਆ, ਠੀਕ ਆ, ਤੁਹਾਡੇ ਸਾਹਮਣੇ ਆ। ਇਹ ਕੁਛ ਹੋ ਰਿਹਾ। ਤੇ ਇੱਕ ਇਹਨਾਂ ਨੇ ਪਬਲਿਕ ਪ੍ਰੈਸ ਕੀਤੀ ਆ ਰਿਲੀਜ਼, ਸੰਸਥਾਵਾਂ ਇਕੱਠੀਆਂ ਹੋ ਕੇ ਉਹਨਾਂ ਦੇ ਨਾਂ ਪੜ੍ਹਦਾ ਜਿਹਨਾਂ ਨੇ ਡਿਮਾਂਡ ਇੱਕ ਉਹਨੇ ਚਿੱਠੀ ਲਿਖੀ ਆ ਯੂਨਾਈਟਿਡ ਨੇਸ਼ਨ ਨੂੰ, ਜਿਹੜਾ ਹਾਈ ਕਮਿਸ਼ਨਰ ਉਹਨੂੰ ਉਹਨਾਂ ਨੇ ਚਿੱਠੀ ਲਿਖੀ ਕਿ ਸਾਡੀ ਹੈਲਪ ਕਰੋ। ਤੇ ਹਾਂਜੀ, ਮੈਂ ਬਾਅਦ 'ਚ ਕਰਦਾ ਕੋਲ। ਹੈਲੋ ਜੀ, ਕੌਣ ਕਿੱਥੋਂ ਬੋਲਦੇ? ਸਰ ਤੁਹਾਡਾ। ਹੈਲੋ। ਹਾਂਜੀ ਹੈਲੋ। ਹਾਂਜੀ, ਕੀ ਕਹਿਣਾ ਚਾਹੁੰਦੇ? ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਹਾਂਜੀ ਕਾਮਰੇਡ ਜੀ, ਮੈਂ ਤੇਰਾ ਬਾਗਾ ਬੋਲਦਾ ਗਲਾਸਗੋ ਤੋਂ। ਜਿੰਨੀਆਂ ਵੀ ਵਿਚਾਰਾਂ ਤੁਸੀਂ ਦੇ ਰਹੇ ਆ ਬਹੁਤ ਜ਼ਿਆਦਾ ਵਧੀਆ ਤੋਂ ਵਧੀਆ ਵਿਚਾਰ। ਜਿਸ ਤਰ੍ਹਾਂ ਕਾਨੂੰਨ ਦੀ ਗੱਲ ਹੈ, ਕਾਨੂੰਨ ਉੱਥੇ ਖਤਮ ਹੋ ਚੁੱਕਾ ਹੈ। ਜਿਸ ਤਰ੍ਹਾਂ ਆਪਣੇ ਡਾਕਟਰ ਸਾਹਿਬ ਕਹਿੰਦੇ ਨਾ ਤੇ ਪੂਰਨ ਦੇਵੀ ਦੀ ਗੱਲ ਕੀਤੀ, ਆਪਾਂ ਨੂੰ ਇਹ ਸਾਰਾ ਢਾਂਚਾ ਜਿਹੜਾ ਬੰਦੀ ਕਰਨਾ ਪੈਣਾ ਹੈ। ਜਿੰਨੀ ਦੇਰ ਤੱਕ ਜਨਾਨੀਆਂ ਆਪਣੀ ਹਿਫਾਜ਼ਤ ਆਪ ਕਰਨ ਜੋਗੀਆਂ ਨਹੀਂ ਹੁੰਦੀਆਂ, ਉੱਥੇ ਜਿਹੜਾ ਅੱਜ ਦਾ ਮਨੂਵਾਦੀ ਸਿਧਾਂਤ ਆ ਉਹਦੇ ਤੇ ਕੋਈ ਵੀ ਜਿਹੜੀ ਚੀਜ਼ ਕਾਰਾਗਰ ਸਾਬਤ ਨਹੀਂ ਹੋਣੀ। ਆਪਾਂ ਆਪਣੇ ਕੋਲ ਹਿਸਟਰੀ ਆ ਆਪਣੀ। ਪੂਰਨ ਦੇਵੀ ਨੇ 303 ਦੀਆਂ ਗੋਲੀਆਂ 16 ਠਾਕਰ ਭੁੰਨ ਕੇ ਰੱਖਦੇ ਸੀਗੇ। ਬਿਲਕੁਲ ਬਿਲਕੁਲ। ਜਿੰਨੀ ਦੇਰ ਤੱਕ ਆਪਾਂ ਜਮਾਤੀ ਤੌਰ ਦੇ ਉੱਤੇ ਜਨਾਨੀਆਂ ਦੇ ਵਿੱਚੋਂ ਉਹ ਅੰਸ਼ ਚੁਣ ਕੇ ਜਿਹੜੀਆਂ ਆਪਣੀ ਹਿਫਾਜ਼ਤ ਆਪ ਕਰ ਸਕਣ, ਇਹਦਾ ਦਾ ਅੰਸ਼ ਆਪਾਂ ਪੈਦਾ ਨਹੀਂ ਕਰਦੇ। ਇਹ ਜਿਹੜੇ ਠਾਕਰ ਆ ਨਾ, ਇਹ ਠਾਕਰ ਕਰਨ ਜੋਗੇ ਕੁਛ ਨਹੀਂ। ਅਸੀਂ ਫਿਜ਼ੀਕਲੀ ਤਗੜੇ ਇਹਨਾਂ ਨੂੰ। ਇਸ ਕਰਕੇ ਆਪਾਂ ਨੂੰ ਇਹ ਆਪਣਾ ਜਿਹੜਾ ਨਾ ਸਿਧਾਂਤ ਆ ਇਹਨੂੰ ਥੋੜ੍ਹਾ ਜਿਹਾ ਬੰਦੀ ਕਰਨਾ ਪੈਣਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸੀ ਕਿ ਜਦੋਂ ਸਾਰੇ ਵਸੀਲੇ ਫੇਲ ਹੋ ਜਾਣ ਉਦੋਂ ਤਲਵਾਰ ਨੂੰ ਹੱਥ ਪਾਉਣਾ ਪੈਂਦਾ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਸਾਰੀ ਫਿਲਾਸਫੀ ਤੁਸੀਂ ਮੈਨੂੰ ਜ਼ਿਆਦਾ ਜਾਣਦੇ ਆ। ਉਹਨਾਂ ਨੇ ਵੀ ਜਿੱਦਾਂ ਕਿਹਾ ਗੁਲਾਮੀ ਦੀ ਜ਼ਿੰਦਗੀ ਜੀਣ ਨਾਲੋਂ ਮਰ ਜਾਣਾ 1000 ਦਰਜੇ ਵਧੀਆ ਹੈ। ਇਸ ਕਰਕੇ ਇੱਕ ਪ੍ਰੋਫੈਸਰ ਆਪਣੇ ਜਿਹੜੇ ਹਾਈ ਕੋਰਟ ਦੇ ਜੱਜ ਰਿਟਾਇਰ ਹੋਏ ਆ ਮਹਾਰਾਸ਼ਟਰ ਤੋਂ, ਉਹਨਾਂ ਨੇ ਵੀ ਨੰਗੇ ਧਰਮ ਐਲਾਨ ਕੀਤਾ ਸੀ ਕਿ ਅੰਦਰ ਹੀ ਵੜ ਕੇ ਮਰ ਜਾਣ ਨੂੰ ਇਹਨਾਂ ਨਾਲ ਟੱਕਰ ਲਾਉਣ ਤੇ ਤਗੜੇ ਹੋ ਕੇ ਤਾਂ ਕਿ ਇਹ ਇਹਨਾਂ ਨੂੰ ਬੰਦੇ ਦੇ ਪੁੱਤ ਬਣਾਉਣਾ ਪੈਣਾ। ਕਾਨੂੰਨ ਨੇ ਕੁਛ ਨਹੀਂ ਕਰਨਾ ਇਹਨਾਂ ਦਾ। ਇਹ ਆਪਾਂ ਨੂੰ ਰੰਗੇ ਹੱਥੀਂ ਇਹਨਾਂ ਦਾ ਮਤਲਬ ਇਸ ਦਾ ਮੁਕਾਬਲਾ ਪੱਥਰ ਨਾਲ ਦੇਣਾ ਪੈਣਾ।
नहीं तो जिंदगी आप उत्थे जी नहीं सकते। मोदी जो कुछ भी है ये गुंडिया की टोली आ, जेडे गुंडे दो गुंडे का गिरा तो चक के रहते, तीजा गुंडा यूपी के बच्चा जेड़ा जितों चीफ मिनिस्टर बनाया। अब पता जी धाड़ी सारी एक गुंडिया की गिनी मिट्टी एक साइज के नाल ईवीएम मशीनों के नाल हो रहा है, नहीं तो कदे आ ही नहीं सकते हो रहे। इस करके ਆਪਾਂ ਨੂੰ ਆਪਣਾ ਜਿਹੜਾ ਦ੍ਰਿਸ਼ਟੀਕੋਣ ਹੈ ਨਾ ਇਹਨੂੰ ਬਦਲੀ ਕਰਕੇ ਫੋਰਮ ਦੇ ਵੀ ਵਧੂ ਆਪਾਂ ਨੂੰ ਕਿਸੇ ਮੈਦਾਨ ਵਿੱਚ ਨਿਰਤਣਾ ਪੈਣਾ ਜੇ ਆਪਾਂ ਜ਼ਿੰਦਗੀ ਚਾਹੁੰਦੇ। ਜੈ ਭੀਮ ਜੈ ਭਾਰਤ। ਥੈਂਕ ਯੂ ਮੇਰੇ ਵੀਰ ਜੀ ਬਹੁਤ ਜਜ਼ਬਾਤੀ ਹੋ ਕੇ ਆਪਣੇ ਵਿਚਾਰ ਪੇਸ਼ ਕਰ ਰਹੇ ਆ। ਆਪਾਂ ਨੂੰ ਜਜ਼ਬਾਤੀ ਨਹੀਂ ਹੋਣ ਦੀ ਲੋੜ, ਆਪਾਂ ਨੂੰ ਥੋੜ੍ਹਾ ਜਿਹਾ ਹੋਸ਼ ਆਵਾਜ਼ ਤੋਂ ਕੰਮ ਲੈ ਕੇ ਮੈਂ ਸਮਝਦਾ ਲੋਕਾਂ ਦਾ ਦਰਦ ਆ ਉਹ ਬਹੁਤ ਭਾਰੂ ਹੋਇਆ ਹੈ ਉਹਨਾਂ ਦੀ ਫੀਲਿੰਗ 'ਤੇ ਉਹ ਇਸ ਕਰਕੇ ਜਜ਼ਬਾਤੀ ਬੰਦਾ ਹੋਣਾ ਸਾਰਾ, ਲੇਕਿਨ ਕੰਟਰੋਲ ਕਰਕੇ ਆਪਾਂ ਵਧੀਆ ਵਿਚਾਰ ਪੇਸ਼ ਕਰ ਸਕਦੇ ਹਾਂ। ਬਹੁਤ ਵਧੀਆ ਸੀ ਤੁਹਾਡੀ ਨਾਲ ਹੀ ਜਾਣੀ ਕਿਹੜੀ ਗੱਲ ਹੈਗੀ ਆ, ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੇ ਸਾਡੇ ਕਾਲਰਸ हेलो हाँ जी माही जी, मैं एक घोषणा करना चाहता हूँ। कल के प्रोग्राम, कल जो हमने प्रोग्राम की घोषणा की थी उसी के बारे में जो आज था, जो प्रोटेस्ट का प्रोग्राम था उसके बारे में कुछ बताना चाहता हूँ दर्शकों को। हाँ बताइए। मैं आपके माध्यम से काशी टीवी के सारे दर्शकों को जो कल हमने आज के प्रोटेस्ट की जो घोषणा करी थी तो उसमें थोड़ा बदलाव आया, उसके बारे में बताना चाहूँगा कि भाजपा सरकार के जो देश विदेश में बसे जो टट्टू है और उनके अंतर्गत कार्रवाई की वजह से आज के प्रोग्राम में हमें थोड़ा रद्दबदल करना पड़ा है। पूरी परमिशन, फॉर्मल परमिशन होने के बावजूद आज हमें ऐन वक्त पर ऐसा बताया गया है कि भाई सिर्फ 6 लोग ही इकट्ठा हो सकते हैं, लेकिन फिर भी हम रुकने वाले नहीं हैं। हम भारत सरकार और बीजेपी की जो भारत में सरकार है उसको ये मैसेज देना चाहते हैं और हम जाकर बाकायदा मेमोरेंडम देने वाले हैं। हम अभी उसी वी आर जस्ट ऑन द वे टू हैंड ओवर द मेमोरेंडम एंड 6 तो 6 हम 6 बोले तो 6 लोग ही जाएंगे और बाकायदा वहाँ मेमोरेंडम देंगे और भारत सरकार को, बीजेपी सरकार को हमारा जो गुस्सा है और जो हमारी जो डिमांड है कि ये भारत सरकार तक पहुंचाने के लिए हम वहां अभी जा रहे हैं। तो दर्शकों को बताना चाहते हैं कि जो इनकन्वीनियंस हुआ है उसके लिए हम माफी चाहते हैं। बहुत जल्द हम बाकायदा और पूरी तैयारी के साथ में और प्रोटेस्ट लगाएंगे और अभी के लिए इतना ही। तो ये मैं जानकारी देना चाहता था। मेरे साथी दलजीत जी जो नेशनल NRI वाल्मीकि यूथ सभा के अध्यक्ष है वो भी बात करेंगे। माही जी। हाँ जी हाँ जी हाँ जी। हेलो। हाँ जी जय भीम जी सभी साथियों को जो प्रोग्राम देख रहे हैं। हम प्रोग्राम जो देख रहे हैं सभी साथियों को पंजाबी ਵਿੱਚ ਵੀ ਗੱਲ ਕਰ ਸਕਦੇ ਹਾਂ। ਓਕੇ ਜੀ, ਥੈਂਕ ਯੂ ਵੈਰੀ ਮੱਚ। ਅਸੀਂ ਜਿੱਦਾਂ ਤੁਹਾਡੇ ਪ੍ਰੋਗਰਾਮ ਦੇ ਮਾਧਿਅਮ ਤੋਂ ਇਹ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਅਸੀਂ ਪ੍ਰੋਟੈਸਟ ਰੱਖਿਆ ਸੀਗਾ, ਇਹ ਪ੍ਰੋਟੈਸਟ ਜਿਹੜਾ ਭਾਜਪਾ ਸਰਕਾਰ ਦੇ ਜਿਹੜੇ ਇੱਥੇ ਕੁਛ ਟੱਟੂ ਬੈਠੇ ਹੈਗੇ ਆ ਉਹਨਾਂ ਦੇ ਜਿਹਨਾਂ ਉਹਨਾਂ ਅੰਤਰਗਤ ਜਿਹੜਾ ਇਹ ਪ੍ਰੋਗਰਾਮ ਸਾਡਾ ਪ੍ਰੋਟੈਸਟ ਜਿਹੜਾ ਉਹ ਕੈਂਸਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਿਹੜੀ ਉਹ ਇੰਡੀਆ ਹਾਊਸ ਦੇ ਦੁਆਰਾ ਇਹ ਜਿਹੜੇ ਪ੍ਰੋਗਰਾਮ ਉਹਨਾਂ ਨੇ ਕੀਤਾ है ना, कैंसल किया। वो कैंसल करने के बावजूद भी असी जेडे 6 लोग जी इतों की गौरमेंट या पुलिस प्रशासन के द्वारा जो हदायत की गई कि 6 लोग ही उत्थे इकट्ठे हो सकते। असी वो 6 लोग ही उत्थे इकट्ठे होके अपना जो प्रोटेस्ट आ वो जारी रखेंगे अज का जोड़ा, तो आने वाले समय के प्रोटेस्ट नूं वड्डे पद्धर ते उलीक के सारा वो प्रोटेस्ट दोबारा किया जाऊगा। तो साडी यही दरखास्त आ। ਹੁਣ ਅਸੀਂ ਔਨ ਦੀ ਵੇ ਆ ਜਿਹੜਾ ਲੰਡਨ ਜਾ ਰਹੇ ਆ। ਔਨ ਦੀ ਵੇ ਟੂ ਵੇ ਤੁਸੀਂ ਕਿੱਥੇ ਦੇਣਾ ਮੈਮੋਰੈਂਡਮ? ਇੰਡੀਆ ਹਾਊਸ ਜਿਹੜਾ ਉਹ ਕਰਾਂਗੇ ਅਸੀਂ ਜਿਹੜਾ ਲੰਡਨ ਦੇ ਵਿੱਚ। ਤੇ ਹਾਂਜੀ ਇਹ ਜਿਹੜਾ ਸਾਡੀ ਦਰਖਾਸਤ ਇਹੀ ਆ ਕਿ ਜਿਹੜਾ ਯੂਪੀ ਦੇ ਵਿੱਚ ਜਿਹੜੀ ਯੋਗੀ ਸਰਕਾਰ ਆ ਉਹਨੂੰ ਰੱਦ ਕੀਤਾ ਜਾਵੇ ਤੇ ਉੱਥੇ ਰਾਸ਼ਟਰਪਤੀ ਰਾਜ ਜਿਹੜਾ ਉਹ ਲਾਗੂ ਕੀਤਾ ਜਾਵੇ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਮੈਂ ਆਪਣਾ ਜਿਹੜਾ ਫੋਨ ਆ ਉਹ ਪਾਸ ਕਰਦਾ ਸਾਡੇ ਸੀਨੀਅਰ ਮੈਂਬਰ ਰਣਜੀਤ ਬੋਧ ਜੀ ਨਾਲ। ਅੱਛਾ, ਜਿਹੜੀ ਡਿਮਾਂਡ ਆ ਨਾ ਤੁਹਾਡੀ, ਉਹ ਡਿਮਾਂਡ ਜਿਹੜੀਆਂ ਤੁਹਾਡੀਆਂ ਹੈਗੀਆਂ ਉਹ ਤੁਸੀਂ ਆਪਣੀਆਂ ਰਿਪੀਟ ਕਰ ਸਕਦੇ ਆ। जी सर जी, जय भीम ਤੁਹਾਡਾ ਤੇ ਸਾਰੇ ਕਾਂਸ਼ੀ ਟੀਵੀ ਦੇ ਜਿੰਨੇ ਵੀ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ
ਜੀ ਸਰ ਜੀ, ਅਸੀਂ ਅੱਜ ਜਿੱਦਾਂ ਕਿ ਪਤਾ ਚੱਲੇ ਗਿਆ ਹੈ ਕਿ ਅੱਜ ਇੱਕ ਸਾਨੂੰ ਹਦਾਇਤ ਮਿਲੀ ਹੈ ਕਿ 6 ਬੰਦੇ ਹੀ ਸਿਰਫ ਉੱਥੇ ਜਾ ਸਕਦੇ ਆ, ਤੇ ਅਸੀਂ ਫਿਰ ਉਹਦੇ ਦਾਇਰੇ ਦੇ ਵਿੱਚ ਰਹਿ ਕੇ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ 6 ਜਣੇ ਆ ਜਿਹੜਾ ਮੈਮੋਰੈਂਡਮ ਸਾਰੀਆਂ ਸੰਸਥਾਵਾਂ ਵੱਲੋਂ ਅਸੀਂ ਨਾਮ ਉਹਨਾਂ ਦਾ ਥੱਲੇ ਲਿਖ ਕੇ ਉਹ ਮੈਮੋਰੈਂਡਮ ਆ ਜਿਹੜੇ ਸਾਡੇ ਸਾਥੀ ਆ ਜਿਹੜੇ ਉਹ ਅੱਜ ਦੇਣੇ ਜਾ ਰਹੇ ਆ। ਤੇ ਉਹ ਡਿਮਾਂਡ ਦੇ ਵਿੱਚ ਸਾਡੀਆਂ 2-4 ਜਿਹੜੀਆਂ ਅਹਿਮ ਡਿਮਾਂਡਾਂ ਇਹ ਆ ਕਿ ਜਿਹੜੇ ਇੱਕ ਰੇਪ ਹੋ ਰਹੇ ਆ, ਰੇਪ ਦੀ ਜਿਹੜੀ ਵੱਧਦੀ ਤਾਦਾਦ ਆ, ਇੱਕ ਤੇ ਵਧਣਾ ਇੱਕ ਹੋਣਾ ਹੀ, ਉਹ ਖਾਸ ਕਰਕੇ ਆਪਣੀਆਂ ਹੀ ਸਾਡੀਆਂ ਹੀ ਭੈਣ ਤੇ ਬੇਟੀਆਂ ਦੇ ਨਾਲ ਜਿਹੜਾ ਹੋ ਰਿਹਾ ਆ ਉਹਨੂੰ ਕਿੱਦਾਂ ਰੋਕਿਆ ਜਾਵੇ, ਇੱਕ ਚਾਹਤ ਆ ਜਿਹੜੀ ਉਹਨੂੰ ਕਿੱਦਾਂ ਖਤਮ ਕੀਤਾ ਜਾਵੇ ਉਹਦੇ ਬਾਰੇ। ਹੋਰ ਪਲੱਸ ਜਿਹੜੀਆਂ ਉੱਥੇ ਦਾ ਪ੍ਰਸ਼ਾਸਨ ਨੇ ਜਿਹੜੀਆਂ ਇੱਦਾਂ ਦੀਆਂ ਘਿਨਾਉਣੀਆਂ ਘਟਨਾਵਾਂ ਕੀਤੀਆਂ ਆ ਉਹਨਾਂ ਨੇ ਸਾਥ ਦਿੱਤਾ ਆ ਜੁਰਮ ਵਾਲਿਆਂ ਦਾ ਜਿਨ੍ਹਾਂ ਨੇ ਜੁਰਮ ਕੀਤਾ ਆ, ਤੇ ਸਾਡੀ ਇਹਦੇ ਵਿੱਚ ਇਹ ਡਿਮਾਂਡ ਆ ਕਿ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਨਾਲ ਹੀ ਉੱਥੇ ਦੀ ਜਿਹੜੀ ਮੌਜੂਦਾ ਜਿੰਨੇ ਵੀ ਇਹਦੇ ਦੋਸ਼ੀ ਨੇ, ਚਾਹੇ ਉਹ ਪ੍ਰਸ਼ਾਸਨ ਵਿੱਚ ਆ ਚਾਹੇ ਉਹ ਸਰਕਾਰ ਵਿੱਚ ਆ, ਉਹਨਾਂ ਨੂੰ ਵੀ ਬਰਖਾਸਤ ਕੀਤਾ ਜਾਵੇ। ਔਰ ਸਭ ਤੋਂ ਜਿਹੜੀ ਇੰਪੋਰਟੈਂਟ ਆ ਉੱਥੇ ਦੀ ਯੋਗੀ ਸਰਕਾਰ ਆ ਉਹ ਜ਼ਿੰਮੇਵਾਰ ਆ, ਉਹ ਜਵਾਬਦੇਹੀ ਆ, ਉਹਨੂੰ ਬਰਖਾਸਤ ਕਰਨ ਲਈ ਸਾਡੀ ਇਹ ਡਿਮਾਂਡ ਆ। ਅਸੀਂ ਮੈਮੋਰੈਂਡਮ ਦੇ ਵਿੱਚ ਇਹ ਵਾਲੀਆਂ ਚੀਜ਼ਾਂ ਲਿਖੀਆਂ। ਬਾਕੀ ਇਹ ਮੈਮੋਰੈਂਡਮ ਅਸੀਂ ਤੁਹਾਨੂੰ ਵੀ ਜ਼ਰੂਰ ਇਹਦੀ ਇੱਕ ਕਾਪੀ ਤੁਹਾਨੂੰ ਵੀ ਭੇਜ ਦਿੰਦੇ ਆ, ਤੇ ਹੋਪਫੁਲੀ ਮੈਨੂੰ ਲੱਗਦਾ ਕਿ ਸਾਡੀ ਜਿੰਨੇ ਵੀ ਬਹੁਜਨ ਸਮਾਜ ਦੀਆਂ ਸਾਰੀਆਂ ਮੰਗਾਂ ਆ ਅਸੀਂ ਉਹਨਾਂ ਨੂੰ ਰਿਪਰੈਜ਼ੈਂਟ ਜਿਹੜੇ 6 ਜਾਉਂਗੇ ਉਹ ਜ਼ਰੂਰ ਕਰੂੰਗੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਗਲੇ ਵੀਕ ਜਾਂ ਜਦੋਂ ਵੀ ਉਹ ਰੱਖਿਆ ਜਾਊਗਾ ਪ੍ਰੋਟੈਸਟ, ਚਾਹੇ ਇੱਧਰੋਂ ਰੱਖਿਆ ਜਾਵੇ ਜਿੱਧਰੋਂ ਵੀ ਮਰਜ਼ੀ ਰੱਖਿਆ ਜਾਵੇ, ਅਸੀਂ ਵੀ ਪਹੁੰਚਣ ਦੀ ਕੋਸ਼ਿਸ਼ ਕਰੂੰਗੇ। ਔਰ ਅਸੀਂ ਆਪਣੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਆਸ ਰੱਖਦੇ ਕਿ ਉਹ ਵੀ ਉੱਥੇ ਜ਼ਰੂਰ ਪਹੁੰਚਣ ਤਾਂ ਕਿ ਸਾਨੂੰ ਆਪਣੇ ਸਮਾਜ ਦੇ ਅਸੀਂ ਆਪ ਹੀ ਆਵਾਜ਼ ਬਣ ਕੇ ਸਾਰੇ ਉੱਠ ਪਾਈਏ। ਤੁਹਾਡੇ ਕੋਲ ਮੇਰਾ ਨੰਬਰ ਹੈਗਾ, ਜੇ ਨਾ ਸਤਪਾਲ ਮੰਮੂ ਨੂੰ ਉਹਨਾਂ ਕੋਲ ਮੇਰਾ ਨੰਬਰ ਹੈਗਾ, ਤੁਸੀਂ ਮੈਨੂੰ ਕੋਈ ਵੀ ਤੁਸੀਂ ਕੋਰਸਪੋਂਡੈਂਸ ਕਰ ਨਹੀਂ ਕਰ ਸਕਦੇ ਤੁਸੀਂ ਜੀ। ਮੈਂ ਤੁਹਾਨੂੰ ਉਹਨਾਂ ਦਾ ਮੈਮੋਰੈਂਡਮ ਦੀ ਕਾਪੀ ਵੀ ਤੁਹਾਨੂੰ ਅਸੀਂ ਭੇਜ ਦਿੰਦੇ ਆ, ਤੇ ਹੋਰ ਉੱਥੇ ਅਸੀਂ ਕੋਸ਼ਿਸ਼ ਕਰਦੇ ਆ ਕਿ ਜੋ ਵੀ ਅਸੀਂ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਜੋ ਵੀ ਅਸੀਂ ਕਰ ਸਕਦੇ ਆ ਅਸੀਂ ਜ਼ਰੂਰ ਉਹ ਤੁਹਾਨੂੰ ਭੇਜਦੇ ਆ। ਅੱਛਾ, ਤੁਸੀਂ ਨਾ ਇੱਕ ਵਾਰੀ ਜਿਹੜੀਆਂ ਮੇਨ ਜਿਹੜੀਆਂ ਆਰਗੇਨਾਈਜੇਸ਼ਨਸ ਜਿਹੜੀਆਂ ਸੰਸਥਾਵਾਂ ਹੈਗੀਆਂ ਜੀ ਜਿਨ੍ਹਾਂ ਨੇ ਤੁਹਾਡੇ ਨਾਲ ਪਾਰਟਿਸਿਪੇਟ ਕੀਤਾ ਉਹ ਕਿਹੜੀਆਂ ਜ਼ਿਕਰ ਕਰੋਗੇ ਜੀ? ਇਹਨਾਂ ਦੇ ਬਾਰੇ ਇੱਕ ਮਿੰਟ ਰੁਕਿਓ, ਮੈਂ ਸ਼੍ਰੀਕਾਂਤ ਜੀ ਨੂੰ ਫੋਨ ਦਿੰਦਾ, ਉਹ ਤੁਹਾਨੂੰ ਪੂਰਾ ਸੰਸਥਾਵਾਂ ਦੇ ਨਾਮ ਕਿਉਂਕਿ ਜਿਹੜੀ ਲਿਸਟ ਆ ਉਹ 62-63 ਹੈਗੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਜੀ 62 ਯਾਨੀ ਕਿ ਤੁਹਾਨੂੰ ਸ਼੍ਰੀਕਾंत जी ਹੁਣੇ ਜ਼ਰੂਰ ਦੱਸੋਗੇ। ਹਲੋ तो भगवान वाल्मीकि ट्रस्ट यूके, नेशनल वाल्मीकि सभा NRI यूके, अम्बेडकर यूनाइटेड फ्रंट इंटरनेशनल, द अम्बेडकर मेमोरियल ट्रस्ट वोल्वरहैम्पटन, कांशी टीवी, समाज वीकली ऑफ यूनाइटेड किंगडम, ग्लोबल अम्बेडकर सोशल मीडिया हाउस, बुद्ध धम्मा एसोसिएशन और द एशियन इंडिपेंडेंट यूनाइटेड किंगडम, इन सारे आज़ाद टीवी, इन सारे लोगों का समर्थन है। और हम ये समर्थन में जो मेमोरेंडम है वो माननीय हाई कमिश्नर को सौंपने जा रहे हैं। मेरे पास जो लिस्ट है उसमें कास्ट यूके का सतपाल का नाम लिखा है, ये सही है? हाँ जी, वो भी है। डॉक्टर अम्बेडकर इंटरनेशनल मिशन लंदन और डॉक्टर अम्बेडकर मिशन फ्रांस कनाडा, अम्बेडकर इंटरनेशनल मिशन लंदन है। हाँ जी हाँ, वो इसी नाम के अधीन फ्रांस में, कनाडा में, ओमान में, मलेशिया, ऑस्ट्रेलिया, जापान, ये सभी एक ही नाम है डॉक्टर अम्बेडकर इंटरनेशनल मिशन। हाँ जी, ये भी है। और इतना ही नहीं, यूएसए की भी संगठनाएं हैं। तो हमने सिर्फ दर्शकों की जानकारी के लिए सिर्फ इतने कुछ जो यहाँ के यूके के नाम बताए, लेकिन ये सारी संगठनाएं, सारे विश्व की संगठनाएं, कनाडा की संगठनाएं, ये सारी की सारी संगठनाएं भी है, उनके भी नाम है। गुरु रविदास सभा यस, हाँ, वो भी है जी, वो भी है। तो जो इंग्लैंड वाली संस्थाएं हैं उनको गुस्से नहीं करना, सभी का नाम लेना चाहिए। सभी का नाम रहेगा उसमें, और सभी का नाम है। मैंने सिर्फ गड़बड़ में भी एक पेज फॉल होने की वजह से मैंने फर्स्ट नाम मैंने गिनाया उसमें। क्योंकि कांति, आपको पता है कि हम छोटी सी बात को लेकर गुस्से हो जाते हैं पंजाबी लोग। नहीं, सभी हमारे जो सब विचारी संगठन है, हमारे सारे भाई है, हमारे सारे जो सहकारी करता है, और जो बड़ी पुरानी संगठन है, सभी के नाम इसमें और कोई खास मैसेज देना चाहे आप? हम बहुजन समाज और सारे हमारे जो भारतीय लोग हैं जो इस घृणित घटना से भयंकर क्रोधित है, तो उन लोगों को सभी जगह पर प्रोटेस्ट करना चाहिए। और साथ में ये भी देखना चाहिए कि जो ब्राह्मण बनियाओं की जो बिकी हुई जो मीडिया है, वो इस सारे, जैसे रोहित वेमुला केस में उन्होंने रोहित वेमुला के पूरे मूवमेंट को हाईजैक कर लिया, तो हमें इसके लिए भी सावधान रहना पड़ेगा कि वो इस मूवमेंट को, जो इस हमारे एक लड़की के हत्या और जघन्य
बलात्कार के बाद में जो ये मूवमेंट, जो एक गुस्से की लहर चली पड़ी है, वो ये लहर वो हाईजैक न कर पाए। और इस लहर को हमें इसके सारे सूत्र जो है, इसकी जो दिशा हमें ही करना है। वो हमेशा ऐसा करते हैं, वो आज के लिए कोशिश कर रहे हैं कि सिर्फ पुलिस को एक बलि का बकरा बनाया जाए और जो वो रोगी सरकार है उत्तर प्रदेश की, वो उससे बच जाए और बीजेपी का RSS का नाम भी इसमें से हट जाए। लेकिन हम चाहेंगे आपका जो कहने का मकसद है कि हम सभी को इकट्ठा होकर प्रोटेस्ट करनी होगी। या सभी को इकट्ठा प्रोटेस्ट करना पड़ेगा। और साथ में जब भी बात रखने की बात आती है तो हमारे बहुजन समाज का बंदा चाहिए, हमें ब्राह्मण बनिया और जो ये हाईजैक करने का जो षड्यंत्र रचते उन लोगों को दूर रखना पड़ेगा। बहुत बहुत मेहरबानी आपकी, आपने कॉल किया और पूरी हमको जानकारी दी। आपका बहुत बहुत धन्यवाद। बहुत बहुत शुक्रिया जी, बहुत बहुत शुक्रिया साहब जी। थैंक यू। जय भीम जय। हाँ जी, ये ਜਿਹੜੇ ਰਿਪਰੈਜ਼ੈਂਟੇਟਿਵ ਇੰਡੀਅਨ ਹਾਈ ਕਮਿਸ਼ਨ ਦੇ ਗਏ ਮਾਮੂਲੀ ਦਿਨ 6 ਜਣੇ, ਉਹਨਾਂ ਦੀ ਗੱਲਬਾਤ ਤੁਹਾਨੂੰ ਅਸੀਂ ਸ਼ੇਅਰ ਕੀਤੀ ਹੈ। ਤੇ ਜਿਹੜੀ ਗੱਲ ਮੈਂ ਕਰ ਰਿਹਾ ਸੀਗਾ ਉਹ ਉਹਨਾਂ ਨੇ ਨਾਂ ਦੱਸ ਦਿੱਤੇ, ਮੈਂ ਪਹਿਲਾਂ ਕਰ ਰਿਹਾ ਸੀ। ਮੈਂ ਇੱਕ ਆਪਣੀ ਲਿਖੀ ਕਵਿਤਾ ਦਾ ਟਾਈਮ ਨਹੀਂ ਹੈ, ਪਰ ਮੈਂ ਇਹ ਇੱਕ ਸੁਨੇਹਾ ਜਿਹੜਾ ਕਿ ਮੈਂ ਕਰਨਾ, ਹੱਲ ਕੀ ਇਹਦਾ ਮੇਰੇ ਆਪਣੇ ਨਜ਼ਰੀਏ ਨਾਲ ਜਿਹੜਾ ਹੱਲ ਆ ਉਹ ਇਹ ਹੈ ਕਿ ਸਾਨੂੰ ਇਕੱਲੇ ਰੋਣ ਨਾਲ ਕੁਛ ਨਹੀਂ ਕਰਨਾ, ਸੋਚ ਵਿਚਾਰ ਆ ਸੱਜਣਾ ਕੋਈ ਹੱਲ ਟੋਲੀਏ, ਆ ਸੱਜਣਾ ਕੋਈ ਹੱਲ ਟੋਲੀਏ, ਕੱਲਾ ਬੈਠਾ ਨਾ ਤੂੰ ਰੋ, ਆ ਸੱਜਣਾ ਕੋਈ ਹੱਲ ਟੋਲੀਏ, ਕੱਲਾ ਬੈਠਾ ਨਾ ਤੂੰ ਰੋ, ਰਲ ਮਿਲ ਮਹਿਰ ਮੁਨਾਰੇ ਬਣਦੇ, ਕੱਲਿਆਂ ਦੁੱਖ ਨਾ ਹੋਣੇ ਤੋਂ, ਹਰ ਪਲ ਦਲਤਾ ਦੁਖੜੇ ਝੱਲਦਾ, ਹਰ ਪਲ ਦਲਤਾ ਦੁਖੜੇ ਝੱਲਦਾ, ਸੱਜਣਾ ਨਹੀਂ ਭਰੋਸਾ ਕੱਲ੍ਹ ਦਾ, ਹਰ ਪਲ ਦਲਤਾ ਦੁਖੜੇ ਝੱਲਦਾ, ਸੱਜਣਾ ਨਹੀਂ ਭਰੋਸਾ ਕੱਲ੍ਹ ਦਾ, ਇੱਕ ਮੁੱਠ ਹੋ ਕੇ ਸੋਚ ਸਕੇ ਤੂੰ, ਕਿਹੜਾ ਬੀਜ ਦੇਵਾਂ ਮੈਂ ਬੋ, ਰਲ ਮਿਲ ਮਹਿਰ ਮੁਨਾਰੇ ਬਣਦੇ, ਕੱਲਿਆਂ ਦੁੱਖ ਨਾ ਹੋਣੇ ਤੋਂ। ਹਾਂ, ਹਰ ਪਲ ਦਲਤਾ ਦੁਖੜੇ ਝੱਲਦਾ, ਸੱਜਣਾ ਨਹੀਂ ਭਰੋਸਾ ਕੱਲ੍ਹ ਦਾ, ਇੱਕ ਮੁੱਠ ਹੋ ਕੇ ਸੋਚ ਸਕੇ ਤੂੰ, ਕਿਹੜਾ ਬੀਜ ਦੇਵਾਂ ਬੋ, ਰਲ ਮਿਲ ਮਹਿਲ ਮੁਨਾਰੇ ਬਣਦੇ, ਕੱਲਿਆਂ ਦੁੱਖ ਨਾ ਹੋਣੇ ਤੋਂ। ਹਰ ਥਾਂ ਬੇਇਨਸਾਫੀ ਹੁੰਦੀ, ਤੈਨੂੰ ਜ਼ਰਾ ਖੁਰਕ ਨਾ ਹੁੰਦੀ, ਹਰ ਥਾਂ ਬੇਇਨਸਾਫੀ ਹੁੰਦੀ, ਤੈਨੂੰ ਖੁਰਕ ਜ਼ਰਾ ਨਾ ਹੁੰਦੀ, ਖੁਦਗਰਜ਼ੀ ਦਾ ਪੱਲਾ ਛੱਡ ਕੇ ਇੱਕ ਵਿੱਚ ਸਭ ਇੱਕ ਜਾਈਏ ਹੋ, ਰਲ ਮਿਲ ਮਹਿਲ ਮੁਨਾਰੇ ਬਣਦੇ, ਕੱਲਿਆਂ ਦੁੱਖ ਨਾ ਹੋਣੇ ਤੋਂ। ਤੂੰ ਸਮਝੇ ਤੇਰੀਆਂ ਚੜੀਆਂ ਗੁੱਡੀਆਂ, ਤੂੰ ਸਮਝੇ ਤੇਰੀਆਂ ਚੜੀਆਂ ਗੁੱਡੀਆਂ, ਵੀਰ ਤੇਰੇ ਦੀਆਂ ਸੜ ਗਈਆਂ ਝੁੱਗੀਆਂ, ਤੂੰ ਸਮਝੇ ਤੇਰੀਆਂ ਚੜੀਆਂ ਗੁੱਡੀਆਂ, ਵੀਰ ਤੇਰੇ ਦੀਆਂ ਸੜ ਗਈਆਂ ਝੁੱਗੀਆਂ, ਲੋਕੀ ਹਾਂ ਦਾ ਨਾਰਾ ਮਾਰਨ, ਤੈਨੂੰ ਖਬਰ ਰਹੀ ਨਾ ਹੋ। ਅਸੀਂ ਸਾਨੂੰ ਲੋਕਾਂ ਤੋਂ ਪਤਾ ਲੱਗਦਾ, ਆਪ ਅਸੀਂ ਕਹਿੰਦੇ ਕੋਈ ਨਹੀਂ, ਮੇਰਾ ਨਹੀਂ ਉਹ। ਤੂੰ ਸਮਝੇ ਤੇਰੀਆਂ ਚੜੀਆਂ ਗੁੱਡੀਆਂ, ਵੀਰ ਤੇਰੇ ਦੀਆਂ ਸੜ ਗਈਆਂ ਝੁੱਗੀਆਂ, ਲੋਕੀ ਹਾਂ ਦਾ ਨਾਰਾ ਮਾਰ, ਤੈਨੂੰ ਖਬਰ ਰਹੀ ਨਾ ਹੋ, ਰਲ ਮਹਿਲ ਮੁਨਾਰੇ ਬਣਦੇ, ਕੱਲਿਆਂ ਦੁੱਖ ਨਾ ਹੋਣੇ ਤੋਂ। ਆਖਰੀ ਮਿਸਰਾ ਜੀ, ਹੱਥ ਬੰਨ ਸਦਾ ਹੀ ਅਰਜ਼ ਗੁਜ਼ਾਰੇ ਭੀਮ, ਹੱਥ ਬੰਨ ਸਦਾ ਹੀ ਅਰਜ਼ ਗੁਜ਼ਾਰੇ, ਧਰਮ ਇਹ ਆ ਭੀਮ ਦੁਆਰੇ, ਭੀਮ ਮਿਸ਼ਨ ਵਿੱਚ ਇੱਕਮਿਕ ਹੋ ਜਾ, ਸਾਰੇ ਦੁੱਖੜੇ ਹੋਣੇ ਤੋਂ, ਰਲ ਮਿਲ ਮਹਿਲ ਮੁਨਾਰੇ ਬਣਦੇ, ਕੱਲਿਆਂ ਦੁੱਖ ਨਾ ਹੋਣੇ ਤੋਂ। ਆ ਸੱਜਣਾ ਕੋਈ ਹੱਲ ਟੋਲੀਏ, ਕੱਲਾ ਬੈਠਾ ਨਾ ਤੂੰ ਰੋ, ਰਲ ਮਿਲ ਮਹਿਲ ਮੁਨਾਰੇ ਬਣਦੇ, ਕੱਲਿਆਂ ਦੁੱਖ ਨਾ ਹੋਣੇ ਤੋਂ। ਇਹ ਇੱਕ ਮੈਸੇਜ ਆ ਕਿ ਜਿੰਨਾ ਚਿਰ ਅਸੀਂ ਮਸਲੇ ਨੂੰ ਲੈ ਕੇ, ਕਿਉਂਕਿ ਜਿਹੜੀ ਇਕੱਲਾ ਹੀ ਇਕੱਠ ਦੀ ਗੱਲ ਕਰ ਰਹੀ ਨਾ, ਇਕੱਲਾ ਇਕੱਠ ਜਦੋਂ ਕੋਈ ਸਾਡੇ ਕੋਈ ਫੰਕਸ਼ਨ ਹੁੰਦਾ, ਕੋਈ ਗੁਰਦੁਆਰੇ ਵਿੱਚ ਹੋ ਜਾਵੇ, ਤਾਂ ਅਸੀਂ ਬਹੁਤ ਲੋਕ ਇਕੱਠੇ ਹੁੰਦੇ ਹਾਂ। ਲੇਕਿਨ ਜਿਹੜਾ ਅਸੀਂ ਇਕੱਠੇ ਹੋਣ ਦੀ ਗੱਲ ਕਰਦੇ ਹਾਂ, ਜਿਹੜੇ ਯੂਨਿਟੀ ਕਰਨ ਦੀ ਗੱਲ ਕਰਦੇ ਹਾਂ, ਮਕਸਦ ਉਹਦਾ ਜਿਹੜਾ ਮਕਸਦ ਆ ਉਹ ਬਹੁਤ ਜ਼ਰੂਰੀ ਆ। ਤੇ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ ਤੁਸੀਂ? ਦੇਖੋ ਗੱਲ ਜਾਣੀ ਕਿ ਜਿਹੜੀ ਜਿੱਥੋਂ ਸ਼ੁਰੂ ਸੀ ਆਪਾਂ ਕੀਤੀ, ਹਾਂਜੀ, ਇੱਕ ਤਾਂ ਜਿਹੜਾ ਸਾਡਾ ਸਮਾਜਿਕ ਢਾਂਚਾ ਹੈਗਾ ਉਹਦੇ ਵਿੱਚ ਡਿਵੀਜ਼ਨ ਜਿਹੜੀਆਂ ਹਨ ਇੰਨੀਆਂ ਹੈਗੀਆਂ, ਜਾਤ ਪਾਤ, ਉਦੋਂ ਬਾਅਦ ਸਬ ਜਾਤ, ਜਾਣੀ ਕਿ ਉਹ ਜਿਹੜੀ ਸੁਸਾਇਟੀ ਹੈਗੀ ਆ ਕਦੇ ਵੀ ਯਾਨੀ ਇਕੱਠੀ ਨਹੀਂ ਹੁੰਦੀ। ਦੂਸਰੀ ਯਾਨੀ ਕਿ ਗੱਲ ਇਹ ਹੈ, ਜਦੋਂ ਜਿਹੜਾ ਸੋ ਕੋਲਡ ਜਿਹੜਾ ਹੈਗਾ ਲੋਅਰ ਕਾਸਟ, ਯਾਨੀ ਕਿ ਜਦੋਂ ਕੋਈ ਜ਼ੁਲਮ ਹੁੰਦਾ ਹੈਗਾ ਤੇ ਬਾਕੀ ਦੇ ਲੋਕ ਯਾਨੀ ਕਿ ਚੁੱਪ ਰਹਿੰਦੇ ਹੈ। ਸੋ
मैं समझदा भी ये कोई कॉल है करो सी हाँ जानी कि मतलब ये है भी जानी कि जो जो तुसीं ये गल करते हैं तो कॉल आई है सतपाल मोमन साहब साਡਾ बहुत स्वागत है की कहना चाਹੁੰਦੇ जय भीम जी थैंक यू तुसीं मैनूं टाइम दिता मैं बहुता टाइम नहीं लवांगा क्योंकि तुहाडे कोल बहुत व्यूअर्स हैगे जिहड़े अपना मैसेज देना चाहते हैं मेरा मैसेज एक बहुत क्विक वन हैगा वो ये हैगा कि कास्पा यूके और साउथ एशिया सॉलिडारिटी ग्रुप और ओवर 75 ऑर्गेनाइजेशंस इन्होंने एक ओपन लेटर एक ओपन मैमोरेंडम ड्राफ्ट करके यूनाइटेड नेशंस दी ह्यूमन राइट्स कमीशन नूं भेजिया हैगा ਉਹਦੇ ਵਿੱਚ दो डिमांड हैं एक डिमांड है कि एक पब्लिक इंक्वायरी होनी चाहिए है कि ਜਿਹੜਾ ਹਾਥਰਸ ਦੇ ਵਿੱਚ रेप केस होया इस दे बारे और सैकेंड एंड इंपोर्टेंटली कि ਜਿਹੜੀ गवर्नमेंट हैगी है यूनाइट अपने उत्तर प्रदेश में तो योगी आदित्यनाथ दी योगी आदित्यनाथ नूं डिसमिस करना चाहिए और असी कह रहे हैं कि इंडियन प्राइम मिनिस्टर मोदी शुड टेक द एप्रोप्रिएट एक्शन बिकॉज द लॉ एंड डिसऑर्डर इन्ना खराब हो चुका है कि दे शुड डिसमिस दिस आदित्यनाथ चीफ मिनिस्टर और सैकेंडली और थर्डली ये मैं कहना चाहता कि तुसी जिदा न्यूज़ बहुत छेती चेंज हो रही है और अज ही अनाउंस की गई हैगी है अपने उत्तर प्रदेश की गवर्नमेंट ने कि उन्होंने एक पब्लिक रिलेशंस कंपनी हायर की हैगी है जिहड़ी कि दुनिया दे विच प्रोपागेंडा करे कि जिहड़ी मनीषा दा रेप होया यह रेप नहीं होया और तुसी ये सोच सकते हैं कि अगर एक गवर्नमेंट एक स्टेट दी गवर्नमेंट एक पब्लिक रिलेशंस कंपनी नूं हायर करे कि सप्रेस दी आइडिया कि रेप होया या नहीं जां इहनूं कहा जाए कि रेप नहीं होया कि इसका मतलब ये हैगा कि जिहड़ी गवर्नमेंट हैगी है ये बैकफुट ते जा रही है और इंटरनेशनल प्रेशर इन्ना माउंट हो रहा हैगा इस टाइम ते और यह कंटिन्यू होना चाहिए ये जिहड़ी गवर्नमेंट हैगी है इन्होंने दे हैव कैरिड आउट ए क्राइम अगेंस्ट ह्यूमैनिटी जिहड़ा कि इंटरनेशनल लॉ दे विच एक बहुत बड़ा एक पॉइंट हैगा कि तुसी क्राइम अगेंस्ट ह्यूमैनिटी दे नाल नहीं कर सकते उत्थे सिर्फ रेप एंड मर्डर ही नहीं हो रहा जिहड़ा कोई बोलदा है जिहड़ा फ्रीडम ऑफ स्पीच हैगा और हरेसमेंट और कोई आदमी आके मोरे गल करना चाहता उन्होंने फड़ के अंदर दिता जाता this country this Indian government this Indian nation under the Prime Minister of Narendra Modi has really taken the country into a barbaric period. It is unbelievable this kind of thing is going on. So international pressure is mounting and the UP government has now taken the steps to hire a public relations company to propagate the idea that no rape has happened. So all of the people around the world should listen to what is happening and take the appropriate action. And United Kingdom ਦੇ ਵਿੱਚੋਂ ਆਪਣੇ ਤੁਹਾਨੂੰ ਜਿੱਦਾਂ ਦੱਸਿਆ ਕਿ over 75 organizations have submitted has endorsed this open letter to the United Nations High Commission. So ਇਹ ਜਿਹੜਾ ਪ੍ਰੈਸ਼ਰ ਹੈਗਾ ਔਰ ਤੁਹਾਡਾ ਬਹੁਤ ਸ਼ੁਕਰੀਆ ਕਾਂਸ਼ੀ ਟੀਵੀ ਦਾ ਬਹੁਤ ਸ਼ੁਕਰੀਆ ਕਿ ਤੁਸੀਂ ਇਸ ਇਸ਼ੂ ਦੇ ਉੱਤੇ ਅੱਜ ਗੱਲਬਾਤ ਕਰ ਰਹੇ ਹਾਂ ਕਿ ਇਹ ਜਿਹੜਾ ਇਸ਼ੂ ਹੈ ਲੌਂਗ ਪੈਂਡਿੰਗ ਸੀਗਾ मैं ਤੁਹਾਨੂੰ अपील करना चाहना कि इत्थे ही स्टॉप ना हो जियो प्लीज continue and we are there in solidarity together and that's the only thing I want to say and thank you again ਥੈਂਕ ਯੂ ਸਤਪਾਲ ਜੀ ਐਕਚੁਅਲੀ ਤੁਸੀਂ ਮੈਨੂੰ ਮੈਂ ਆਹ ਜਿਹੜੀ ਪਟੀਸ਼ਨ ਦੀ ਗੱਲ ਹੈ ਨਾ ਜਿਹੜਾ ਚਿੱਠੀ ਮੈਂ ਪੜ੍ਹਨੀ ਸੀਗੀ ਆਲਰੇਡੀ ਮੈਂ ਮੇਰੇ ਮੂਹਰੇ ਪਈ ਹੈ ਇਸ ਵੇਲੇ ਤੇ ਤੁਸੀਂ ਮੇਰਾ ਕੰਮ ਕਰਤਾ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਸੀਂ ਜਿਹੜਾ ਕੀਤਾ ਅੱਛਾ ਮੈਂ ਤੁਹਾਡੇ ਕੋਲ ਹੁਣ ਤੁਸੀਂ ਲਾਈਨ 'ਤੇ ਤੁਸੀਂ ਪਲੀਜ਼ ਸੁਜੈਸਟ ਕਰੋ ਜਿਹੜੀਆਂ ਇੱਥੇ ਸਾਡੀਆਂ ਸੰਸਥਾਵਾਂ ਹੈਗੀਆਂ ਕਿਉਂਕਿ ਡੈਮੋਨਸਟ੍ਰੇਸ਼ਨ ਤਾਂ ਆਪਾਂ ਪਬਲਿਕ ਤੋਂ ਕਰ ਨਹੀਂ ਸਕਦੇ ਦੇਰ ਕੰਡੀਸ਼ਨਸ ਸੰਸਥਾਵਾਂ ਨੂੰ ਇੰਡੀਵਿਜੂਅਲ ਤੌਰ 'ਤੇ ਕੀ ਕਰਨਾ ਚਾਹੀਦਾ ਇਸ ਲਈ ਉਹਨਾਂ ਨੂੰ ਇੱਕ ਇੱਥੇ ਗੈਪ ਹੈਗਾ ਲੀਡਰਸ਼ਿਪ ਦਾ ਤੁਹਾਨੂੰ ਪਤਾ ਲੀਡਰਸ਼ਿਪ ਦਾ ਗੈਪ ਹੈ ਉਸ ਦੇ ਬਾਵਜੂਦ ਵੀ ਇਹ ਜਿਹੜਾ ਐਕਸ਼ਨ ਯੂਨਾਈਟਿਡ ਨੇਸ਼ਨਸ ਨੂੰ ਲੈਟਰ ਲਿਖਣ ਦਾ ਜਾਂ ਪਬਲਿਕ ਪ੍ਰੈਸ਼ਰ ਪਾਉਣ ਦਾ ਇਹ ਜਿਹੜਾ ਆਪਾਂ ਲਿਆ ਹੈਗਾ ਇਹ ਆਪਣੇ ਕਾਸਵਾ ਯੂਕੇ ने लीड किया और साउथ एशिया सॉलिडारिटी ग्रुप और जेडे अपने श्रीकांत जी होनी राज बोध होना ने दलजीत होना ने जी गल की है मैमोरेंडम देने का ये आप सारे एक ही जगह आप सारे इकट्ठे ही हैं और ये जी यूनिटी हैगी है
ਇਹ ਇਕੱਠੀ ਹੋਣੀ ਆ ਔਰ ਸੋਲੀਡੀਫਾਈ ਹੋਏਗੀ ਔਰ ਬਹੁਤ ਪਾਵਰਫੁਲ ਇੱਕ ਯੂਨਾਈਟਿਡ ਫੋਰਸ ਬਣੇਗਾ ਜਿਹੜਾ ਕਿ ਇੰਨੀਆਂ ਸਦੀਆਂ ਤੋਂ ਤਾਂ ਛੱਡੋ ਆ ਜਿਹੜੇ ਲਾਸਟ ਫਿਊ ਈਅਰਸ ਦੇ ਵਿੱਚ 10-15 ਸਾਲ ਤੋਂ ਐਟਰੋਸਿਟੀਜ਼ ਜਿੱਦਾਂ ਵਧੀਆਂ ਜਾਂਦੀਆਂ ਔਰ ਪਾਰਟਿਕੂਲਰਲੀ ਅੰਡਰ ਦੀ ਗਵਰਨਮੈਂਟ ਆਫ ਦ BJP it's a long standing issue and it's about time our people wake up and they are waking up we are all together in it and ਜਿਹੜੀ solidarity ਦਾ ਜਿਹੜਾ ਫੋਰਸ ਬਣ ਰਿਹਾ ਇਹ ਪਬਲਿਕ ਨੂੰ ਪਤਾ ਲੱਗੇਗਾ ਕਿ ਹਾਂ ਠੀਕ ਹੈ we are all united and we are all taking collective action। ਸਤਪਾਲ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨੀ ਹੈ ਕਿ ਜਿਹੜੀ ਇੱਥੇ ਦੀਆਂ ਸੰਸਥਾਵਾਂ ਬਲਕਿ ਤਾਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਹੈਗੀਆਂ ਉਹਨਾਂ ਨੂੰ ਡੋਂਟ ਲੈਟ them go to sleep keep them awake no this is we are all awake and all our friends are awake and we are not this is not ਤੁਹਾਡੇ ਕੋਲੋਂ ਅਸੀਂ ਇਹ ਕਾਂਸ਼ੀ ਟੀਵੀ ਦੇ ਕੋਲੋਂ ਇਹ ਸਪੋਰਟ ਚਾਹੁੰਦੇ ਆ ਕਿ ਜਿਹੜੇ ਆਪਾਂ ਇਹ ਇਕੱਠੇ ਹੋ ਕੇ ਐਕਸ਼ਨ ਲਵਾਂਗੇ ਇਹ ਸਪੋਰਟ ਕਰੇ। ਕਾਂਸ਼ੀ ਟੀਵੀ ਹਮੇਸ਼ਾ ਹੀ ਕਮਿਊਨਿਟੀ ਦੇ ਜਿਹੜੇ ਹੈਗੇ ਆ ਤਰੱਕੀ ਉਹਦੇ ਵਿੱਚ ਹਮੇਸ਼ਾ ਹੀ ਯੋਗਦਾਨ ਪਾਉਂਦੀ ਰਹੀ ਔਰ ਫਿਊਚਰ ਵਿੱਚ ਅਸੀਂ ਤੁਹਾਡੇ ਬਿਲਕੁਲ ਨਾਲ ਸਪੋਰਟ ਵਿੱਚ। ਥੈਂਕ ਯੂ ਜੀ ਥੈਂਕ ਯੂ ਸੋ ਮਚ। ਡਾਕਟਰ ਮਲਹੋਤਰਾ ਜੀ ਤੁਹਾਨੂੰ ਗੱਲ ਕਰਨੀ ਚਾਹੁੰਦੇ ਉਹਨਾਂ ਨੇ ਕਰਨਾ। ਹਾਂਜੀ ਸਤਪਾਲ ਜੀ ਮੈਂ ਹਰੀਸ਼ ਬੋਲਦਾ। ਹੈਲੋ ਡਾਕਟਰ ਸਾਹਿਬ। ਹਾਂ ਜਿਹੜੀ ਗੱਲ ਤੁਸੀਂ ਸੋਲੀਡੈਰਿਟੀ ਦੀ ਕੀਤੀ ਹੈ ਨਾ ਬਹੁਤ ਵਧੀਆ ਹੈਗੀ ਪਰ ਮੈਂ ਸਮਝਦਾ ਵੀ ਇਹ ਤੋਂ ਅੱਗੇ ਜਾਣ ਦੀ ਵੀ ਗੱਲ ਹੈਗੀ ਲੈ ਵੀ ਸਿਰਫ ਦਲਿਤ ਆਰਗੇਨਾਈਜੇਸ਼ਨ ਹੀ ਕਿਉਂ ਜਿਹੜੀਆਂ ਬਾਕੀ ਆਰਗੇਨਾਈਜੇਸ਼ਨਸ ਹੈਗੀਆਂ ਉਹ ਕਿੱਥੇ ਸੁੱਤੀਆਂ ਪਈਆਂ ਜਦੋਂ ਉਹਨਾਂ ਦਾ ਕੋਈ ਮਸਲਾ ਹੁੰਦਾ ਤਾਂ ਫਿਰ ਦਲਿਤਾਂ ਦੇ ਪਿੱਛੇ ਪੈਂਦੇ ਹੈਗੇ ਆ। ਅਤੇ ਹੁਣ ਜਾਣੀ ਕਿ ਜਿੰਨੀਆਂ ਵੀ ਹੋਰ ਆਰਗੇਨਾਈਜੇਸ਼ਨਸ ਹੈਗੀਆਂ ਚਾਹੇ ਉਹ ਧਾਰਮਿਕ ਹੈਗੀਆਂ ਜਾਂ ਨੋਨ ਧਾਰਮਿਕ ਹੈਗੀਆਂ ਜਾਂ ਉਹ ਪ੍ਰੋਗਰੈਸਿਵ ਦਿਖਾਉਂਦੀਆਂ ਜਾਂ ਆਪਣੇ ਆਪ ਨੂੰ ਜਾਣੀ ਕਿ ਕੁਛ ਵੀ ਕਿਸੇ ਵੀ ਨਾਂ ਦੇ ਨਾਲ ਆਪਣੇ ਆਪ ਨੂੰ ਜਾਣਦੇ ਆ ਉਹਨਾਂ ਨੂੰ ਵੀ ਇਸ ਅਟਰੋਸਿਟੀਜ਼ ਬਾਰੇ ਅਤੇ ਇਹ ਜਾਣੀ ਕਿ ਜੋ ਉੱਥੇ ਇਨਜਸਟਿਸ ਜਾਣੀ ਕਿ ਹੋ ਰਿਹਾ ਹੈਗਾ ਉਹਨਾਂ ਬਾਰੇ ਕਿਉਂ ਨਹੀਂ ਉਹ ਨਾਲ ਜੁੜਦੇ। ਦਿਸ ਅ ਗੁੱਡ ਕੁਐਸਚਨ ਐਂਡ ਵੀ ਨੀਡ ਟੂ ਵਰਕ ਟੁਗੇਦਰ ਔਨ ਦੈਟ ਓਕੇ। ਪਰ ਮੈਂ ਜਿਹੜਾ ਯੂਨਾਈਟਿਡ ਨੇਸ਼ਨਸ ਨੂੰ ਲੈਟਰ ਲਿਖਿਆ ਹੈਗਾ ਉੱਪਰ ਲੈਟਰ ਉਹਦੇ ਵਿੱਚ ਤੁਸੀਂ ਉਹਦੇ ਵਿੱਚ ਮੁਸਲਿਮ ਵੀ ਹੈ ਸਿੱਖ ਵੀ ਹੈ ਉਹਦੇ ਵਿੱਚ ਬਹੁਤ ਆਪਣੇ ਮਹੇਸ਼ ਸਾਹਿਬ ਉਹਨਾਂ ਦੇ ਕੋਲ ਲਿਸਟ ਹੈਗੀ ਆ ਔਰ ਤੁਸੀਂ ਉਹਦੇ ਵਿੱਚ ਦੇਖੋਗੇ ਕਿ ਸਾਰੇ ਇਟ ਇਜ਼ ਅਕ੍ਰੋਸ ਦ ਬੋਰਡ ਠੀਕ ਹੈ ਔਰ ਲੇਕਿਨ ਇਹ ਤੁਸੀਂ ਬਿਲਕੁਲ ਇੱਕ ਇੰਪੋਰਟੈਂਟ ਪੁਆਇੰਟ ਰੇਜ਼ ਕੀਤੀ ਹੈਗੀ ਆ ਕਿ ਜਿਹੜੇ ਯੂਨਾਈਟਿਡ ਕਿੰਗਡਮ ਦੇ ਵਿੱਚ ਪਾਰਟਿਕੂਲਰਲੀ ਜਿਹੜੇ ਇਹਨਾਂ ਦੇ ਉੱਤੇ ਥੋੜਾ ਜਿਹਾ ਕੰਮ ਕਰਨ ਦੀ ਜ਼ਰੂਰਤ ਹੈ ਔਰ ਤੁਸੀਂ ਸਪੋਰਟ ਕਰੋ ਤੁਹਾਡੇ ਨਾਲ ਆਪਾਂ ਜੁੜਾਂਗੇ ਔਰ ਇਹਨਾਂ ਨੂੰ ਆਪਾਂ ਰੀਚ ਆਊਟ ਕਰਾਂਗੇ ਇਹਨਾਂ ਦੇ ਨਾਲ ਹੱਥ ਇਹਨਾਂ ਦੇ ਨਾਲ ਮਿਲਾ ਕੇ ਇਕੱਠੇ ਹੋ ਕੇ ਇੱਕ ਸੋਲੀਡੈਰਿਟੀ ਗਰੁੱਪ ਔਨ ਦ ਇਸ਼ੂ ਆਫ ਹਿਊਮਨ ਰਾਈਟਸ। ਦੇਖੋ ਅਗਰ ਦਲਿਤਾਂ ਦੇ ਨਾਲ ਹਿਊਮਨ ਰਾਈਟ ਹੁੰਦਾ ਉਹ ਕ੍ਰਿਸਚੀਅਨਾਂ ਨਾਲ ਵੀ ਹੁੰਦਾ ਸਿੱਖਾਂ ਦੇ ਨਾਲ ਵੀ ਹੁੰਦਾ ਉਹ ਮੁਸਲਮਾਨਾਂ ਦੇ ਨਾਲ ਵੀ ਹੁੰਦਾ ਤੇ why is this happening and we are coming together and the world is waking up to this now। ਸਤਪਾਲ ਜੀ ਯਾਨੀ ਕਿ ਜਿਹੜੀ ਇੱਥੇ ਦੀ ਐਮਨੈਸਟੀ ਇੰਟਰਨੈਸ਼ਨਲ ਹੈ ਬ੍ਰਿਟਨ ਦੇ ਵਿੱਚ ਯਾਨੀ ਕਿ ਬ੍ਰਿਟਨ ਦੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਇੱਥੇ ਦੇ MPs ਹੈਗੇ ਆ ਯਾਨੀ ਕਿ ਜਾਂ ਹੋਰ ਪ੍ਰੋਗਰੈਸਿਵ ਜਿਹੜੀਆਂ ਹਿਊਮਨਿਸਟ ਰੈਸ਼ਨਲ ਸੁਸਾਇਟੀਜ਼ ਵਗੈਰਾ ਹੈਗੀ ਉਹਨਾਂ ਨਾਲ ਵੀ ਕੰਟੈਕਟ ਕਰਨਾ ਚਾਹੀਦਾ ਤਾਂ ਕਿ ਪ੍ਰੈਸ਼ਰ ਵਧਿਆ ਜਾ ਸਕੇ। we are in contact and next ਜਿਹੜਾ ਹੈਗਾ ਇਹ ਇਸ਼ੂ ਜਿਹੜੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਜਾਏਗਾ this is what we are working on ਔਰ ਇਹਨਾਂ ਦੇ ਆਪਣੇ ਬ੍ਰਿਟਿਸ਼ ਪਾਰਲੀਮੈਂਟ ਵਿੱਚ ਇਹ ਸਵਾਲ ਉੱਠੇਗਾ this is a horrible thing that is happening in India absolutely so ਉਹਦੇ ਨਾਲ ਆਪਣੇ ਡਾਕਟਰ ਸਾਹਿਬ ਤੁਸੀਂ ਵੀ ਜਿੱਦਾਂ ਵੀ ਤੁਹਾਡੇ ਕਨੈਕਸ਼ਨ ਵਿੱਚ ਤੁਹਾਡੀ ਨੈਟਵਰਕ ਵਿੱਚ ਜਿੰਨੇ ਵੀ ਸਾਥੀ ਔਰ ਆਰਗੇਨਾਈਜੇਸ਼ਨਸ ਹਨ ਤੁਸੀਂ ਵੀ ਲੀਡ ਲਓ ਤੁਸੀਂ ਵੀ ਜੁਆਇਨ ਹੋਵੋ ਔਰ ਉਹਦੇ ਨਾਲ ਕਲੈਕਟਿਵਲੀ ਆਪਾਂ ਇੱਥੇ ਬ੍ਰਿਟਿਸ਼ ਪਾਰਲੀਮੈਂਟ ਫਸਟ ਸਟੈਪ ਤਾਂ ਇਹ ਆਪਣਾ ਚੱਕਣਾ ਹੈਗਾ ਕਿ ਬ੍ਰਿਟਿਸ਼ ਪਾਰਲੀਮੈਂਟ ਵਿੱਚ ਇਹ ਆਵਾਜ਼ ਉੱਠੇ ਔਰ ਉਹਦੇ ਨਾਲ ਆਪਣੇ ਕੋਲ ਮੈਕੈਨਿਜ਼ਮ ਹੈਗਾ and we are working on it and we are making sure that this subject is not going to be lost। thank you ji log jagrat ho chuke hain and they are not going to fall asleep anymore this is enough yes okay सतपाल जी बहुत मेहरबानी thank you thank you हाँ सतपाल जी हेलो हाँ जी ਦੱਸੋ ਜੀ। हाँ मेरे को एक आइडिया है इसके मन में ਤੁਸੀਂ ਤੁਹਾਡਾ ਕੋਈ ਵੀ ਮੈਂਬਰ ਜਿਹੜਾ ਬੋਲ ਸਕਦਾ ਜਦੋਂ ਉਹ ਬਰਮਿੰਘਮ ਆ ਜਾਵੇ ਅਸੀਂ ਸਪੈਸ਼ਲੀ ਫੇਰ ਇੱਕ ਪ੍ਰੋਗਰਾਮ ਆਰਗੇਨਾਈਜ਼ ਕਰ ਲਵਾਂਗੇ ਕਿਸੇ ਸੈਚਰਡੇ ਤੇ ਇਟ ਵਿਲ ਬੀ ਗੁੱਡ ਅਪਰੋਚ। ਠੀਕ ਹੈ ਨੈਕਸਟ ਸਟੈਪ ਜਿਹੜਾ ਹੈਗਾ ਬ੍ਰਿਟਿਸ਼ ਪਾਰਲੀਮੈਂਟ ਤੇ ਅਸੀਂ ਕਨੈਕਸ਼ਨ ਕਰਨਾ ਹੈਗਾ ਉਹ ਤੋਂ ਜਿਹੜੀ ਪ੍ਰੋਗਰੈਸ ਹੋਏਗੀ ਕਿਉਂਕਿ ਤੁਹਾਡਾ ਇੱਕ ਡਿਊਟੀ ਵੀ ਹੈਗੀ ਆ ਕਿ ਲੋਕੀ ਗੱਲਾਂ ਹੀ ਨਾ ਕਰਨ ਉਹਦੇ ਨਾਲ ਕੋਈ ਫਰਦਰ ਸਟੈਪ ਕਿਹੜਾ ਫਰਦਰ ਪ੍ਰੋਗਰੈਸ ਕਿਹੜਾ ਇਹ ਤੁਹਾਨੂੰ ਮੋਨੀਟਰ ਕਰਨਾ ਚਾਹੀਦਾ ਔਰ ਸਾਨੂੰ ਵੀ ਮੋਨੀਟਰ ਤੁਹਾਨੂੰ ਕਰਨਾ ਚਾਹੀਦਾ ਔਰ ਅਸੀਂ ਤੁਹਾਨੂੰ ਰਿਪੋਰਟ ਕਰਾਂਗੇ ਕਿ ਜਿਹੜਾ ਨੈਕਸਟ ਸਟੈਪ ਕਿਹੜਾ ਹੈਗਾ ਔਰ ਨੈਕਸਟ ਸਟੈਪ ਦੇ ਉੱਤੇ ਉਹਦੇ ਉੱਤੇ ਚਰਚਾ ਹੋਏਗੀ। ਤੁਸੀਂ ਕੋਈ ਵੀ ਬੰਦਾ ਤੁਸੀਂ ਸਾਨੂੰ ਦੇ ਸਕਦੇ ਆ ਵੀ ਇਹ ਤੁਹਾਡੇ ਬਿਹਾਫ ਤੇ ਗੱਲ ਕਰੇ ਅਸੀਂ ਸਪੈਸ਼ਲੀ ਪ੍ਰੋਗਰਾਮ ਆਰਗੇਨਾਈਜ਼ ਕਰ ਲਵਾਂਗੇ ਉਹਨਾਂ ਵਾਸਤੇ ਉਹਨਾਂ ਨਾਲ ਬੈਠ ਕੇ ਗੱਲ ਕਰਾਂਗੇ ਅਸੀਂ।
ठीक है जी, थैंक यू सो मच फॉर योर सपोर्ट। थैंक यू, सॉरी आई हैव टेकन अप योर टाइम। कोई गल नहीं, थैंक यू। ओके, थैंक यू, ओके, बाय। क्योंकि ਜਿਹੜੀ ਗੱਲ ਸਤਪਾਲ ਹੋਣਾ ਨੇ ਕੀਤੀ ਆ ਜਾਣੀ ਕਿ ਜਾਂ ਬਾਕੀ ਸਾਥੀ ਨੇ ਆਪਣੀ ਗੱਲ ਕੀਤੀ ਹੈ, ਇਸ ਨਾਲ ਇੰਟਰਨੈਸ਼ਨਲੀ ਜਿਹੜਾ ਸਾਡਾ ਜਿਹੜੇ ਅਸੀਂ ਇੰਡੀਅਨ ਲੋਕ ਹੈਗੇ ਆ ਉਹਨਾਂ ਦਾ ਰੈਪੂਟੇਸ਼ਨ ਬਹੁਤ ਬੁਰੀ ਤਰ੍ਹਾਂ ਜਿਹੜਾ ਹੈਗਾ ਉਹ ਤੇ ਦਾਗ ਲੱਗਦਾ ਹੈਗਾ। ਸਰਕਾਰ ਤਾਂ ਚਲੋ ਪਹਿਲਾਂ ਜਾਣੀ ਕਿ ਜੇ ਕਾਂਗਰਸ ਸਰਕਾਰ ਸੀ ਉਦੋਂ ਵੀ ਕਿਹੜੀਆਂ ਅਟਰੋਸਿਟੀਜ਼ ਨਹੀਂ ਸੀ ਹੁੰਦੀਆਂ, ਜਾਣੀ ਕਿ ਮੇਰਾ ਮਤਲਬ ਕਹਿਣ ਦਾ ਇਹ ਹੈਗਾ ਜਿਹੜਾ ਬੇਸਿਕ ਢਾਂਚਾ ਹੈਗਾ ਜੋ ਇਨਕੇ ਕੋਡ ਇਹ ਜਾਤ ਪਾਤ ਦਾ ਹੈਗਾ, ਯਾਨੀ ਕਿ ਜਾਂ ਇਨਕੇ ਜਿਹੜਾ ਕੋਡ ਹੈਗਾ ਗਰੀਬ ਬੰਦੇ ਤੇ ਯਾਨੀ ਕਿ ਅਤਿਆਚਾਰ ਹੋਣਾ ਹੈਗਾ, ਵੀ ਨੀਡ ਟੂ ਲੁੱਕ ਐਟ ਦੈਟ। ਜਿਸ ਤਰ੍ਹਾਂ ਪਹਿਲਾਂ ਵੀ ਥੋੜ੍ਹੀ ਜਿਹੀ ਗੱਲ ਸੀ ਕੀਤੀ, ਆਪਣੇ ਚੌਹਾਨ ਸਾਹਿਬ ਨੇ ਸੀ ਗੱਲ ਕੀਤੀ, ਜਿਨ੍ਹਾਂ ਸਕ੍ਰਿਪਚਰਸ ਦੇ ਵਿੱਚ ਜਿਹੜਾ ਔਰਤ ਜਾਤ ਨੂੰ ਯਾਨੀ ਕਿ ਔਰਤ ਨੂੰ ਯਾਨੀ ਕਿਹੜਾ ਹੈਗਾ ਇੰਨਾ ਬਦਨਾਮ ਕੀਤਾ ਹੈਗਾ, ਯਾਨੀ ਕਿ ਜਾਂ ਉਹਨੂੰ ਇੰਨਾ ਘਟੀਆ ਇਨਕੇ ਗਿਣਿਆ ਗਿਆ ਹੈਗਾ, ਉਹਦੇ ਨਾਲ ਤੁਸੀਂ ਕੁਛ ਵੀ ਕਰ ਸਕਦੇ ਆ। ਦੂਸਰੇ ਪਾਸੇ ਯਾਨੀ ਕਿ ਸਾਡਾ ਪਖੰਡ ਇੱਦਾਂ ਹੈਗਾ, ਉੱਦਾਂ ਅਸੀਂ ਕਹਿੰਦੇ ਵੀ ਮਾਰ ਗਾਂ ਕਿਹੜਾ ਘਣਾ ਬੂਟਾ ਨਹੀਂ ਕੋਈ ਵੀ ਹੈ। ਜਦੋਂ ਕਿ ਜਿਹੜੀ ਅੱਜ ਬੱਚੀ ਜੰਮਦੀ ਹੈ, ਜਿਸ ਤਰ੍ਹਾਂ ਮੈਂ ਅੱਗੇ ਵੀ ਬਹੁਤ ਵਾਰੀ ਗੱਲ ਇਹ ਕੀਤੀ ਆ, ਅੱਜ ਜਿਹੜੀ ਬੱਚੀ ਜੰਮਦੀ ਆ ਉਹਨੇ ਕੱਲ੍ਹ ਨੂੰ ਕਿਸੇ ਦੀ ਮਾਂ ਵੀ ਬਣਨਾ, ਉਹ ਕਿਸੇ ਦੀ ਭੈਣ ਵੀ ਹੈ, ਅਤੇ ਉਹਨੇ ਕੱਲ੍ਹ ਨੂੰ ਕਿਸੇ ਦੀ ਪਤਨੀ ਵੀ ਬਣਨਾ ਹੈ। ਸੋ ਤੁਸੀਂ ਯਾਨੀ ਕਿ ਜਿਹੜਾ ਹੈਗਾ ਜਿਹੜਾ ਸਾਡੀ ਥਿੰਕਿੰਗ ਹੈਗੀ ਆ, ਮੈਂ ਸਮਝ ਲਿਆ ਵੀ ਇਸ ਥਿੰਕਿੰਗ ਨੂੰ ਟੋਟਲੀ ਅਬੋਲਿਸ਼ ਕਰਨ ਦੀ ਜ਼ਰੂਰਤ ਹੈਗੀ ਆ। ਜਿਹੜੀ ਸਾਡੀ ਕੰਡੀਸ਼ਨਿੰਗ ਇਹ ਹੋਈ ਹੈਗੀ ਆ, ਇਹਨੂੰ ਡੀਕੰਡੀਸ਼ਨ ਕਰਨ ਦੀ ਜ਼ਰੂਰਤ ਹੈ, ਤਾਂ ਕਿ ਅਸੀਂ ਦੁਬਾਰਾ ਇਸ ਨੁਕਤੇ 'ਤੇ ਯਾਨੀ ਕਿ ਸੋਚ ਸਕੀਏ ਬਈ ਔਰਤ ਤੋਂ ਬਿਨਾਂ ਹਿਊਮਨ ਬੀਇੰਗ ਹੈ ਹੀ ਨਹੀਂ ਹੈ, ਔਰਤ ਤੋਂ ਬਿਨਾਂ ਅਸੀਂ ਪੈਦਾ ਨਹੀਂ ਹੋ ਸਕਦੇ ਹੈਗੇ। ਦੂਸਰਾ ਯਾਨੀ ਕਿਹੜਾ ਹੈਗਾ ਜੋ ਜਿਹੜੀ ਟੋਟਲੀ ਸਾਡੀ ਥਿੰਕਿੰਗ ਹੈ, ਇੱਕ ਤਾਂ ਬੱਚੀਆਂ ਨੂੰ ਮੈਂ ਸਮਝਦਾ ਯਾਨੀ ਕਿ ਮੇਰਾ ਆਪਣਾ ਪਰਸਨਲ ਹੈਗਾ। ਹੈਲੋ ਜੀ, ਸਵਾਗਤ ਹੈ ਤੁਹਾਡਾ। ਕੌਣ ਤੇ ਕਿੱਥੋਂ ਬੋਲਦੇ ਜੀ? ਹੈਲੋ ਜੀ। ਹੈਲੋ ਜੀ, ਵੈਲਕਮ ਜੀ। ਨਮੋ ਬੁੱਧਾ ਜੈ ਭੀਮ। ਮੈਂ ਜੀ ਵਿਦਿਆ ਜੱਖੂ ਬੋਲ ਰਹੀ ਹਾਂ। ਵਿਦਿਆ, ਥੈਂਕ ਯੂ, ਤੁਸੀਂ ਕੋਲ ਕੀਤੀ ਹੈ। ਕੀ ਕਹਿਣਾ ਚਾਹੁੰਦੇ ਹੋ? ਵਿਦਿਆ ਜੱਖੂ ਬੋਲ ਰਹੀ ਹਾਂ। ਹਾਂਜੀ, ਕੀ ਕਹਿਣਾ ਚਾਹੁੰਦੇ ਭੈਣ ਜੀ? ਹਾਂਜੀ, ਮੈਂ ਤਾਂ ਇਹ ਕਹਿਣਾ ਚਾਹੁੰਦੀ, ਤੁਹਾਡਾ ਪ੍ਰੋਗਰਾਮ ਦੇਖ ਰਹੇ ਹਾਂ। ਥੈਂਕ ਯੂ। ਕਾਫੀ ਦਿਨਾਂ ਤੋਂ ਇਹ ਚਰਚਾ ਚੱਲ ਰਹੀ ਆ, ਬੜਾ ਦੁੱਖ ਆਉਂਦਾ ਆ ਇਹ ਗੱਲਾਂ ਸੁਣ ਕੇ ਵੀਰ ਜੀ। ਕੋਈ ਗੱਲ ਕਹਿਣ ਨੂੰ ਦਿਲ ਨਹੀਂ ਕਰਦਾ, ਮਨ ਖਰਾਬ ਆ ਸਾਰਿਆਂ ਦਾ, ਜਾਣੀ ਕਿ ਸਾਰੇ ਅਪਸੈਟ ਹੋਏ ਆ ਵੀ ਜੋ ਭਾਰਤ ਦੇ ਵਿੱਚ ਹੋ ਰਿਹਾ ਹੈ। ਹਾਂਜੀ, ਮੈਂ ਤਾਂ ਇਹ ਕਹਿੰਦੀ ਹਾਂ ਕਿ ਜਦੋਂ ਦੀ ਇਹ ਸਰਕਾਰ ਆਈ ਆ 5-6 ਸਾਲ ਤੋਂ ਸਾਰਾ ਭਾਰਤ ਹੀ ਰੋਡਾਂ ਤੇ ਤੁਰਿਆ ਫਿਰਦਾ, ਮੁਜ਼ਾਹਰੇ ਕਰ ਰਿਹਾ ਹੈ, ਕਿਉਂਕਿ ਹਰ ਇੱਕ ਨਾਲ ਹੀ ਉੱਥੇ ਬੇਇਨਸਾਫੀ ਹੋ ਰਹੀ ਹੈ। ਔਰ ਜੋ ਉਸ ਲੜਕੀ ਦੇ ਨਾਲ ਹੋਇਆ, ਔਰ ਮੈਂ ਵੀ ਇੱਕ ਮਦਰ ਹੋਣ ਦੇ ਨਾਤੇ ਕਹਾਂਗੀ ਕਿ ਉਹਦੀ ਮਦਰ ਦੇ ਉਹਦੇ ਸਾਹਮਣੇ ਉਹਦਾ ਸੰਸਕਾਰ ਕਰ ਰਹੇ ਸਨ ਕਿ ਉਹਨਾਂ ਨੂੰ ਪਤਾ ਨਹੀਂ ਲੱਗਾ ਕੀ ਹੋ ਰਿਹਾ ਹੈ। ਉਹਨਾਂ ਦੀ ਬੇਟੀ ਸੀ। ਬਹੁਤ ਦੁੱਖ ਦੀ ਗੱਲ ਆ ਕਿ ਮੈਂ ਵੀਰ ਜੀ ਇਹ ਕਹਾਂਗੀ, ਮੈਂ ਇਹ ਵੀ ਸੁਣਿਆ ਆ ਆਪਣੇ ਮੀਡੀਆ ਤੇ ਹੀ, ਰੇਡੀਓ ਤੇ, ਉਹ ਕਹਿੰਦੇ ਆ ਕਿ ਇਸ ਲੜਕੀ ਦਾ ਜੋ ਨਾਮ ਹੈ ਮਨੀਸ਼ਾ ਬਾਲਮੀਕ ਰੱਖਿਆ, ਮਨੀਸ਼ਾ ਬਾਲਮੀਕ ਹੈ। ਲੇਕਿਨ ਮੈਂ ਇਹ ਕਹਿੰਦੀ ਹਾਂ ਕਿ ਅਗਰ ਮਨੀਸ਼ਾ ਬਾਲਮੀਕ ਪਿੱਛੇ ਲਾਇਆ, ਅਗਰ ਉਹਦੇ ਨਾਲ ਨਾਂ ਦੇ ਨਾਲ ਪਿੱਛੇ ਹੁੰਦਾ ਕਿ ਮਨੀਸ਼ਾ ਹਿੰਦੂ, ਮਨੀਸ਼ਾ ਸਿੱਖ, ਮਨੀਸ਼ਾ ਆਪਣੇ ਕ੍ਰਿਸਚਨ, ਮਨੀਸ਼ਾ ਮੁਸਲਮਾਨ, ਵੀਰ ਜੀ ਸਾਨੂੰ ਉਨੀ ਤਾੜਪ ਹੋਣੀ ਸੀ ਜਿੰਨੀ ਅੱਜ ਆ ਸਾਡੇ ਕੋਲ, ਕਿਉਂਕਿ ਅਸੀਂ ਇਨਸਾਨੀਅਤ ਨੂੰ ਅੱਗੇ ਰੱਖ ਕੇ ਗੱਲ ਕਰਦੇ ਹਾਂ। ਜਿਨ੍ਹਾਂ ਨੇ ਇਹ ਕੀਤਾ ਹੈ ਉਹਨਾਂ ਦੇ ਵਿੱਚ ਇਨਸਾਨੀਅਤ ਨਹੀਂ ਆ। ਰਾਤ ਦਿਨ ਇੱਥੇ ਪਾਠ ਪੂਜਾ ਇੰਡੀਆ 'ਚ ਚੱਲ ਰਹੀ ਆ, ਬਹੁਤ ਮੰਦਰਾਂ ਦੇ ਵਿੱਚ ਟੱਲ ਖੱਚਦੇ ਹਨ, ਲੇਕਿਨ ਮੈਂ ਤਾਂ ਕਹਿੰਦੀ ਹਾਂ ਭਗਵਾਨ ਵੀ ਉੱਥੇ ਬੋਲਾ ਆ। ਮੈਂ ਕਹਿੰਦੀ ਇਦਾਂ ਦੀ ਦੁਨੀਆ ਨੂੰ ਬਣਾ ਕੇ ਭਗਵਾਨ ਵੀ ਜੇ ਹੈ ਤਾਂ ਉਹ ਵੀ ਰੋਂਦਾ ਹੋਊਗਾ। ਤੁਸੀਂ ਕਹਿੰਦੇ ਆ ਬੋਲਾ, ਮੈਂ ਕਹਿੰਦਾ ਹੈ ਹੀ ਨਹੀਂ। ਉਹਨਾਂ ਦੇ ਕੰਨਾਂ ਤੱਕ ਆਵਾਜ਼ ਨਹੀਂ ਜਾਂਦੀ। ਭੈਣ ਜੀ ਤੁਸੀਂ ਭਗਵਾਨ ਹੈ ਨਹੀਂ। ਵਿਦਿਆ ਭੈਣ ਜੀ ਤੁਸੀਂ ਇਹ ਗੱਲ ਕੀਤੀ ਹੈ, ਉੱਦਾਂ ਇਹ ਆਪਣੇ ਬਹੁਤ ਸਾਰੇ ਲੋਕੀ ਧਾਰਮਿਕ ਹੈਗਾ, ਸਾਨੂੰ ਉਸ ਚੀਜ਼ ਨਾਲ ਕੋਈ ਇਤਰਾਜ਼ ਨਹੀਂ, ਜਿੱਦਾਂ ਕੋਈ ਮਰਜ਼ੀ ਕਿਸੇ ਵੀ ਧਰਮ ਨੂੰ ਮੰਨੇ। ਪਰ ਇੱਕ ਪਾਸੇ ਇਹ ਕਹਿੰਦੇ ਹੈ ਵੀ ਹਰ ਇੱਕ ਵਿੱਚ ਜਿਹੜਾ ਹੈਗਾ ਰੱਬ ਵਸਦਾ, ਅਤੇ ਜਿਹੜੀ ਉਹ ਮਨੀਸ਼ਾ ਕੁੜੀ ਸੀ ਉਹਦੇ ਵਿੱਚ ਵੀ ਰੱਬ ਵਸਦਾ ਸੀਗਾ, ਅਤੇ ਜਿਹੜੇ ਬੁਰਸ਼ੇ ਸੀਗੇ 4 ਜਨ ਕਿ ਜਿਨ੍ਹਾਂ ਨੇ ਬਦਮਾਸ਼ੀਆਂ ਕੀਤੀਆਂ ਉਹਨਾਂ 'ਚ ਹੀ ਰੱਬ ਵਸਦਾ ਸੀ। ਵੀ ਉਸ ਟਾਈਮ 'ਤੇ ਰੱਬ ਕਿੱਥੇ ਬਾਰਸਲੋਨਾ ਛੁੱਟੀਆਂ ਕੱਟਣ ਗਿਆ ਸੀ। ਹਾਂਜੀ, ਬਿਲਕੁਲ ਸਹੀ ਹੈ ਜੀ ਤੁਹਾਡੀ। ਦੇਖੋ ਉਸ ਲੜਕੀ, ਉਹਦੀ ਕੀ ਹਾਲਤ ਉਹਨਾਂ ਨੇ ਕੀਤੀ, ਕਹਿਣ ਨੂੰ ਦਿਲ ਨਹੀਂ ਕਰਦਾ। ਬਹੁਤ ਕੁਝ ਸੁਣ ਰਹੇ ਆ, ਮੈਂ ਤਾਂ ਉਹਨਾਂ ਦੀ ਘੋਰ ਨਿੰਦਾ ਕਰਦੀ ਹਾਂ। ਥੈਂਕ ਯੂ ਜੀ, ਥੈਂਕ ਯੂ। ਇੱਕ ਲਤਾ ਜੀ ਦਾ ਇੱਕ ਗੀਤ ਆ, ਜੇ ਕਹੋ ਤਾਂ ਮੈਂ 2 ਲਾਈਨਾਂ ਕਹਿ ਦਿੰਦੀ ਹਾਂ। वो कहते हैं एक खाक से अमीर क्या गरीब क्या, लहू का रंग एक है, अमीर क्या गरीब क्या। अमीर गरीब है कि इसलिए कि तुम अमीर हो गए, एक बादशाह हुआ तो 100 फकीर हो गए। खताएं है समाज की,
खताएं हैं समाज की, इसमें मेरी खताएं क्या, लहू का रंग एक है, गरीब क्या अमीर क्या, गरीब क्या अमीर क्या। थैंक यू ਵੀ ਜੀ ਮੇਰੇ ਵਿਚਾਰ ਸੀਗੇ। ਦੁਖੀ ਹਿਰਦੇ ਦੇ ਨਾਲ ਅਸੀਂ ਜੋ ਵੀ ਕਹਿੰਦੇ ਆ ਕਿ ਮਨੀਸ਼ਾ ਬਾਰੇ ਦੁਖੀ ਹਿਰਦੇ ਦੇ ਨਾਲ ਕਹਿੰਦੇ ਆ। ਬਹੁਤ ਮਨ ਖਰਾਬ ਆ ਸਾਰਿਆਂ ਦਾ, ਜਿਹੜੇ ਸੁਣ ਰਹੇ ਆ, ਜਿਹੜੇ ਆਪਣੇ ਭੈਣਾਂ ਆਈਆਂ, ਵੀਰ ਆਏ ਆ, ਬਹੁਤ ਵਧੀਆ ਵਿਚਾਰ ਲੈ ਕੇ ਆਏ ਆ। ਅਸੀਂ ਸਾਰਿਆਂ ਦੇ ਵਿਚਾਰ ਸੁਣ ਰਹੇ ਆ। ਤੁਸੀਂ ਵੀ ਸਮਾਜ ਦੀ ਸੇਵਾ ਕਰਦੇ ਹੋ ਔਰ ਇੱਦਾਂ ਦੇ ਜਿਹੜੇ ਹੁੰਦੇ ਆ ਹਾਦਸੇ ਤੁਸੀਂ ਅੱਗੇ ਲੈ ਕੇ ਆਉਂਦੇ ਹੋ। ਮੈਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਕਰਦੀ। ਥੈਂਕ ਯੂ ਭੈਣ ਜੀ, ਥੈਂਕ ਯੂ ਜੀ, ਬਹੁਤ ਬਹੁਤ ਵਧੀਆ। ਵਿਦਿਆ ਭੈਣ ਜੀ ਸਾਡੇ ਸਹੀ ਭੈਣ ਜੀ ਆ ਤੇ ਉਹ ਬਹੁਤ ਵਧੀਆ ਬੋਲਦੇ ਆ, ਖਾਸ ਤੌਰ ਤੇ ਕਵਿਤਾਵਾਂ ਜੋ ਬੋਲਦੇ ਆ ਤਾਂ ਬੜੀ ਰੂਹ ਨਾਲ ਪੇਸ਼ ਕਰਦੇ ਆ। ਉਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਆ। ਅੱਛਾ, ਗੱਲ ਮੈਂ ਮੈਂਸ਼ਨ ਕਰਨੀ ਚਾਹੁੰਦਾ ਕਿ ਮੈਂ ਅੱਜ ਸਵੇਰੇ ਦੇਖ ਰਿਹਾ ਸੀ ਮੀਡੀਆ, ਪ੍ਰੈਸ ਰਿਪੋਰਟਰ ਕਿਸੇ ਟੀਵੀ ਦਾ ਆਪਾਂ ਨਾਂ ਨਹੀਂ ਲੈ ਸਕਦੇ, ਮੈਂ ਵੀ ਦੇਖੀ ਹੈ, ਮੈਨੂੰ ਵੀਡੀਓ ਸੀ ਖਾਲੀ, ਉਹ ਜਾਂਦਾ ਉੱਥੇ, ਹਾਂਜੀ ਹਾਂਜੀ, ਉਹ ਲੜਕੀ ਨੂੰ ਜਾਣ ਦਿੱਤਾ ਜਾ ਰਿਹਾ, ਜਿਹੜਾ ਪੁਲਿਸ ਇੰਚਾਰਜ ਉਹ ਕਹਿੰਦਾ ਤੁਸੀਂ ਮੇਰੇ ਨਾਲ ਗੱਲ ਕਰ ਲਓ। ਇੱਦਾਂ ਇੱਦਾਂ ਕਹਿੰਦੇ ਤੁਸੀਂ ਉਹ ਜਿਹੜੀ ਉੱਥੇ ਵੀ ਸਾਨੂੰ ਡਿਊਟੀ ਹੈ ਉੱਥੇ ਕੋਈ ਨਹੀਂ ਜਾ ਸਕਦਾ। ਹਾਂਜੀ, ਹੈਲੋ ਜੀ, ਕੌਣ ਕਿੱਥੋਂ ਬੋਲਦੇ? ਸਵਾਗਤ ਕਰਤਾ ਬਹੁਤ ਜੀ, ਵੈਲਕਮ। ਹੈਲੋ ਹੈਲੋ, ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਬੋਲੋ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਪ੍ਰੋਗਰਾਮ ਵੇਖ ਰਿਹਾ ਸੀ। ਇਹ ਜਿਹੜਾ ਹਾਲਾਤ ਨੇ ਨਾ, ਬੇਟੀ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ, ਜਿਹਦਾ ਕੋਈ ਹੱਲ ਨਹੀਂ ਲੱਭਣਾ। ਪਹਿਲਾਂ ਤੁਸੀਂ ਦੱਸੋ ਨਾਂ, ਕੌਣ ਬੋਲਦੇ ਤੁਸੀਂ? ਮੈਂ ਸੁਰਜੀਤ ਸਿੰਘ ਲੈਸਟਰ ਤੋਂ ਬੋਲ ਰਿਹਾ। ਵਾਹ ਜੀ ਵਾਹ, ਬਹੁਤ ਅੱਛੀ ਗੱਲ। ਹਾਂਜੀ, ਮਤਲਬ ਧਰਮ ਜਾਂ ਮਜ਼ਹਬਾ, ਪਹਿਲਾਂ ਇੱਕ ਭੈਣ ਜੀ ਵੀ ਬੋਲ ਕੇ ਗਏ ਨੇ, ਉਹ ਪਿੱਛੇ ਨਾਂ ਲਾਇਆ, ਬਾਲਮੀਕ ਲਾਇਆ। ਕਈ ਵਾਰ ਕੀ ਹੁੰਦਾ ਹੈ ਕਿ ਉਹ ਜ਼ਰੂਰੀ ਨਹੀਂ ਉਹਨਾਂ ਦੇ ਨਾਂ ਨਾਲ ਰਜਿਸਟਰ ਹੋਏਗਾ ਇਹ ਨਾਂ ਲਿਖਿਆ। ਉਹ ਹੋ ਸਕਦਾ ਕਿ ਕਿਸੇ ਦਾ ਨਾਂ ਛਪਾਉਣ ਵਾਸਤੇ ਕਿਸੇ ਦੀ ਪਿਕਚਰ ਜਿੱਦਾਂ ਮੀਡੀਆ 'ਚ ਨਹੀਂ ਪਾ ਸਕਦੇ, ਕਿਸੇ ਕਾਰਨ ਨਹੀਂ ਹੋਏਗਾ। ਲੇਕਿਨ ਪ੍ਰੋਬਲਮ ਕਿੱਥੇ ਆ ਕਿ ਅਸੀਂ ਸਾਰਿਆਂ ਨੇ ਅੱਖਾਂ ਮੀਟ ਕੇ ਵੋਟਾਂ ਪਾਉਣ ਦੀ ਜਿਹੜੀ ਗੰਦੀ ਰੀਤ ਤੋਰੀ ਆ, ਜਾਂ ਫਿਰ ਕਿਸੇ ਪਾਰਟੀ ਧਰਮ ਨਾਲ ਬੱਝ ਕੇ ਜਿਹੜੀ ਤੋਰੀ ਆ, ਸਭ ਤੋਂ ਗੰਦੀ ਰੀਤ ਇਹ ਆ। ਜਦ ਤੱਕ ਸਾਡੇ ਵਿੱਚ ਇਨਸਾਨ ਦੀ ਘੱਟੋ ਘੱਟ ਆਪਦੇ ਇਲਾਕੇ ਦਾ ਮੈਂਬਰ, ਆਪਦੇ ਇਲਾਕੇ ਦਾ ਪਾਰਲੀਮੈਂਟ ਮੈਂਬਰ ਕਿਉਂ ਲੱਗੇ, ਵੇਖੋ ਕਿ ਉਹਦੀਆਂ ਆਦਤਾਂ ਕੀ ਨੇ, ਉਹ ਆਪ ਕੀ ਕਰਦਾ ਆ। ਜਦ ਤੱਕ ਅਸੀਂ ਇਹ ਸੋਚ ਕੇ ਵੋਟ ਨਹੀਂ ਪਾਵਾਂਗੇ, ਐਡੇ ਭੈੜੇ ਲੋਕ ਜਦੋਂ ਸੈਂਟਰ 'ਚ ਬੈਠੇ ਹੋਣਗੇ, ਅੱਜ ਮੀਡੀਆ ਰਾਹੀਂ ਉਸ ਬੇਟੀ ਦੇ ਪਿੰਡ ਜਾਣ ਵਾਲਾ ਕੋਈ ਵੀ ਪੱਤਰਕਾਰ, ਹਾਲੇ ਕਿ ਉਹ ਜਿੰਨੇ ਪੱਤਰਕਾਰ ਟੀਵੀਆਂ ਵਾਲੇ ਨੇ ਉਹ ਸਾਰੇ ਸਰਕਾਰ ਦੇ ਚਮਚੇ ਨੇ, ਪਰ ਉਹਨਾਂ ਨੂੰ ਵੀ ਉਸ ਪਿੰਡ 'ਚ ਐਂਟਰੀ ਨਹੀਂ ਕਰਨ ਦਿੱਤੀ ਜਾਂਦੀ। ਉੱਥੇ ਪੁਲਿਸ ਇਸ ਤਰ੍ਹਾਂ ਲਾਈ ਆ ਕਿ ਜਿੱਦਾਂ ਪਤਾ ਉਹ ਪਾਕਿਸਤਾਨ ਦੇ ਬਾਰਡਰ ਤੇ ਕੋਈ ਜਾ ਰਿਹਾ ਹੁੰਦਾ ਹੈ। ਮਤਲਬ ਇਸ ਚੀਜ਼ ਦਾ ਆ ਕਿ ਇਸ ਚੀਜ਼ ਦਾ ਸੁਧਾਰ ਕਰਨ ਵਾਸਤੇ ਸਾਨੂੰ ਜਿਹੜਾ ਸਾਡਾ ਮੀਡੀਆ ਆ, ਕਿਸੇ ਵੀ ਮੀਡੀਆ ਕਿਸੇ ਵੀ ਧਰਮ ਦਾ ਆ, ਜਦ ਤੱਕ ਉਹ ਇਸ ਸਮੇਂ ਆ ਕੇ ਲੋਕਾਂ ਨੂੰ ਇਹ ਸਿੱਖਿਆ ਜਾਂ ਲੋਕਾਂ ਦੇ ਦਿਲਾਂ 'ਚ ਇਹ ਨਹੀਂ ਆਉਂਦੀ ਕਿ ਅਸੀਂ ਵੋਟ ਕਿਸ ਨੂੰ ਪਾ ਰਹੇ ਹਾਂ। ਪਹਿਲੀਆਂ ਸਰਕਾਰਾਂ ਵੀ ਆਈਆਂ, ਮੈਂ ਨਹੀਂ ਕਹਿੰਦਾ ਕਿ ਪਹਿਲੀਆਂ ਸਰਕਾਰਾਂ ਚੰਗੀਆਂ ਸੀ ਤੇ ਹੁਣ ਮਾੜੀ, ਲੇਕਿਨ ਹੁਣ ਤਾਂ ਸਿਰਾ ਹੋ ਗਿਆ ਹਿੰਦੁਸਤਾਨ ਦੀ ਬਰਬਾਦੀ ਦੇ ਰਾਹ ਤੇ ਕਿ ਸਰਕਾਰ ਖੁਦ ਕੇਸ ਨੂੰ ਦਬਾਉਂਦੀ ਆ, ਖੁਦ ਕੇਸ ਨੂੰ ਪੱਟਦੀ ਆ। ਵੱਡੇ ਵੱਡੇ ਕਾਂਡ ਹੋ ਜਾਂਦੇ ਨੇ, ਲੱਭਦੇ ਨਹੀਂ, ਤੇ ਇੱਕ ਛੋਟਾ ਜਿਹਾ ਚੋਰ ਮੱਝ ਦਾ ਗਾਂ ਦਾ ਹੱਥਾਂ ਪੈਰਾਂ 'ਚ ਲੱਭ ਲੈਂਦੇ ਆ। ਇੱਕ ਤੋੜਾ ਫੀਮ ਜਾਂ ਇੱਕ ਤੋੜਾ ਚਰਸ ਜਿਹੜੀ ਆ ਉਹ ਪੁਲਿਸ ਵਾਲਿਆਂ ਨੂੰ ਦਿਸ ਜਾਂਦੀ ਤੇ 3-3 ਟਨ ਜਿੱਥੇ ਆ ਜਾਂਦੀ ISD ਐਕਟ, ਫੌਜੀ ਮਰ ਜਾਂਦੇ ਨੇ, ਉੱਥੇ ਇਹਨਾਂ ਨੂੰ ਕੋਈ ਚੀਜ਼ ਨਹੀਂ ਲੱਭਦੀ ਪਈ। ਮੇਨ ਚੀਜ਼ ਜਿਹੜੀ ਆ ਨਾ ਜੀ, ਮੇਰਾ ਤੇ ਇਹੀ ਆ ਕਿ ਭੈਣ ਭਰਾ ਜਿੰਨੇ ਵੀ ਸੁਣ ਰਹੇ ਨੇ ਜਾਂ ਗਾਂ ਸੁਣਨ, ਉਹ ਆਪਦੀ ਵੋਟ ਪਾਉਣ ਲੱਗੇ ਇਨਸਾਨੀਅਤ ਵੇਖਣ ਕਿ ਇਸ ਬੰਦੇ 'ਚ ਇਨਸਾਨੀਅਤ ਹੈਗੀ ਹੈ। ਜਦੋਂ ਅਸੀਂ ਇਨਸਾਨੀਅਤ ਤੋਂ ਗਿਰਾਂਗੇ, ਉਦੋਂ ਧਰਮ ਮਜ਼ਹਬ ਹਰ ਕਰਮ ਦੀ ਲੜਾਈ ਕਰਾਂਗੇ, ਲੜਾਈ ਦੇ ਚੱਕਰਾਂ 'ਚ ਪਾਵਾਂਗੇ। ਨਾ ਧਰਮੀ ਵੇਖੋ ਨਾ ਧਰਮੀ ਵੇਖੋ, ਸਿਰਫ ਇਨਸਾਨੀਅਤ ਵੇਖੋ। ਪਿੰਡ ਦੇ ਇਲਾਕੇ ਨੇੜੇ ਦਾ ਆ, ਇਹ ਵੀ ਕਿੱਦਾਂ ਦਾ ਬੰਦਾ ਬੋਲ ਕਰ ਰਿਹਾ ਆ। ਸੋ ਮੈਂ ਤੁਹਾਡੇ ਮੀਡੀਆ 'ਚ ਇੰਨਾ ਕੁਝ ਕਹਾਂਗਾ ਕਿ ਧਰਮਾਂ ਮਜ਼ਹਬਾਂ ਤੋਂ ਉੱਪਰ ਉੱਠ ਕੇ ਵੋਟ ਪਾਉਣ ਲੱਗੇ ਆਪਦੀ ਵੋਟ ਦੀ ਕੀਮਤ ਪਵਾਓ, ਤੇ ਤਾਂ ਦੁਨੀਆ ਸੁਧਰ ਸਕਦੀ, ਨਹੀਂ ਤੇ ਕਦੇ ਨਹੀਂ ਸੁਧਾਰ ਹੋ ਸਕਦਾ। ਥੈਂਕ ਯੂ ਭਾਜੀ, ਥੈਂਕ ਯੂ ਵੀਰ ਜੀ ਵੈਰੀ ਮਚ। ਬਹੁਤ ਵਾਈਟਲ ਗੱਲ ਕਰਕੇ ਗਏ ਭਾਜੀ। ਅਸੀਂ ਦੇਖਿਆ ਜਦੋਂ ਦੀ ਇਹ ਪ੍ਰੈਜ਼ੈਂਟ ਸਰਕਾਰ ਆਈ ਆ ਪਾਵਰ 'ਚ, ਹਰ ਸਮਾਜ ਦੀਆਂ ਸ਼ਿਕਾਇਤਾਂ, ਲੇਕਿਨ ਫਿਰ ਵੀ ਇੰਗਲੈਂਡ 'ਚੋਂ ਆਉਂਦੇ ਆ ਤਾਂ ਅਸੀਂ ਹਾਰ ਪਾਉਂਦੇ ਆ। ਮੈਂ ਚਾਹ ਪਾਣੀ ਪੀਂਦੇ ਦੇਖਿਆ, ਨਾਲ ਸ਼ਿਕਾਇਤ ਕਰਦੇ ਆ। ਤੁਸੀਂ ਕੱਲ੍ਹ ਨੂੰ ਮੈਨੂੰ ਤਾਂ ਮਿਨਿਸਟਰ ਕਿਸ ਤਰ੍ਹਾਂ ਦੇਖੋਗੇ, ਲੋਕ ਉਹਨੂੰ ਵੈਲਕਮ ਕਰਦੇ, ਚਾਹ ਪਾਰਟੀਆਂ ਦਿੰਦੇ, ਡਿਮਾਂਡ ਕੋਈ ਨਹੀਂ ਰੱਖਦੇ, ਉਹਨਾਂ ਨੂੰ ਪੁੱਛਦੇ ਨਹੀਂ ਤੁਸੀਂ ਆਹ ਕੀ ਹੋ ਰਿਹਾ, ਕੀ ਬੋਲਦੇ, ਕੁਛ ਨਹੀਂ ਬੋਲਦੇ। ਅਤੇ ਮੇਰਾ ਆਪਣਾ ਵੀ ਐਕਸਪੀਰੀਅੰਸ ਹੋਇਆ। ਮੈਨੂੰ
ਕਿਹਾ ਮੈਂ ਕਿਹਾ ਵੀ ਤੇ ਇੰਟਰਵਿਊ ਕਰਨੀ ਆ ਤਾਂ ਕਹਿੰਦਾ ਜੀ ਨਹੀਂ ਮੈਂ ਇੰਟਰਵਿਊ ਦੇਣੀ। ਹੈਲੋ ਜੀ ਕੌਣ? ਹੈਲੋ ਜੀ ਵੈਲਕਮ, ਕੌਣ ਕਿੱਥੋਂ ਬੋਲਦੇ ਜੀ? ਹੈਲੋ ਹੈਲੋ ਜੀ। ਹਾਂਜੀ ਸਵਾਗਤ, ਕੀ ਕਹਿਣਾ ਚਾਹੁੰਦੇ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਜਾ ਰਿਹਾ ਹੈ। ਤੁਸੀਂ ਜੋ ਗੱਲਬਾਤ ਕਰ ਰਹੇ ਆ ਸਾਰੀ ਦੁਨੀਆ ਲਈ ਕਰ ਰਹੇ ਆ ਨਾ। ਥੈਂਕ ਯੂ। ਤੇ ਬਹੁਤ ਅੱਛਾ ਲੱਗਦਾ ਹੈ। 2-3 ਦਿਨ ਹੋ ਗਏ ਤੁਹਾਨੂੰ ਏਦਾਂ ਗੱਲ ਨਾਲ ਜੋੜ ਕੇ ਰੱਖਿਆ, ਸਾਰੀ ਦੁਨੀਆ ਨੂੰ ਬਹੁਤ ਸੋਹਣਾ ਕੀਤਾ। ਤੇ ਬਾਕੀ ਗੱਲ ਇਹ ਹੈਗੀ ਹੈ ਕਿ ਜੋ ਕੁਝ ਅੱਜ ਹੋ ਰਿਹਾ ਨਾ, ਏਦਾਂ ਪਹਿਲਾਂ ਨਹੀਂ ਸੀ, ਏਦਾਂ ਕਦੀ ਹੁੰਦਾ। ਅਸੀਂ ਵੀ ਜਵਾਨਾਂ ਇੰਡੀਆ 'ਚ ਹੀ ਹੋਈਆਂ ਤੇ ਉੱਚੇ ਨੀਵੇਂ ਦਾ ਤਾਂ ਕੋਈ ਹੋਣਾ ਨਹੀਂ ਚਾਹੀਦਾ, ਇੱਜ਼ਤ ਦਾ ਸਵਾਲ ਹੋਣਾ ਚਾਹੀਦਾ। ਹਾਂਜੀ, ਹਰ ਇੱਕ ਦੀ ਇੱਜ਼ਤ ਸੇਮ ਆ। ਹੁਣ ਇੱਕ ਬੰਦਾ ਹੋਵੇ ਤਾਂ ਬੁੜੀ 2 ਚਪੇੜਾ ਮਾਰ ਲਊਗੀ, ਜਿੱਥੇ ਇੰਨੇ ਜਾਣੇ ਹੁਣ ਉਹ ਕੀ ਕਰ ਲਊਗੀ? ਉਹਦਾ ਤੁਸੀਂ ਫੱਟੀ ਦਾ ਇਹੀ ਗੱਲ ਸੋਚਣ ਵਾਲੀ ਹੈ। ਹਾਂਜੀ ਤੁਸੀਂ ਆਪਣੀ ਟੈਲੀਵਿਜ਼ਨ ਬੰਦ ਕਰੋ, ਕਰ ਰੱਖੋ ਗੱਲ ਲਗਾਓ, ਡ੍ਰੌਪ ਹੋ ਗਈ। ਓਕੇ ਥੈਂਕ ਯੂ ਵੈਰੀ ਮਚ। ਉਮਰ ਰੱਖੇ ਭੈਣ ਜੀ ਇਮੋਸ਼ਨਲ ਹੋਗਾ। ਹਾਂ ਕਿਉਂਕਿ ਇਹ ਬਹੁਤ ਦਰਦਨਾਕ ਹੈ, ਕਿਉਂਕਿ ਇਹਦੇ ਬਾਰੇ ਗੱਲ ਕਰਨੀ ਸੌਖਾ ਨਹੀਂ ਹੈਗਾ। ਆਪਾਂ ਕਨਕਲੂਜਨ ਵੱਲ ਨੂੰ ਹੋਈਏ। ਮੈਂ ਉਹੀ ਉੱਧਰ ਹੀ ਸੀ ਗੱਲ ਕਰਨ ਲੱਗਾ ਲੈ ਵੀ ਇੱਕ ਤਾਂ ਜਿਸ ਤਰ੍ਹਾਂ ਮੈਂ ਗੱਲ ਸੀ ਕੀਤੀ ਲੈ ਵੀ ਸਾਨੂੰ ਆਪ ਯਾਨੀ ਕਿ ਜਿਹੜਾ ਹੈ ਨਾ ਸੈਲਫ ਸਫੀਸ਼ੀਐਂਟ ਬਣਨ ਦੀ ਜ਼ਰੂਰਤ ਹੈ। ਆਪਣੇ ਬੱਚਿਆਂ ਨੂੰ ਖਾਸ ਕਰਕੇ ਕੰਗ ਫੂ ਕਰਾਟੀ ਯਾਨੀ ਕਿ ਸਿਖਾਉਣ ਦੀ ਜ਼ਰੂਰਤ ਹੈ। ਇੱਕ ਤਾਂ ਯਾਨੀ ਕਿ ਭਾਵੇਂ ਛੋਟਾ ਜਿਹਾ ਨੁਕਤਾ ਹੈਗਾ ਪਰ ਇਟਸ ਇੰਪੋਰਟੈਂਟ। ਦੂਸਰੀ ਯਾਨੀ ਕਿਹੜਾ ਹੈਗਾ ਆਪਾਂ ਸਰਕਾਰ ਬਦਲਣ ਨਾਲ ਯਾਨੀ ਕਿਹੜਾ ਹੈਗਾ ਸੱਭਿਆਚਾਰ ਸਾਡਾ ਨਹੀਂ ਬਦਲਦਾ ਹੈ। ਸਾਡੇ ਸੱਭਿਆਚਾਰ ਵਿੱਚ ਬਹੁਤ ਡੂੰਘੇ ਨੁਕਸ ਹੈਗੇ ਆ। ਜੇ ਯਾਨੀ ਕਿ ਤੁਸੀਂ ਇਹ ਦੇਖੋ ਲੈ ਵੀ ਇਹ ਲਾਸਟ ਕਾਲ ਕਰਿਓ। ਹਾਂ ਹੈਲੋ ਜੀ ਕੌਣ ਕਿੱਥੋਂ ਸਵਾਗਤ ਹੈ ਤੁਹਾਡਾ? ਹੈਲੋ ਵੈਲਕਮ ਜੀ, ਕੌਣ ਕਿੱਥੋਂ ਬੋਲਦੇ? ਹੈਲੋ ਸ਼ੇਅਰ ਡ੍ਰੌਪ ਹੋ ਗਈ। ਆਪਾਂ ਪ੍ਰੋਗਰਾਮ ਦੇ ਆਖਰ ਵੱਲ ਨੂੰ ਜਾ ਰਹੇ ਹਾਂ, ਇਸ ਕਰਕੇ ਆਪਾਂ ਟਾਈਮ ਵੇਸਟ ਨਾ ਕਰੀਏ। ਗੱਲ ਕਰੋ। ਹੈਲੋ ਓਕੇ ਕੋਲ ਡ੍ਰੌਪ ਹੋ ਗਈ। ਹਾਂਜੀ ਹਾਂ ਮੈਂ ਯਾਨੀ ਕਿ ਜਿਹੜੀ ਸੀ ਗੱਲ ਕਰ ਰਿਹਾ ਕਿ ਤਾਂ ਠੀਕ ਹੈ ਸਰਕਾਰ ਸਾਨੂੰ ਚੇਂਜ ਕਰਨੀ ਚਾਹੀਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਯਾਨੀ ਕਿ ਜੇ ਸਰਕਾਰ ਕੋਈ ਨਹੀਂ ਬੰਦਾ ਉਹ ਚਾਹੀਦਾ ਹੈਗਾ, ਪਰ ਬੇਸਿਕ ਜਿਹੜਾ ਨੁਕਸ ਯਾਨੀ ਕਿ ਜੋ ਮੈਨੂੰ ਲੱਗਦਾ ਹੈਗਾ, ਹੋ ਸਕਦਾ ਮੇਰੇ ਨਾਲ ਲੋਕੀ ਨਾ ਸਹਿਮਤ ਹੋਣ, ਸਾਡੇ ਸੱਭਿਆਚਾਰ ਵਿੱਚ ਨੁਕਸ ਹੈ। ਜਿੱਥੇ ਯਾਨੀ ਕਿ ਅਸੀਂ ਜਿਹੜਾ ਔਰਤ ਜਾਤ ਨੂੰ ਜਿਹੜਾ ਹੈਗਾ, ਜਾਂ ਔਰਤ ਜਾਤ ਵੀ ਨਹੀਂ ਕਹਿਣਾ ਚਾਹੀਦਾ, ਮੈਂ ਕਹਿੰਦਾ ਲੈ ਵੀ ਸਾਡੀਆਂ ਔਰਤ ਤੋਂ ਬਿਨਾਂ ਅਸੀਂ ਕੁਛ ਵੀ ਨਹੀਂ ਹੈਗੇ, ਕੋਈ ਵੀ ਨਹੀਂ ਹੈ ਕੁਛ। ਔਰਤ ਨੂੰ ਜਿੱਥੇ ਅਸੀਂ ਘਟੀਆ ਸਮਝਦੇ ਹਾਂ, ਦੋਮ ਦਰਜੇ ਸਮਝਦੇ ਹਾਂ, ਸੈਕੰਡ ਕਲਾਸ ਸਮਝਦੇ ਹੈਗੇ, ਸਾਡੀ ਜਿਹੜੀ ਸਾਈਕੀ ਹੈਗੀ ਆ ਉਹਨੂੰ ਚੇਂਜ ਕਰਨ ਦੀ ਜ਼ਰੂਰਤ ਹੈ। ਅਤੇ ਉਹ ਯਾਨੀ ਕਿਹੜਾ ਹੈਗਾ ਸਭ ਤੋਂ ਵੱਡਾ ਜਿਹੜਾ ਮੈਂ ਬਾਰ-ਬਾਰ ਇਹ ਗੱਲ ਕਹਿੰਦਾ, ਮੈਂ ਕਹਿੰਦਾ ਵੀ ਨਾ ਫਿਊਚਰ ਦੇ ਵਿੱਚ ਸਭ ਤੋਂ ਵੱਡੀ ਇੰਸਟੀਟਿਊਸ਼ਨ ਘਰ ਹੈ। ਘਰ ਵਿੱਚ ਯਾਨੀ ਕਿ ਅਸੀਂ ਬੱਚੀ ਨਾਲ ਕਿੱਦਾਂ ਵਰਤਾਵ ਕਰਦੇ ਹੈਗੇ ਹਾਂ, ਉਹਨੂੰ ਯਾਨੀ ਕਿ ਜਦੋਂ ਮੁੰਡਾ ਹੁੰਦਾ ਅਤੇ ਉਹ ਨਾਲ ਅਸੀਂ ਕਿਹੋ ਜਿਹਾ ਵਰਤਾਵ ਕਰਦੇ ਹੈਗੇ ਹਾਂ। ਕਿਉਂਕਿ ਜਿਹੜੀ ਗੱਲ ਮੈਨੂੰ ਯਾਨੀ ਕਿ ਸਮਝ ਲੱਗਦੀ ਹੈ, ਸਾਡੇ ਘਰਾਂ ਵਿੱਚੋਂ ਹੀ ਜਿਹੜਾ ਪ੍ਰਾਈਮ ਮਿਨਿਸਟਰ ਬਣਦਾ, ਸਾਡੀ ਫੈਮਲੀਆਂ ਵਿੱਚੋਂ ਹੀ, ਉਹ ਕਿਤੋਂ ਬਾਹਰੋਂ ਉੱਪਰੋਂ ਕੋਈ ਮਾਰਸ ਤੋਂ ਨਹੀਂ ਹੁੰਦੇ ਹੈਗੇ, ਉਹੀ ਯਾਨੀ ਕਿਹੜਾ ਹੈਗਾ ਆ ਗੌਰਮੈਂਟ ਦੇ ਅਫਸਰਸ ਬਣਦੇ ਆ, ਉਹੀ ਪੁਲਿਸ ਦੇ ਅਫਸਰ ਬਣਦੇ ਹੈਗੇ ਆ, ਉਹ ਘਰ ਵਿੱਚੋਂ ਹੈ ਨਾ। ਤੁਸੀਂ ਘਰ ਵਿੱਚ ਜਿਹੜੀ ਪਰਵਰਿਸ਼ ਕਿੱਦਾਂ ਦੀ ਕੀਤੀ ਹੈ, ਉਸ ਤੋਂ ਬਾਅਦ ਕਾਲਜ ਯੂਨੀਵਰਸਿਟੀਆਂ ਯਾਨੀ ਕਿਹੜਾ ਹੈਗਾ ਬਾਅਦ ਦੀ ਗੱਲ ਹੈਗੀ ਆ। ਜਿਹੜਾ ਸਾਡਾ ਸੱਭਿਆਚਾਰਕ ਨੁਕਸ ਹੈਗਾ ਉਹਨੂੰ ਯਾਨੀ ਕਿ ਚੇਂਜ ਕਰਨ ਦੀ ਜ਼ਰੂਰਤ ਹੈ, ਤਾਂ ਕਿ ਜਿਹੜਾ ਹੈਗਾ ਅਸੀਂ ਇੱਕ ਗੁੱਡ ਹਿਊਮਨ ਬੀਇੰਗਸ ਯਾਨੀ ਕਿ ਬਣਾ ਸਕੀਏ। ਜਦੋਂ ਅਸੀਂ ਕੁੜੀਆਂ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਹਾਂ, ਉਹਦੀ ਆਮਦ 'ਤੇ ਹੀ ਉਹਦੇ ਪਹਿਲਾਂ ਤਾਂ ਅਸੀਂ ਪੇਟ ਵਿੱਚ ਹੀ ਮਾਰ ਦਿੰਦੇ ਹਾਂ, ਫਿਰ ਯਾਨੀ ਕਿ ਜੇ ਜੰਮਦੀ ਤਾਂ ਫਿਰ ਅਸੀਂ ਖੁਸ਼ੀ ਨਹੀਂ ਮਨਾਉਂਦੇ ਹੈਗੇ, ਫਿਰ ਉਸ ਤੋਂ ਬਾਅਦ ਯਾਨੀ ਕਿ ਜਿਹੜਾ ਬਦਮਾਸ਼ੀਆਂ ਕਰਦੇ ਅਸੀਂ, ਛੇੜਖਾਨੀਆਂ ਕਰਦੇ ਹੈਗੇ ਆ, ਉਹਨੂੰ ਪੜ੍ਹਾਉਂਦੇ ਤੱਕ ਨਹੀਂ। ਹੁਣ ਦੀਆਂ ਗੱਲਾਂ ਇਹ ਜਿਹੜਾ ਅਸੀਂ ਲੜਕੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ ਹੈਗਾ, ਨਹੀਂ ਤਾਂ ਆਪਣੀਆਂ ਮਾਵਾਂ, ਆਪਣੀਆਂ ਦਾਦੀਆਂ, ਨਾਨੀਆਂ ਉਹਨਾਂ ਨੂੰ ਪੜ੍ਹਨ ਨਹੀਂ ਸੀ ਭੇਜਿਆ ਜਾਂਦਾ। ਜਿੰਨੀ ਦੇਰ ਤੁਸੀਂ ਉਹਨਾਂ ਨੂੰ ਸੈਲਫ ਸਫੀਸ਼ੀਐਂਟ ਨਹੀਂ ਬਣਾਉਂਦੇ ਹੈਗੇ, ਉਨੀ ਦੇਰ ਉਹਨਾਂ ਦੀ ਕਾਨੂੰਨ ਬਣਾਉਣ ਵਿੱਚ ਅਤੇ ਕਾਨੂੰਨ ਨੂੰ ਇੰਪਲੀਮੈਂਟ ਕਰਨ ਅਤੇ ਉਹਨਾਂ ਨੂੰ ਮੋਨੀਟਰਿੰਗ ਕਰਨ ਵਿੱਚ ਕੋਈ ਸ਼ਮੂਲੀਅਤ ਨਹੀਂ ਹੋਊਗੀ। ਸੋ ਮੈਂ ਸਮਝਦਾ ਵੀ ਇਹ ਟੈਂਪਰੇਰੀ ਤਾਂ ਹੈਗੇ ਆ ਜਿਹੜੇ ਆਪਾਂ ਬਾਕੀ ਮੀਨਸ ਲੈਂਦੇ ਹਾਂ, ਪਰ ਜੇ ਇਹਦੀ ਤੁਸੀਂ ਜੜ੍ਹ ਵੱਢਣੀ ਇਸ ਬਿਮਾਰੀ ਦੀ, ਜਾਣੀ ਕਿ ਜਿਹੜਾ ਅਸੀਂ ਡਿਸਕ੍ਰਿਮੀਨੇਸ਼ਨ ਕਰਦੇ ਹਾਂ, ਤਾਂ ਸਾਨੂੰ ਘਰ ਤੋਂ ਗੱਲ ਸਟਾਰਟ ਕਰਨੀ ਚਾਹੀਦੀ ਆ। ਅਤੇ ਉਹਦੇ 'ਤੇ ਤੁਸੀਂ ਹੈਲੋ ਕੋਲ ਆ ਜੀ, ਜਲਦੀ ਜਲਦੀ ਕੋਲ ਮਿੰਟ ਹੈਗਾ 4। ਹੈਲੋ ਜੀ ਕੌਣ ਤੋਂ ਸਵਾਗਤ ਹੈ ਤੁਹਾਡਾ? ਹੈਲੋ ਹਾਂਜੀ ਹਾਂਜੀ ਕਰੋ ਗੱਲ ਜੀ। ਹਾਂਜੀ ਹਰੀਸ਼ ਜੀ। ਹਾਂਜੀ ਭਗਵੰਤ ਜੀ। ਮੈਂ ਭਗਵੰਤ ਹਾਂ। ਹਾਂਜੀ ਹਾਂ ਤੁਸੀਂ ਇੱਕ ਤਾਂ ਮੈਂ ਤੁਹਾਨੂੰ ਮਤਲਬ ਕਿ ਸ਼ਾਬਾਸ਼ ਦੇਣਾ ਜਿਹੜੇ ਆਪਣੇ ਇਹ ਪ੍ਰੋਗਰਾਮ ਸ਼ੁਰੂ ਕੀਤਾ, ਅਤੇ ਅਸੀਂ ਪਰਸੋਂ 1 ਤਰੀਕ ਨੂੰ ਮੁਜ਼ਾਹਰਾ ਵੀ ਕੀਤਾ ਸੋਹਰ ਰੋਡ ਦੇ ਉੱਤੇ ਆਪਣੇ ਬੇਟੀ ਮਨੀਸ਼ਾ ਦੇ ਫੇਵਰ ਦੇ ਵਿੱਚ, ਕਿ ਜੋ ਕੁਛ ਉਸ ਨਾਲ ਹੋਇਆ ਬਹੁਤ ਗਲਤ ਹੋਇਆ। ਉੱਥੇ ਜਿਹੜੀ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਜਿਹੜਾ ਅਸਲ ਦੇ ਵਿੱਚ ਇੰਡੀਆ ਦੇ ਵਿੱਚ ਰੇਪ ਲਗਭਗ ਜਿਹੜੀ ਰਿਪੋਰਟ ਹੈਗੀ ਔਰ 1 ਮਿੰਟ ਦੇ ਬਾਅਦ ਰੇਪ ਹੋ ਰਿਹਾ ਉੱਥੇ ਇੰਡੀਆ ਦੇ ਵਿੱਚ ਕੋਠੇ ਆ, ਉਹ ਜਿਹੜਾ ਇਸ ਤਰ੍ਹਾਂ ਦਾ ਸਮਾਜ ਬਣ ਗਿਆ ਆ, ਉਹ ਜਿਹੜਾ ਸਮਾਜ ਬਣ ਗਿਆ ਆ ਉਹਦੇ ਵਿੱਚ ਕੁਰੀਤੀਆਂ
ਬਹੁਤ ਉਹਦੇ ਵਿੱਚ ਨੁਕਸ ਨੇ। ਉਹਦੇ ਸਾਡਾ ਜਿਹੜਾ ਪਿਛਲਾ ਪਿਛੋਕੜ ਇਤਿਹਾਸ ਤੁਰਿਆ ਆਉਂਦਾ, ਸਾਡੇ ਜਿਹੜੇ ਰੀਤੀ ਰਿਵਾਜ ਨੇ, ਜਿਹੜੇ ਸਾਰੇ ਧਾਰਮਿਕ ਨੇ, ਜ਼ਿਆਦਾਤਰ 90% ਧਾਰਮਿਕ ਨੇ ਰੀਤੀ ਰਿਵਾਜ, ਉਹ ਰੀਤੀ ਰਿਵਾਜਾਂ ਦੇ ਵਿੱਚ ਨੁਕਸ ਹੈ। ਉਹ ਜਿਹੜੀ ਕਿਤਾਬਾਂ ਦੇ ਵਿੱਚ, ਜਿਹੜੇ ਗ੍ਰੰਥਾਂ 'ਚ ਲਿਖਿਆ ਹੈ ਸ਼ੂਦਰ ਔਰ ਨਾਰੀ ਹੈ, ਧਾਰਮਿਕ ਅਧਿਕਾਰੀ, ਤਾਂ ਉਸ ਸਮਾਜ ਦੇ ਵਿੱਚ ਆਹੀ ਕੁਝ ਹੋਣਾ ਆ ਸਾਡੀਆਂ ਧੀਆਂ ਭੈਣਾਂ ਨਾਲ, ਜੋ ਕੁਝ ਹੋ ਰਿਹਾ ਆ। ਆਪਣੇ ਜਿੰਨੇ ਵੀ ਤੁਸੀਂ ਧਾਰਮਿਕ ਗ੍ਰੰਥ ਕੋਈ ਵੀ ਲਾ ਲਓ, ਉਹਨਾਂ ਦੇ ਵਿੱਚ ਤੁਸੀਂ ਪੜ੍ਹ ਕੇ ਦੇਖੋ, ਸਾਰਿਆਂ ਦੇ ਵਿੱਚ ਕਿਸੇ ਵਿੱਚ ਔਰਤ ਨੂੰ ਸੂਰੀ ਕਿਹਾ ਗਿਆ, ਕਿਸੇ ਕੁੱਤੀ ਕਿਹਾ ਗਿਆ। ਜੇ ਕੋਈ ਨਾਸਤਿਕ ਦੀ ਮਾਂ ਆ, ਉਹਨੂੰ ਸੂਰੀ ਕਿਹਾ ਇਹਨਾਂ ਨੇ। ਹੁਣ ਇਹ ਮਤਲਬ ਕਹਿੰਦਾ ਵੀ ਇਹ ਸਾਰਾ ਕੁੱਤੀ ਦੱਸਿਆ, ਇਹ ਸਾਰਾ ਸਾਡੇ ਸਮਾਜ ਦੇ ਵਿੱਚ, ਸਾਡੇ ਵਿੱਚ ਨੁਕਸ ਨੇ, ਕੁਰੀਤੀਆਂ ਸਾਡੇ ਸਮਾਜ ਦੇ ਕੁਰੀਤੀਆਂ ਨਾਲ। ਜਿਹੜਾ ਸਾਡਾ ਸਮਾਜ ਆ ਉਸ ਨੂੰ ਅੱਜ ਜਿਹੜਾ ਧਾਰਮਿਕ ਲੋਕ, ਜਿਹੜੇ ਯੋਗੀ ਵਰਗੇ ਲੋਕ ਬੈਠੇ ਨੇ, ਜਿਹੜੇ ਅਸਲ 'ਚ ਬਿਲਕੁਲ ਨਿਕੰਮੇ ਲੋਕ ਨੇ, ਚੋਰ ਨੇ, ਉਹ ਚਲਾ ਰਹੇ ਨੇ। ਅਸਲ ਦੇ ਵਿੱਚ ਹੈਗੇ ਤਾਂ ਮੋਸਟਲੀ ਸਾਰੇ ਚੋਰ ਨੇ, ਇਹਨਾਂ ਦੇ ਵਿੱਚ ਕੋਈ ਨਹੀਂਗਾ। ਤੇ ਇਹਦੇ ਵੀ ਇਹਦਾ ਪਤਾ ਸਮਾਜ ਲੋਕ ਜਿਹੜੇ ਸਾਡੇ ਮੇਰੇ ਦੋਸਤ। ਹਾਂਜੀ ਭਗਵੰਤ ਜੀ, ਸੌਰੀ ਮੈਨੂੰ ਕੋਲ ਇਕੱਠੀ ਨਹੀਂ ਪੈ ਰਹੀ ਹੈ ਕਿ ਆਪਾਂ ਸਾਡਾ ਟਾਈਮ ਹੋ ਗਿਆ। ਓਕੇ ਜੀ, ਤੁਹਾਡਾ ਬਹੁਤ ਥੈਂਕ ਯੂ, ਤੁਸੀਂ ਕੋਲ ਕੀਤੀ ਹੈ ਡਾਕਟਰ ਸਾਹਿਬ। ਥੈਂਕ ਯੂ ਤੁਹਾਡਾ ਜੀ ਭਗਵੰਤ ਜੀ, ਬਹੁਤ ਮਿਹਰਬਾਨੀ। ਯਾਨੀ ਕਿ ਜਿਹੜੀ ਗੱਲ ਕੰਕਲੂਡ ਬੜੀ ਜਿਹੜੀ ਕਿ ਆਪਣੇ ਭਗਵੰਤ ਹੋਰਾਂ ਨੇ ਸ਼ੁਰੂ ਕੀਤੀ ਹੈ, ਸੋ ਯਾਨੀ ਕਿ ਸਾਨੂੰ ਜੜ੍ਹ ਵੱਲ ਦੇਖਣ ਦੀ ਜ਼ਰੂਰਤ ਹੈਗੀ ਆ। ਜਿਹੜੇ ਸਾਡੇ ਧਾਰਮਿਕ ਲੋਕ ਕਹਿੰਦੇ ਵੀ ਅਰਦਾਸਾਂ ਕਰਨ ਵਾਲੀ ਗੱਲ ਬਣੀ, ਅਰਦਾਸਾਂ ਵਿੱਚ ਨਾ ਹੀ ਕੁਛ ਹੈਗਾ ਅਤੇ ਨਾ ਹੀ ਅਰਦਾਸਾਂ ਨੇ ਅਜੇ ਤੱਕ ਕੁਛ ਕੀਤਾ ਹੈਗਾ ਅਤੇ ਨਾ ਹੀ ਇੱਦਾਂ ਕੁਛ ਹੋਣਾ ਹੈਗਾ। ਜਿੰਨੀ ਦੇਰ ਅਸੀਂ ਆਪਣੀ ਸਾਈਕੀ ਨੂੰ ਚੇਂਜ ਨਹੀਂ ਕਰਦੇ ਹੈਗੇ, ਐਜ਼ ਏ ਹਿਊਮਨ ਬੀਇੰਗ, ਤੁਹਾਡਾ ਮੇਰਾ ਹਰ ਇੱਕ ਦਾ ਯਾਨੀ ਕਿ ਫਰਜ਼ ਬਣਦਾ ਹੈਗਾ ਉਸ ਸਮਾਜ ਨੂੰ, ਉਸ ਸੱਭਿਆਚਾਰ ਨੂੰ ਚੇਂਜ ਕਰਨ ਦੀ ਜ਼ਰੂਰਤ ਹੈਗੀ ਆ। ਫਿਰ ਜਿੰਨੀ ਦੇਰ ਅਸੀਂ ਬਰਾਬਰ ਦਾ ਔਰਤ ਨੂੰ ਨਹੀਂ ਦਿੰਦੇ ਹੈਗੇ, ਜਿੰਨੀ ਯਾਨੀ ਕਿ ਉਹ ਡਿਗਨਿਟੀ ਨਾਲ ਨਹੀਂ ਰਹਿ ਸਕਦੀ ਹੈਗੀ, ਉਨੀ ਦੇਰ ਜਿਹੜਾ ਹੈਗਾ ਇਹੋ ਜਿਹਾ ਬਲਾਤਕਾਰ ਦੇ ਕੇਸਿਸ ਪਿੱਛੇ ਵੀ ਹੁੰਦੇ ਰਹੇ ਆ, ਫਿਊਚਰ ਵਿੱਚ ਵੀ ਹੁੰਦੇ ਰਹਿਣਗੇ। ਸਾਨੂੰ ਆਪਣੇ ਇਹੋ ਜਿਹਾ ਜਿਹੜਾ ਰੱਖੜੀ ਦਾ ਤਿਉਹਾਰ ਹੋਇਆ, ਯਾਨੀ ਕਿ ਜਾਂ ਲੋਹੜੀ ਦਾ ਤਿਉਹਾਰ ਹੈ, ਇਹ ਯਾਨੀ ਕਿ ਡੀਫੰਕਟ ਕਿਸਮ ਦੇ ਤਿਉਹਾਰ ਹੈਗੇ, ਇਹਨਾਂ ਨੂੰ ਬਿਲਕੁਲ ਅਬੰਡਨ ਕਰਨਾ ਚਾਹੀਦਾ, ਇਹਨਾਂ ਨੂੰ ਫਿਨਿਸ਼ ਕਰਨਾ ਚਾਹੀਦਾ ਅਤੇ ਸਾਨੂੰ ਯਾਨੀ ਕਿ ਬਰਾਬਰਤਾ ਦੀ ਗੱਲ ਕਰਨੀ ਚਾਹੀਦੀ ਹੈ। ਬਹੁਤ ਜ਼ਰੂਰੀ ਆ ਕਿ ਜਦੋਂ ਲੜਕਾ ਜਵਾਨ ਹੁੰਦਾ ਤਾਂ ਉਹਨੂੰ ਸ਼ੌਕ ਹੁੰਦਾ ਐਕਸਰਸਾਈਜ਼ ਕਰਨ ਦਾ, ਜਾਂ ਬਾਕਸਿੰਗ ਕਰਨ ਦਾ, ਜਾਂ ਕੰਗ ਫੂ ਕਰਨ ਦਾ, ਜਾਂ ਹੋਰ ਕੋਈ। ਅਸੀਂ ਆਪਣੀਆਂ ਬੱਚੀਆਂ ਨੂੰ ਵੀ ਇਨਕਰੇਜ ਕਰੀਏ ਉਹ ਵੀ ਫਿਜ਼ੀਕਲੀ ਫਿਟ। ਐਬਸੋਲੂਟਲੀ। ਇਹ ਦੂਸਰੀ ਗੱਲ ਇਹ ਆ ਕਿ ਡਾਕਟਰ ਸਾਹਿਬ ਨੇ ਬਹੁਤ ਕਰੈਕਟਲੀ ਕਿਹਾ ਕਿ ਵੀ ਸਾਨੂੰ ਉਹ ਤਿਉਹਾਰ ਬੈਨ ਕਰਨੇ ਚਾਹੀਦੇ ਆ ਜਿੱਥੇ ਅਸੀਂ ਲੜਕੀਆਂ ਨੂੰ ਦਿਖਾਉਂਦੇ ਵੀ ਉਹਦੇ ਕਰਕੇ ਆ, ਉਹਨਾਂ ਨੂੰ ਡਾਊਨ ਦਿਖਾਉਣ ਦੀ ਖਾਤਰ। ਅਤੇ ਮੈਨੂੰ ਹੁਣੀ ਮੇਰੇ ਕੰਨ 'ਚ ਆਵਾਜ਼ ਆਈ ਹੈ ਕਿ ਕਾਂਸ਼ੀ TV ਕੱਲ੍ਹ ਨੂੰ ਕੋਈ ਕਾਂਟ ਫਾਰਮ ਵਗੈਰਾ ਕਰ ਰਹੇ ਆ। ਹਾਂਜੀ। ਅਤੇ ਉੱਥੇ ਵੀ ਜਿਹੜੇ ਚਾਹਵਾਨ ਹੈਗੇ ਉਹ ਆ ਕੇ ਆਪਣੀ ਸ਼ਰਧਾ ਸ਼ੋਅ ਕਰ ਸਕਦੇ ਆ। ਅਤੇ ਬਾਕੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹ ਇਸ਼ੂ ਇੱਦਾਂ ਦਾ ਨਾ ਖਤਮ ਹੋਣ ਵਾਲੀ ਇਹ ਸਟਰਗਲ ਆ, ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇਹਦਾ ਮੁਕਾਬਲਾ ਕਰਨਾ ਚਾਹੀਦਾ। ਔਰ ਇੰਡੀਵਿਜੂਅਲ ਤੌਰ 'ਤੇ ਵੀ, ਸੁਸਾਇਟੀਆਂ ਤੌਰ 'ਤੇ ਵੀ, ਇਕੱਲੇ ਨੂੰ ਚਾਹੀਦਾ ਕੋਈ ਈਮੇਲਾਂ ਦਾ ਦੌਰ ਆ, ਈਮੇਲ ਕਰਨ ਸੁਸਾਇਟੀਆਂ ਗੌਰਮੈਂਟ ਨੂੰ, ਤਾਂ ਕਿ ਕੋਈ ਐਕਸ਼ਨ ਲੈ ਸਕੇ। ਮਿਲਾਂਗੇ ਫਰਾਈਡੇ। ਥੈਂਕ ਯੂ ਵੈਰੀ ਮੱਚ। ਜੈ ਭੀਮ, ਨੌ ਵਧਾਈ।